ਹਾਂਜੀ, ਸਾਡੇ ਸਤਿਕਾਰਯੋਗ ਸਰੋਤਿਆਂ ਦਾ ਸਵਾਗਤ ਹੈ ਜੀ ਆਪਣੇ ਟੀਵੀ ਲੋਹਗੜ੍ਹ ਉੱਪਰ। ਸੋ ਅੱਜ ਦਾ ਪ੍ਰੋਗਰਾਮ ਆਜ਼ਾਦ ਸੋਚ ਲੈ ਕੇ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹੋ ਰਹੇ ਹਾਂ। ਸੋ ਪਹਿਲਾਂ ਤਾਂ ਖਿਮਾ ਚਾਹੁੰਦੇ ਹਾਂ ਜੀ, ਅੱਜ ਦਾ ਜਿਹੜਾ ਪ੍ਰੋਗਰਾਮ ਆ ਥੋੜ੍ਹਾ ਜਿਹਾ ਉਹ ਲੇਟ ਹੋ ਗਿਆ। ਥੋੜ੍ਹੀ ਜਿਹੀ ਟੈਕਨੀਕਲ ਸਮੱਸਿਆ ਆ ਰਹੀ ਸੀ ਅਤੇ ਉਹਦੇ ਕਰਕੇ ਥੋੜ੍ਹਾ ਜਿਹਾ ਲੇਟ ਹੋ ਗਿਆ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਮੇਰੇ ਨਾਲ ਸਰਦਾਰ ਹਰਦੇਵ ਸਿੰਘ ਜੰਮੂ ਹੁਣੀ ਤੁਸੀਂ ਦੇਖ ਰਹੇ ਹੋ, ਉਹ ਜੰਮੂ ਤੋਂ ਭਾਗ ਲੈ ਰਹੇ ਮੇਰੇ ਨਾਲ। ਸੋ ਅੱਜ ਇਹਨਾਂ ਦੇ ਨਾਲ ਕੁਛ ਖਾਸ ਵਿਚਾਰਾਂ ਜਿਹੜੀਆਂ ਆਪਾਂ ਕਰਾਂਗੇ। ਸੋ ਆਓ ਸਭ ਤੋਂ ਪਹਿਲਾਂ ਆਪਾਂ ਹਰਦੇਵ ਸਿੰਘ ਹੁਣਾਂ ਦਾ ਸਵਾਗਤ ਕਰਦੇ ਹਾਂ ਜੀ। ਹਾਂਜੀ ਹਰਦੇਵ ਸਿੰਘ ਜੀ, ਆਪ ਜੀ ਦਾ ਸਵਾਗਤ ਹੈ ਜੀ ਸਾਡੇ ਟੀਵੀ ਲੋਹਗੜ੍ਹ ਉੱਪਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਆਪਾਂ ਪਹਿਲਾਂ ਜਿਹੜਾ ਆਪਣਾ ਪੋਸਟਰ ਸੀਗਾ ਆਪਾਂ ਪਾਈ ਦਿੱਤਾ ਸੀਗਾ, ਤੇ ਮੇਰਾ ਖਿਆਲ ਹੈ ਜਿੰਨੇ ਵੀ ਸਾਡੇ ਸਰੋਤੇ ਜੁੜਨਗੇ ਸਾਡੇ ਨਾਲ ਹੁਣ, ਤੇ ਉਹਨਾਂ ਨੂੰ ਟੌਪਿਕ ਦਾ ਮੇਰਾ ਖਿਆਲ ਸਾਰਿਆਂ ਨੂੰ ਪਤਾ ਹੀ ਆ ਵੀ ਕੀ ਟੌਪਿਕ ਚੱਲ ਰਿਹਾ ਆ ਤੇ ਕਿਹੜੇ ਵਿਸ਼ੇ ਤੇ ਆਪਾਂ ਗੱਲਬਾਤ ਕਰਨੀ ਆ, ਤੇ ਮੇਰਾ ਖਿਆਲ ਸਾਰਿਆਂ ਨੂੰ ਪਤਾ ਹੀ ਆ ਸਾਡੇ। ਸੋ ਜੰਮੂ ਸਾਹਿਬ, ਇਹ ਜਿਹੜਾ ਤੁਸੀਂ ਟੌਪਿਕ ਚੁਣਿਆ ਵੀ ਤੇ ਤੁਹਾਨੂੰ ਲੱਗਦਾ ਹੈ ਵੀ ਤੇ ਆਪਾਂ ਨੂੰ ਜਿਹੜੀ ਗੱਲਬਾਤ ਆ ਉਹ ਕਰਨੀ ਚਾਹੀਦੀ ਆ, ਤੁਹਾਡੇ ਕਿੱਦਾਂ ਮਨ ਦੇ ਵਿੱਚ ਵਿਚਾਰ ਆਇਆ ਵੀ ਜਿਹੜਾ ਇਹ ਟੌਪਿਕ ਤੁਸੀਂ ਚੁਣਿਆ ਹੈਗਾ ਵੀ ਰੱਬ ਦੇ ਬਾਰੇ ਵੀ ਇਹ ਤੇ ਜ਼ਰੂਰ ਗੱਲ ਹੋਣੀ ਚਾਹੀਦੀ ਹੈ ਵੀ ਇਹਦੇ ਬਾਰੇ ਜਿਹੜੀ ਆ ਦੋ ਧਿਰਾਂ ਹੈਗੀਆਂ, ਇੱਕ ਤਾਂ ਮਿਸ਼ਨੀ ਵਿਚਾਰਧਾਰਾ ਆ ਤੇ ਇੱਕ ਹੈਗੀ ਆ ਜਿਹੜੀ ਅਪਗ੍ਰੇਡ ਵਿਚਾਰਧਾਰਾ ਆ, ਵੀ ਇਹ ਦੋਵੇਂ ਪਿਛਲੇ ਕਾਫੀ ਅਰਸੇ ਤੋਂ ਇਦਾਂ ਲੱਗਦਾ ਵੀ ਜਿਹਦਾ ਗੁਆਚੇ ਫਿਰਦੇ ਹੋਣ ਇਸ ਮਸਲੇ ਤੇ। ਸੋ ਇਹਦੇ ਬਾਬਤ ਜਿਹੜਾ ਤੁਸੀਂ ਇਹ ਚੁਣਿਆ ਆਪਣਾ ਵਿਸ਼ਾ, ਤੇ ਹੈਗਾ ਤਾਂ ਬੜਾ ਸੈਂਸਿਟਿਵ ਆ ਤੇ ਕਈਆਂ ਨੂੰ ਲੱਗਣਾ ਵੀ ਇਹ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਆ, ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਮਿਸ਼ਨੀ ਪ੍ਰਚਾਰਕ ਆ ਪਿਛਲੇ ਕਾਫੀ ਅਰਸੇ ਤੋਂ ਬੜਾ ਵਧੀਆ ਪ੍ਰਚਾਰ ਕਰ ਰਹੇ ਆ। ਨੋ ਡਾਊਟ ਆ ਵੀ ਉਹਨਾਂ ਦੀ ਗੁਰਮਤ ਦੇ ਪੱਖ ਤੋਂ ਕਾਫੀ ਜਿਹੜੀ ਪਕੜ ਵੀ ਹੈਗੀ ਆ, ਤੇ ਵਿੱਚ ਕੁਝ ਕੁ ਹੈਗੇ ਵੀ ਆ ਜਿਹੜੇ ਕਈ ਵਾਰੀ ਉਹ ਗੁਰਮਤ ਨੂੰ ਛੱਡ ਕੇ ਤੇ ਸਾਈਡ ਤੇ ਚਲ ਜਾਂਦੇ ਆ। ਸੋ ਇਹਦੇ ਬਾਬਤ ਜਿਹੜੇ ਹਰਦੇਵ ਸਿੰਘ ਜੰਮੂ ਉਹਨਾਂ ਦੇ ਮਨ ਦੇ ਵਿੱਚ ਕੁਝ ਵਿਚਾਰ ਆ ਤੇ ਉਹ ਅੱਜ ਸਾਂਝੇ ਕਰਨੇ ਚਾਹੁੰਦੇ ਆ, ਇਸ ਕਰਕੇ ਅੱਜ ਜਿਹੜਾ ਲਾਈਵ ਪ੍ਰੋਗਰਾਮ ਇਹਨਾਂ ਨਾਲ ਕਰ ਰਹੇ ਆ। ਤੇ ਉੱਦਾਂ ਤਾਂ ਕਈ ਵਾਰੀ ਪ੍ਰੋਗਰਾਮ ਆਪਾਂ ਜ਼ਿਆਦਾ ਕਰੀਦੇ ਆ ਜਿਹੜੇ ਰਿਕਾਰਡਡ ਵੀ ਕਰ ਲਈਦੇ ਆ। ਸੋ ਜੇ ਕਿਸੇ ਵੀ ਵੀਰ ਨੂੰ ਲੱਗੇ ਵੀ ਜਿਹੜਾ ਅੱਜ ਦੇ ਪ੍ਰੋਗਰਾਮ ਵਿੱਚ ਕਿਸੇ ਨੂੰ ਕੋਈ ਸਵਾਲ ਆ ਕੋਈ ਜਵਾਬ ਆ, ਉਹ ਆਪਾਂ ਨੂੰ ਸਕਰੀਨ ਤੇ ਨੰਬਰ ਸਕਰੋਲ ਹੋ ਰਿਹਾ ਮੇਰਾ, ਉੱਤੇ ਤੁਸੀਂ ਕਾਲ ਕਰ ਸਕਦੇ ਆ, ਤੁਹਾਡੇ ਵਿਚਾਰ ਆਪਾਂ ਲੈ ਲਵਾਂਗੇ। ਹਾਂਜੀ ਜੰਮੂ ਸਾਹਿਬ ਜੀ, ਤੁਹਾਨੂੰ ਸ਼ੁਰੂ ਕਰਦੇ ਆਪਾਂ ਪ੍ਰੋਗਰਾਮ। ਵੀ ਸਭ ਤੋਂ ਪਹਿਲਾਂ ਤੁਹਾਨੂੰ ਕਿਉਂ ਲੱਗਿਆ ਵੀ ਇਹ ਜਿਹੜੇ ਅਪਗ੍ਰੇਡਾਂ ਦਾ ਮੁਖੀ ਆ ਭਾਈ ਰਣਜੀਤ ਸਿੰਘ ਆ, ਵੀ ਉਹ ਜਿਹੜੀਆਂ ਸਟੇਟਮੈਂਟਾਂ ਕੁਦਰਤ ਬਾਰੇ ਜਾਂ ਰੱਬ ਬਾਰੇ ਦਿੰਦਾ ਵੀ ਉਹਦੇ ਵਿੱਚ ਕਿੰਨੀ ਕੁ ਸੱਚਾਈ ਆ, ਕਿੰਨਾ ਕੁ ਗੁਰਮਤ ਦੇ ਲਾਗੇ ਆ, ਜਾਂ ਉਹ ਆਪ ਹੀ ਹਾਲੇ ਕਲੀਅਰ ਨਹੀਂ ਹੈਗੇ ਇਸ ਵਿਸ਼ੇ ਤੇ ਜੀ? ਦੇਖੋ, ਪਹਿਲੀ ਗੱਲ ਇਹ ਜਿੱਥੋਂ ਤੁਸੀਂ ਗੱਲ ਸ਼ੁਰੂਆਤ ਕੀਤੀ ਹੈ ਜੀ ਕਿ ਅਸੀਂ ਦੋ ਲਾਈਨਸ ਦੇਖ ਰਹੇ ਹਾਂ, ਇੱਕ ਭਾਈ ਸਾਹਿਬ ਵੱਲੋਂ ਔਰ ਇੱਕ ਮਿਸ਼ਨਰੀ ਲਾਈਨਸ ਜੀ। ਔਰ ਮੈਂ ਕਹਾਂਗਾ ਅਲਬੱਤਾ ਇਹਦੇ ਵਿੱਚ ਤਿੰਨ ਲਾਈਨਾਂ ਨੇ। ਇੱਕ ਭਾਈ ਸਾਹਿਬ ਦੀ ਲਾਈਨ ਜਿਹੜੀ ਹੈ ਉਹ ਜ਼ਿਆਦਾਤਰ ਨਾਸਤਿਕਤਾ ਦੇ ਨੇੜੇ ਹੈ ਜੀ, ਤੇ ਦੂਸਰੇ ਪਾਸੇ ਮਿਸ਼ਨਰੀ ਲਾਈਨ ਹੈ ਜਿਹੜੀ ਗੁਰਮਤ ਦੇ ਆਧਾਰ ਉੱਪਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਕਈ ਜਗ੍ਹਾ ਉਹ ਕਰ ਵੀ ਪਾਉਂਦੇ ਨੇ ਤੇ ਕਈ ਜਗ੍ਹਾ ਉਹ ਨਹੀਂ ਵੀ ਕਰ ਪਾਉਂਦੇ, ਜੋ ਮੈਨੂੰ ਮਹਿਸੂਸ ਹੋਇਆ ਜੀ। ਔਰ ਗੱਲ ਕਰਨ ਦਾ ਜਿਹੜਾ ਤਾਲੁਕ ਹੈ ਉਹ ਇਸ ਤਰ੍ਹਾਂ ਬਣਿਆ ਕਿ ਕਾਫੀ ਅਰਸੇ ਤੋਂ ਮੈਂ ਗੱਲ ਕਹਿ ਰਿਹਾ ਹਾਂ ਕਿ ਫੋਰ ਐਗਜ਼ਾਮਪਲ ਸਾਡੇ ਸਾਹਮਣੇ ਭਗਤ ਸਿੰਘ ਸੀ ਜਾਂ ਕਾਮਰੇਡ ਹਨ ਜੀ, ਉਹਨਾਂ ਦੇ ਵਿੱਚ ਇੱਕ ਇਮਾਨਦਾਰੀ ਇਹ ਹੈ ਕਿ ਉਹ ਆਪਣੀ ਸੋਚ ਦੇ ਮੁਤਾਬਕ ਰੱਬ ਨੂੰ ਨਹੀਂ ਮੰਨਦੇ ਜੀ। ਉਹਨਾਂ ਨੂੰ ਲੱਗਦਾ ਹੈ ਉਹ ਮਾਰਕਸ ਦੇ ਜਾਂ ਲੈਨਿਨ ਦੇ ਜਾਂ ਹੋਰ ਆਪਣੇ ਕੈਡਰ ਦੇ ਲੀਡਰਾਂ ਦੇ ਪ੍ਰਭਾਵ ਤੋਂ, ਉਸ ਫਿਲਾਸਫੀ ਤੋਂ ਪ੍ਰਭਾਵਿਤ ਹੋ ਕੇ ਕਹਿੰਦੇ ਰੱਬ ਨਹੀਂ ਹੈ। ਜੀ ਜੀ ਬਿਲਕੁਲ। ਇੱਕ ਹੋਰ ਹੈ ਐਸਪੈਕਟ, ਉਹ ਇਮਾਨਦਾਰ ਐਸਪੈਕਟ ਹੈ ਵੀ ਕਿਸੇ ਨੂੰ ਲੱਗੇ ਰੱਬ ਨਹੀਂ ਹੈ ਜੀ। ਲੇਕਿਨ ਇੱਕ ਇਮਾਨਦਾਰੀ ਦੀ ਕਮੀ ਉਸ ਲਈ ਰਹਿ ਜਾਂਦੀ ਹੈ ਕਿ ਜਿਸ ਲਈ ਇੱਕ ਬੰਦੇ ਨੂੰ ਲੱਗੇ ਕਿ ਰੱਬ ਨਹੀਂ ਹੈ ਜਾਂ ਰੱਬ ਇਸ ਤਰ੍ਹਾਂ ਦਾ ਹੈ, ਤੇ ਜੋ ਉਹਨੂੰ ਲੱਗੇ ਉਹ ਆਪਣੀ ਸੋਚ ਨੂੰ ਗੁਰਬਾਣੀ ਦੇ ਸਿਰ ਮੜ ਦੇ ਜੀ, ਗੁਰੂ ਸਾਹਿਬਾਨ ਦੇ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕਰੇ ਆਪਣੀ ਸੋਚ ਨੂੰ ਕਿ ਭਈ ਗੁਰੂ ਸਾਹਿਬ ਕਹਿ ਗਏ ਕਿ ਰੱਬ ਨਹੀਂ ਹੈ ਜੀ। तो ਇਹ ਹੋਨੈਸਟੀ ਤੇ ਨਹੀਂ ਹੈ ਨਾ ਕਿ ਮੈਂ ਕਿਸੇ ਦੇ ਲਿਖੇ ਨੂੰ ਜਾਂ ਕਿਸੇ ਦੀ ਲਿਖੀ ਇੱਕ ਗੱਲ ਨੂੰ ਉਹਦੇ ਵਿੱਚ ਮੈਂ ਆਪਣੀ ਗੱਲ ਪਾ ਕੇ ਤੇ ਮੈਂ ਇਹ ਕਹਾਂ ਕਿ ਇਹ ਗੱਲ ਉਹਨੇ ਕਹੀ ਜੀ। ਇਸ ਵਾਸਤੇ ਮੈਂ ਮਹਿਸੂਸ ਕੀਤਾ ਕਿ ਇੱਥੇ ਗੱਲ ਕਰਨਾ ਜ਼ਰੂਰੀ ਹੈ, ਕਿਉਂਕਿ ਇਹਦੇ ਵਿੱਚ ਕੋਈ ਹੋਨੈਸਟੀ ਨਜ਼ਰ ਨਹੀਂ ਆ ਰਹੀ। ਇੱਕ ਵਿਸ਼ੇਸ਼ ਪ੍ਰਕਾਰ ਦੇ ਸ਼ਬਦਾਂ ਨੂੰ ਚੁਣ ਕੇ
ਉਹਨਾਂ ਨੂੰ ਸਿਰਫ ਪੇਸ਼ ਕਰ ਦੇਣਾ ਤੇ ਹੂੰ ਉਹਦੇ ਮੁਤਾਬਕ ਜਿਹੜਾ ਉਹ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦੇਣਾ। ਔਰ ਦੂਸਰੀ ਤਰਫ ਇਹ ਹੈ ਕਿ ਭਈ ਅਗਰ ਗੱਲ ਚਲੋ ਕੀਤੀ ਭਾਈ ਸਾਹਿਬ ਨੇ ਇਸ ਤਰ੍ਹਾਂ ਦੀ, ਹੂੰ ਜਿਹੜੀ ਕਿ ਕਾਫੀ ਚਿਰ ਤੋਂ ਕਾਮਰੇਡਸ ਕਰ ਰਹੇ ਨੇ, ਹੂੰ ਫਰਕ ਸਿਰਫ ਇੰਨਾ ਸੀ ਕਿ ਉਹ ਆਪਣੇ ਕਾਮਰੇਡ ਫਿਲਾਸਫੀ ਦੇ ਤਹਿਤ ਕਰ ਰਹੇ ਨੇ। ਜੀ ਇਹਨਾਂ ਨੂੰ ਮਜਬੂਰੀ ਸੀ ਕਿਉਂਕਿ ਇਹ ਉਸ ਗੁਰਮਤ ਦੇ ਔਰੇ ਦੇ ਵਿੱਚ ਨੇ, ਉਸ ਖੇਤਰ ਨਾਲ ਜੁੜੇ ਨੇ, ਉਹਨਾਂ ਦਾ ਕਿੱਤਾ ਉਹਦੇ ਨਾਲ ਜੁੜਿਆ ਤੇ ਉਹ ਤੋਂ ਬਾਹਰ ਜਾ ਕੇ ਗੱਲ ਨਹੀਂ ਕਰ ਸਕਦੇ। ਲੇਕਿਨ ਉਹਨਾਂ ਨੇ ਕੀ ਕੀਤਾ ਕਿ ਵੀ ਜੋ ਕੁਝ ਤੋਂ ਸਿੱਖਿਆ, ਜੋ ਕਿਸੇ ਨੇ ਕੰਨ 'ਚ ਪਾਇਆ ਤੇ ਉਹਨਾਂ ਨੇ ਗੁਰਮਤ ਦਾ ਨਾਂ ਦੇ ਕੇ ਉਹਨੂੰ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਹੁਣ ਜਿਹੜੇ ਗੁਰਮਤ ਦਾ ਨਾਂ ਦੇ ਕੇ ਪ੍ਰਚਾਰਨਾ ਸ਼ੁਰੂ ਕੀਤਾ ਤੇ ਸਭ ਤੋਂ ਪਹਿਲਾ ਫਰਜ਼ ਬਣਦਾ ਸੀ ਸਾਡੇ ਵੱਡੇ ਪ੍ਰਚਾਰਕਾਂ ਦਾ, ਸਰਕਾਰ ਪ੍ਰਚਾਰਕਾਂ ਦਾ, ਕਿ ਉਹ ਵੀਡੀਓ ਨਾ ਖੇਡਦੇ ਭਾਈ ਸਾਹਿਬ ਨਾਲ। ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿ ਬਈ ਜਵਾਬ ਦੇਣ ਦੀ ਆਪਣੇ ਢੰਗ ਨਾਲ, ਲੇਕਿਨ ਉਹ ਵੀਡੀਓ ਦਾ ਚੱਕਰ ਸੀ। ਉਹ ਇਸ ਤਰ੍ਹਾਂ ਕਰਦੇ, ਮੈਨੂੰ ਇਹ ਲੱਗਦਾ ਕਿ ਇਸ ਤਰ੍ਹਾਂ ਕਰਦੇ ਜੋ ਕਿ ਇੱਕ ਵਿਚਾਰ ਹੈ, ਇੱਕ ਕੌਮ ਹੈ, ਇੱਕ ਪੰਥ ਹਾਂ, ਅਸੀਂ ਆਪਸ ਵਿੱਚ ਭਾਈ ਹਾਂ। ਉਹਨਾਂ ਨੂੰ ਸਿੱਧਾ ਟੈਲੀਫੋਨ ਕਰਦੇ ਭਾਈ ਸਾਹਿਬ ਨੂੰ ਜਾਂ ਸਿੱਧਾ ਪੱਤਰ ਭੇਜਦੇ ਕਿ ਬਈ ਅਸੀਂ ਬੈਠ ਕੇ ਤੁਹਾਡੇ ਨਾਲ ਵਿਚਾਰ ਕਰਨਾ ਚਾਹੁੰਦੇ ਹਾਂ ਰੱਬ ਦੇ ਬਾਰੇ 'ਚ ਜੀ, ਜੋ ਤੁਸੀਂ ਆਪਣਾ ਪੁਆਇੰਟ ਆਫ ਵਿਊ ਦੇ ਰਹੇ ਹੋ, ਅਸੀਂ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ। ਤੇ ਉਸ ਲਿਹਾਜ਼ ਨਾਲ ਇੱਕ ਬੜੀ ਸੋਹਣੀ ਵਿਚਾਰ ਚਰਚਾ ਸਾਰਿਆਂ ਦੇ ਸਾਹਮਣੇ ਆਉਂਦੀ ਜੀ। ਲੇਕਿਨ ਨਾ ਭਾਈ ਸਾਹਿਬ ਉਹਨਾਂ ਦਾ ਸਾਹਮਣਾ ਕਰਨਾ ਚਾਹੁੰਦੇ ਨੇ ਜੀ, ਤੇ ਨਾ ਉਹ ਭਾਈ ਸਾਹਿਬ ਦਾ ਸਾਹਮਣਾ ਕਰਨਾ ਚਾਹੁੰਦੇ ਨੇ। ਤੇ ਉਹ ਰਿਜ਼ਲਟ ਕੀ ਨਿਕਲਿਆ ਕਿ ਵੀਡੀਓ ਖੇਡੋ ਜੀ। ਤੇ ਜੇ ਮੇਰੇ ਵਰਗਾ ਬੰਦਾ ਭਾਈ ਸਾਹਿਬ ਨੂੰ ਵਾਰ-ਵਾਰ ਅਪਰੋਚ ਕਰਦਾ ਲੈਟਰ ਲਿਖ ਕੇ ਕਿ ਵੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਨਾ ਇਸ ਬਾਰੇ 'ਚ, ਉਹ ਕਹਿੰਦੇ ਵੀ ਤੁਹਾਡੀ ਹੈਸੀਅਤ ਕੀ ਹੈ ਜੀ, ਬਲਕਿ ਸੋਚਦੇ ਹੋਣਗੇ ਤੁਹਾਡੀ ਹੈਸੀਅਤ ਕੀ ਹੈ, ਤੁਹਾਡੇ ਨਾਲ ਗੱਲ ਕਿਉਂ ਕਰੀਏ। ਲੇਕਿਨ ਅਗਰ ਇਹ ਸਟਾਰ ਪ੍ਰਚਾਰਕ ਉਹਨਾਂ ਨੂੰ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ, ਤੇ ਉਹਨਾਂ ਦਾ ਇੱਕ ਦਬਾਅ ਆਉਂਦਾ, ਉਹਨਾਂ ਦੀ ਇੱਕ ਜ਼ਿੰਮੇਵਾਰੀ ਆਉਂਦੀ, ਜਾਂ ਤੇ ਉਤੋਂ ਮੁਕਰਦੇ ਤੇ ਜਾਂ ਨਾਲ ਬੈਠ ਕੇ ਗੱਲ ਕਰਦੇ ਜੀ। ਠੀਕ ਹੈ, ਕਿਤੇ ਨਾ ਕਿਤੇ ਦੋਨਾਂ ਧਿਰਾਂ ਦੇ ਵਿੱਚ ਦੁਵਿਧਾ ਸੀ, ਦੋਨੋਂ ਕਨਫਿਊਜ਼ਡ ਸਨ। ਤੇ ਜਿਹੜੇ ਕਨਫਿਊਜ਼ਨ ਹੋਏ ਨਾ ਬੰਦਾ, ਤੇ ਫਿਰ ਆਪਣੇ ਬੈਠ ਕੇ ਸੇਫ ਪਲੇ ਕਰਦਾ ਆਪਣੀ ਬੜੀ ਜਗ੍ਹਾ ਤੇ ਨਾ, ਫਿਰ ਉਹ ਆਪਣੀ ਮਨਪਸੰਦ ਦਾ ਮੈਦਾਨ ਚੁਣ ਕੇ ਗੱਲ ਕਰਦਾ ਜੀ। ਜਿੱਥੋਂ ਤੱਕ ਮੇਰਾ ਤਾਲੁਕ ਹੈ, ਮੈਂ ਰੇਡੀਓ ਵਿੱਚ ਵੀ ਫੋਨ ਕਰਦਾ ਰਿਹਾ, ਔਰ ਮੈਂ ਇੱਥੋਂ ਤੱਕ ਉਹਨਾਂ ਨੂੰ ਕਿਹਾ, ਅੱਜ ਵੀ ਕਹਿੰਦਾ ਕਿ ਤੁਸੀਂ ਸਾਰੀ ਦੀ ਸਾਰੀ ਆਪਣੀ ਟੀਮ ਇਕੱਠੀ ਕਰ ਲਓ, ਆਲੇ ਦੁਆਲੇ ਜਿਤਨੇ ਵੀ ਤੁਹਾਡੇ ਥਿੰਕ ਟੈਂਕ ਹਨ, ਤੁਸੀਂ ਉਹਨਾਂ ਨੂੰ ਬੁਲਾ ਲਓ ਤੇ ਆਪਾਂ ਵਿਚਾਰ ਰੱਬ ਦੇ ਬਾਰੇ ਕਰ ਲੈਂਦੇ ਹਾਂ, ਤੁਹਾਡੇ ਪਲੇਟਫਾਰਮ ਤੇ ਹੀ ਕਰ ਲੈਂਦੇ ਹਾਂ। ਜੇ ਤੁਸੀਂ ਠੀਕ ਹੋਏ ਇਟਸ ਓਕੇ, ਜੇ ਤੁਸੀਂ ਨਾ ਠੀਕ ਹੋਏ ਤੇ ਸਰੋਤੇ ਦੇਖਣਗੇ, ਫੈਸਲਾ ਕਰਨਗੇ। ਤਾਂ ਇਸ ਵਾਸਤੇ ਮੈਂ ਕਾਫੀ ਦੇਰ ਤੋਂ ਇਹ ਟਰਾਈ ਕਰਨ ਤੋਂ ਬਾਅਦ ਮੈਂ ਸੋਚਿਆ ਕਿ ਕਿਉਂ ਨਾ ਇਹਦੇ ਵਿੱਚ ਥੋੜੀ ਪਰਚੋਲ ਕੀਤੀ ਹੈ। ਤੁਹਾਨੂੰ ਕੀ ਲੱਗਦਾ ਜੰਮੂ ਸਾਹਿਬ ਜਿਹੜੇ ਇਹ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਨ੍ਹਾਂ ਦੇ ਬਾਰੇ ਤੁਸੀਂ ਗੱਲਬਾਤ ਕਰਦੇ ਆ, ਵੀ ਤੁਸੀਂ ਉਹਨਾਂ ਤੱਕ ਜਿਹੜਾ ਆਪਣਾ ਮੈਸੇਜ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚਾਇਆ, ਚਾਹੇ ਲੈਟਰ ਲਿਖੇ ਆ ਜਾਂ ਸੋਸ਼ਲ ਮੀਡੀਆ ਰਾਹੀਂ, ਵੀ ਆਓ ਭਾਈ ਇਸ ਵਿਸ਼ੇ ਤੇ ਆਪਾਂ ਬਹਿ ਕੇ ਵਿਚਾਰ ਕਰਦੇ ਹਾਂ, ਵੀ ਕਿਉਂਕਿ ਇਹ ਵਿਸ਼ਾ ਗੁਰਮਤ ਦਾ ਵਿਸ਼ਾ ਆ, ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਵਿਸ਼ਾ ਆ, ਸਾਡੀ ਕੌਮ ਦੇ ਨਾਲ ਸੰਬੰਧਿਤ ਵਿਸ਼ਾ ਆ। ਇਸ ਕਰਕੇ ਵੀ ਜਿਹੜੀ ਤੁਹਾਡੀ ਕੋਈ ਵੀ ਤੁਸੀਂ ਸਟੇਟਮੈਂਟ ਦਿੰਦੇ ਆ, ਉਹ ਸਟੇਟਮੈਂਟ ਦਾ ਸਾਡਾ ਪੂਰਾ ਹੱਕ ਬਣਦਾ ਵੀ ਉਸ ਸਟੇਟਮੈਂਟ ਨੂੰ ਅਸੀਂ ਕਿਸ ਤਰ੍ਹਾਂ ਦੇਖਣਾ ਜਾਂ ਉਹਦਾ ਜਵਾਬ ਦੇਣਾ ਗੁਰਮਤ ਦੇ ਨਜ਼ਰੀਏ ਵਿੱਚ ਰਹਿ ਕੇ। ਇਸ ਕਰਕੇ ਤੁਹਾਨੂੰ ਜ਼ਰੂਰ ਬੈਠਣਾ ਚਾਹੀਦਾ ਆ। ਤੁਹਾਨੂੰ ਕੀ ਲੱਗਦਾ ਵੀ ਉਹ ਤੁਹਾਡੇ ਨਾਲ ਜਿਹੜਾ ਬੈਠਣ ਤੋਂ ਥੋੜਾ ਜਿਹਾ ਪਾਸਾ ਵੱਟਦੇ ਆ, ਉਹਦਾ ਕੀ ਕਾਰਨ ਹੋ ਸਕਦਾ ਵੀ ਕੀ ਉਹ ਨਿਰਾ ਜਿਹੜਾ ਇਹ ਵਿਆਖਿਆ ਜਿਹੜੀ ਉਹ ਗੁਰਮਤ ਤੋਂ ਪਾਸੇ ਹਟ ਕੇ ਕਰ ਰਹੇ, ਤਾਂ ਉਹਨਾਂ ਦੇ ਅੰਦਰ ਡਰ ਆ ਵੀ ਜੇ ਅਸੀਂ ਇਹਨਾਂ ਨਾਲ ਬਹਿ ਗਏ ਵੀ ਗੁਰਮਤ ਦੇ ਹਿਸਾਬ ਨਾਲ ਜੰਮੂ ਸਾਹਿਬ ਨੇ ਗੱਲ ਕਰਨੀ ਹੈ, ਸਾਡੇ ਕੋਲ ਗੁਰਮਤ ਹੈ ਨਹੀਂ, ਇਹ ਉਹਨਾਂ ਦੇ ਮਨ ਦੇ ਵਿੱਚ ਹੈ, ਜਾਂ ਕੋਈ ਉਦਾਂ ਕੋਈ ਹੋਰ ਹੈਗਾ ਆ ਵੀ ਕੋਈ ਦਬਾਅ ਆ ਉਹਨਾਂ ਥੱਲੇ ਵੀ ਤੁਸੀਂ ਕਿਸੇ ਨਾਲ ਵੀ ਨਹੀਂ ਬੈਠਣਾ? ਦੇਖੋ, ਮੈਂ ਜਿੱਥੋਂ ਤੱਕ ਸਮਝਣਾ ਇਲਜ਼ਾਮ ਤਰਾਸ਼ੀ ਤੇ ਕਿਸੇ ਨੂੰ ਇੱਕ ਪੁਆਇੰਟ ਨਹੀਂ ਹੋਣਾ ਚਾਹੀਦਾ। ਮੈਂ ਜਿੱਥੋਂ ਤੱਕ ਸਮਝਣਾ ਕਿ ਉਹਨਾਂ ਵਿੱਚ ਕੌਨਫੀਡੈਂਸ ਦੀ ਕਮੀ ਹੈ। ਕੌਨਫੀਡੈਂਸ ਦੀ ਕਮੀ ਇਸ ਵਾਸਤੇ ਹੈ ਕਿਉਂਕਿ ਉਹ ਹਮੇਸ਼ਾ ਮੈਨੇਜਡ ਰੂਪ ਦੇ ਨਾਲ ਆਪਣੀ ਗੱਲ ਕਹਿੰਦੇ ਨੇ ਜੀ। ਆਪਣਾ ਕੈਮਰਾ, ਆਪਣੇ ਬੰਦੇ, ਆਪਣੇ ਪ੍ਰਸ਼ਨ, ਆਪਣੀਆਂ ਗੱਲਾਂ, ਤੇ ਜਿਹਨੂੰ ਮੈਨੇਜਡ ਰੂਪ ਦੇ ਨਾਲ, ਆਰਗੇਨਾਈਜ਼ਡ ਲੈਵਲ ਨਾਲ, ਆਰਕੈਸਟ੍ਰੇਟਡ ਰੂਪ ਦੇ ਨਾਲ ਜਿਹਨੂੰ ਗੱਲ ਕਰਨ ਦੀ ਆਦਤ ਪੈ ਜਾਏ ਨਾ, ਉਹ ਫਿਰ ਸੰਜੀਦਾ ਵਿਚਾਰ ਦੇ ਵਿੱਚ ਨਹੀਂ ਜਾਂਦਾ, ਉਹਨੂੰ ਝਾਕਾ ਆਉਂਦਾ, ਉਹਦੇ ਵਿੱਚ ਕੌਨਫੀਡੈਂਸ ਨਹੀਂ ਹੁੰਦਾ। ਹੁਣ ਮੈਨੂੰ ਹੈ, ਸਪੋਜ਼ ਕਰੋ ਮੈਂ ਇੱਕ ਵਿਚਾਰ ਵਿੱਚ ਜਾਣਾ ਚਾਹੁੰਦਾ, ਕਿਸੇ ਨਾਲ ਵੀ ਜਾ ਸਕਦਾ, ਮੈਂ ਇਹ ਸੋਚ ਕੇ ਜਾਵਾਂਗਾ ਕਿ ਠੀਕ ਹੈ ਸਾਹਮਣੇ ਵਾਲੇ ਦੀ ਗੱਲ ਸਹੀ ਹੋਈ ਤੇ ਮੈਂ ਉਹਨੂੰ ਮੰਨ ਲਾਂਗਾ, ਵੈਰੀ ਸਿੰਪਲ। ਲੇਕਿਨ ਅਗਰ ਮੈਂ ਬੜਾ ਆਪਣਾ ਇੰਪ੍ਰੈਸ਼ਨ ਬਣਾਇਆ ਦਾ ਹੋਵੇ, ਬੜਾ ਆਪਣਾ ਆਪਣੇ ਵਿਦਵਾਨ ਕਹਿੰਦਾ ਹੋਵਾਂ, ਮੇਰਾ ਦਾ ਬੜਾ ਉੱਚਾ ਹੋਵੇ, ਤੇ ਫਿਰ ਕਿਤੇ ਨਾ ਕਿਤੇ ਮੇਰੇ ਦਿਲ ਦੇ ਵਿੱਚ ਆ ਜਾਏਗਾ ਕਿ ਯਾਰ ਅਗਰ ਮੈਂ ਗਲਤ ਸਾਬਤ ਹੋ ਗਿਆ ਜਾਂ ਮੇਰੇ ਕੋਲ ਗੱਲ ਨਾ ਹੋਈ ਪ੍ਰੋਪਰ, ਤੇ ਮੇਰਾ ਕੀ ਬਣੇਗਾ। ਉਹ ਇੱਕ ਡਰ ਜਿਹੜਾ ਨਾ, ਉਹ ਇੱਕ ਡਰ
ਵੱਡੇ ਪ੍ਰਚਾਰਕਾਂ ਨੂੰ ਵੀ ਈਵਨ ਉਹਨਾਂ ਨੂੰ ਵੀ ਸਤਾਉਂਦਾ। ਜੀ 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 ਜੀ। ਇਸ ਕਰਕੇ ਉਹ ਆਪਣੇ ਬੜੀ ਥਾਂ ਬੈਠ ਕੇ ਮੋਨੋ ਡਾਇਲੌਗ ਕਰੀ ਜਾਂਦੇ ਨੇ, ਲੇਕਿਨ ਸਾਹਮਣੇ ਆਉਣ ਦੀ ਜਿਹੜੀ ਉਹ ਹਿੰਮਤ ਉਹਨਾਂ ਦੇ ਵਿੱਚ ਨਹੀਂ ਹੁੰਦੀ। ਉਹ ਅੱਛਾ, ਇਹ ਜੰਮੂ ਸਾਹਿਬ ਇੱਕ ਸਵਾਲ ਹੋਰ ਬਣਦਾ ਇੱਥੇ ਮੇਰਾ, ਵੀ ਜਿਹੜਾ ਤੁਸੀਂ ਭਾਈ ਰਣਜੀਤ ਸਿੰਘ ਨੂੰ ਤੁਸੀਂ ਕਹਿੰਦੇ ਆ, ਤੁਸੀਂ ਲੈਟਰ ਵਗੈਰਾ ਲਿਖੇ ਆ, ਉਹਨਾਂ ਤੱਕ ਤੁਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆ, ਵੀ ਜਿਹੜਾ ਤੁਸੀਂ ਅਕਾਲ ਪੁਰਖ ਨੂੰ ਜਿਹੜਾ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦੇ ਆ, ਜਾਂ ਤੁਸੀਂ ਉਹਦੀ ਵਿਆਖਿਆ ਦੇ ਰਹੇ ਆ, ਵੀ ਮੈਂ ਉਹਦੇ ਬਾਅਦ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ। ਕੀ ਤੁਸੀਂ ਇਹ ਉਪਰਾਲਾ ਤੁਹਾਨੂੰ ਲੱਗਦਾ ਜਿਹੜੇ ਮਿਸ਼ਨਰੀ ਕੁਝ ਪ੍ਰਚਾਰਕ ਆ, ਵੀ ਉਹਨਾਂ ਨੂੰ ਤੁਹਾਨੂੰ ਲੱਗਦਾ ਵੀ ਉਹ ਵੀ ਇਹ ਪੱਖ ਤੋਂ ਵੀ ਜਿਹੜੀ ਵਿਆਖਿਆ ਠੀਕ ਨਹੀਂ ਕਰ ਰਹੇ? ਮੇਰੇ ਕਹਿਣ ਦਾ ਮਤਲਬ ਕਦੀ ਕਿ ਤੁਸੀਂ ਜਿਹੜੇ ਆਪਣੇ ਜਿਹੜੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਾਲੇ ਆ, ਜਿਨ੍ਹਾਂ ਨਾਲ ਜ਼ਿਆਦਾ, ਕਿਉਂਕਿ ਅਸੀਂ ਉਹਨਾਂ ਨਾਲ ਜੁੜੇ ਸੀਗੇ ਤੇ ਜ਼ਿਆਦਾ ਉਹਨਾਂ ਨੂੰ ਮੰਨਿਆ ਜਾਂਦਾ ਵੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰਕ ਆ, ਵੀ ਉਹ ਥੋੜੀ ਜਿਹੀ ਅਗਾਂਹ ਦੀ ਗੱਲ ਕਰਦੇ ਆ, ਵੀ ਗੁਰਬਾਣੀ ਨੂੰ ਹੋਰ ਖੋਲ ਕੇ ਉਹ ਪੇਸ਼ ਕਰਦੇ ਆ। ਇਹ ਵੀ ਨੋ ਡਾਊਟ ਵਧੀਆ ਪ੍ਰਚਾਰਕ ਆ, ਵਧੀਆ ਕੰਮ ਕਰ ਰਿਹਾ। ਕੀ ਜੇ ਤੁਸੀਂ ਉਹਨਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਦੇ ਮੇਨ ਬੁਲਾਰੇ ਆ ਜਾਂ ਮੇਨ ਪ੍ਰਚਾਰਕ ਆ, ਵੀ ਆਓ ਆਪਾਂ ਇਸ ਵਿਸ਼ੇ ਤੇ ਵਿਚਾਰ ਕਰੀਏ? ਮੈਂ ਤੁਹਾਡੇ ਇਹਨਾਂ ਵਿਚਾਰਾਂ ਨਾਲ ਸਹਿਮਤ ਨਹੀਂ, ਵੀ ਜਿੱਦਾਂ ਤੁਸੀਂ ਅਕਾਲ ਪੁਰਖ ਦੇ ਸੰਕਲਪ ਨੂੰ ਲੈ ਕੇ ਚੱਲਦੇ ਆ ਜਾਂ ਜਿੱਦਾਂ ਉਹਦੀ ਵਿਆਖਿਆ ਕਰਦੇ ਆ। ਜੀ ਦੇਖੋ, ਉਸ ਤਰ੍ਹਾਂ ਦੀ ਮੈਂ ਐਸ ਸੱਚ ਉਹਨਾਂ ਨਾਲ ਤੇ ਟੂ ਬੀ ਵੈਰੀ ਹੋਨੈਸਟ ਐਸ ਸੱਚ ਹੋਰ ਵਿਸ਼ਿਆਂ ਦੇ ਉੱਪਰ ਕੁਝ ਮੈਂ ਗੱਲ ਕੀਤੀ ਹੈ, ਲੇਕਿਨ ਇਸ ਬਾਰੇ ਗੱਲ ਨਹੀਂ ਕੀਤੀ। ਅਲਬੱਤਾ ਉਹਨਾਂ ਦੇ ਭਾਈ ਸਾਹਿਬ ਦੇ ਇਸ ਰੱਬ ਬਾਰੇ ਗੱਲ ਕਰਨ ਤੋਂ ਬਾਅਦ ਜਿਹੜਾ ਮੈਂ ਰਿਸਪਾਂਸ ਉਹਨਾਂ ਦਾ ਸੁਣਿਆ, ਵਿਸ਼ੇਸ਼ ਤੌਰ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਾਲੇ ਪਾਸਿਓਂ ਜੀ, ਪੰਥ ਪ੍ਰੀਤ ਰਾਂ ਨੂੰ ਵੀ ਸੁਣਿਆ ਮੈਂ, ਜਿਹੜਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਜਿਹੜੇ ਸਟਾਰ ਪ੍ਰਚਾਰਕ ਨੇ ਆਪਣੇ ਸਰਬਜੀਤ ਸਿੰਘ ਹੋਰੀ, ਧੁੰਦਾ ਹੋਰੀ, ਉਹਨਾਂ ਦੇ ਵੱਲੋਂ ਮੈਂ ਸੁਣਿਆ। ਤੇ ਮੈਂ ਤੁਹਾਨੂੰ ਉਹਦਾ ਤੁਸੀਂ ਕਲਿੱਪ ਵੀ ਚਲਾਓ, ਅਗਰ ਮੇਰੀ ਬੇਨਤੀ ਹੈ, ਰਿਕੁਐਸਟ ਹੈ ਕਿ ਭਾਈ ਸਾਹਿਬ ਦਾ ਤੇ ਉਹਨਾਂ ਦਾ ਇਕੱਠਾ ਹੀ ਕਲਿੱਪ ਚਲਾ ਲਓ ਤਾਂ ਕਿ ਅਸੀਂ ਗੱਲ ਕਰੀਏ। ਉਹਨਾਂ ਨੂੰ ਮੈਂ ਸੁਣਿਆ ਤੇ ਮੈਨੂੰ ਇਹ ਲੱਗਾ ਕਿ ਗੁਰਬਾਣੀ ਦੇ ਪੱਖੋਂ ਤੇ ਉਹ ਠੀਕ ਨੇ ਵੀ ਰੱਬ ਦੀ ਹੋਂਦ ਨੂੰ ਮੰਨਦੇ ਨੇ, ਲੇਕਿਨ ਉਹ ਜਿਸ ਪਲੇਟਫਾਰਮ ਤੇ ਜਿਸ ਪਲਾਂਗ ਤੇ ਖੜੇ ਹੋ ਕੇ ਭਾਈ ਸਾਹਿਬ ਦਾ ਜਵਾਬ ਦੇਣ ਦਾ ਕੋਸ਼ਿਸ਼ ਕਰ ਰਹੇ ਸੀ, ਉਹ ਆਪ ਉਹਦੇ ਬਾਰੇ ਵਿੱਚ ਥੋੜਾ ਜਿਹਾ ਕਨਫਿਊਜ਼ਡ ਸੀਗੇ। ਕਨਫਿਊਜ਼ਡ ਇਨ ਸੈਂਸ ਕਿ ਇਹ ਕਨਫਿਊਜ਼ਨ ਨਹੀਂ ਉਹਨਾਂ ਵਿੱਚ ਕਿ ਕੋਈ ਰੱਬ ਨਹੀਂ ਹੈ। ਹੀ ਇਜ਼ ਵੈਰੀ ਮਚ ਅੱਛੇ, ਬੜੇ ਅੱਛੇ ਉਦਾਹਰਨ ਵੀ ਉਹਨਾਂ ਨੇ ਦਿੱਤੇ, ਲੇਕਿਨ ਜਿੱਥੇ ਇੱਕ ਪ੍ਰੋਪਰ ਕਾਊਂਟਰ ਦੀ ਗੱਲ ਜਿੱਥੇ ਆਈ ਨਾ, ਪ੍ਰੋਪਰ ਐਕਸਪਲੇਨ ਕਰਨ ਦੀ ਗੱਲ, ਉੱਥੋਂ ਲੱਗਦਾ ਕਿ ਉਹ ਰੱਬ ਨੂੰ ਅੱਛੀ ਤਰ੍ਹਾਂ ਜਿਹੜਾ ਜਿੰਨਾ ਕੋਈ ਗੁਰਬਾਣੀ ਦੇ ਹਿਸਾਬ ਨਾਲ ਜੋ ਉਹਨੂੰ ਐਕਸਪਲੇਨ ਕਰਨਾ ਚਾਹਦਾ ਸੀ, ਉੱਥੇ ਕਿਤੇ ਉਹਨਾਂ ਨੂੰ ਵੀ ਥੋੜਾ ਜਿਹਾ ਕਨਫਿਊਜ਼ਨ ਹੈ, ਜਿਹਦੇ ਨਾਲ ਪ੍ਰੋਪਰ ਜਵਾਬ ਨਹੀਂ ਦੇ ਪਾਏ। ਅੱਛਾ, ਤੁਸੀਂ ਇਹੀ ਕਾਰਨ ਹੈ ਕਿ ਉਹਨਾਂ ਨੇ ਸਿੱਧਾ ਡਾਇਰੈਕਟ ਇਹਨਾਂ ਸਾਰੇ ਪ੍ਰਚਾਰਕਾਂ ਨੇ ਮਿਲ ਕੇ ਭਾਈ ਸਾਹਿਬ ਨੂੰ ਅਪਰੋਚ ਨਹੀਂ ਕੀਤਾ ਸਿੱਧੇ ਤੌਰ ਉੱਪਰ, ਵੀ ਆਓ ਸੀ ਸਾਰੇ ਬੈਠ ਕੇ ਪਬਲਿਕਲੀ ਗੱਲਬਾਤ ਕਰਨੇ ਆ। ਜੀ 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 ਜੀ। ਚਾਹੀਦੀ ਸੀ, ਵੈਸੇ ਫਰਜ਼ ਬਣਦਾ ਸੀ ਇਹਨਾਂ ਦਾ, ਵੀ ਜੇ ਕੋਈ ਡੇਰੇਦਾਰ ਇਦਾਂ ਦੀ ਗੱਲਬਾਤ ਕਰਦਾ ਤਾਂ ਉਹਨੂੰ ਇਹ ਚੈਲੰਜ ਕਰਦੇ ਆ ਵੀ ਆਓ ਬਹਿ ਕੇ ਵਿਚਾਰ ਕਰੀਏ, ਜਾਂ ਉਹਨੂੰ ਜਵਾਬ ਦਿੰਦੇ ਆ। ਤੇ ਉਦੋਂ ਵੈਸੇ ਕੋਸ਼ਿਸ਼ ਤਾਂ ਬੜੀਆਂ ਕੀਤੀਆਂ ਸੀਗੀਆਂ ਸਾਰੇ ਪ੍ਰਚਾਰਕਾਂ ਤੱਕ ਵੀ ਆਓ ਤੁਸੀਂ ਇਹਨੂੰ ਭਾਈ ਸਾਹਿਬ ਨੂੰ ਜਵਾਬ ਦਿਓ, ਤੇ ਉਦੋਂ ਇਹ ਥੋੜਾ ਪਾਸਾ ਵੱਟ ਗਿਆ। ਚਲੋ ਇਹਨਾਂ ਦੀ ਖੁਸ਼ੀ। ਤੇ ਆਪਾਂ ਤੁਸੀਂ ਮੈਨੂੰ ਕਲਿੱਪ ਭੇਜਿਓ ਆ, ਤੇ ਉਹ ਪਹਿਲਾਂ ਕਿਹੜਾ ਕਲਿੱਪ ਚਲਾ ਕੇ ਤੁਸੀਂ ਉੱਤੇ ਗੱਲਬਾਤ ਕਰਨੀ ਚਾਹੁੰਦੇ, ਜਿਹੜਾ ਆਪਣੇ ਆਸਟ੍ਰੇਲੀਆ ਭਾਈ ਰਣਜੀਤ ਸਿੰਘ ਦੀ ਗੱਲਬਾਤ ਤੁਸੀਂ ਉਹ ਚਲਾਵਾਂ ਪਹਿਲਾਂ? ਨਹੀਂ, ਪਹਿਲਾਂ ਤੁਸੀਂ ਮੇਰੇ ਖਿਆਲ ਚਲਾ ਲਓ ਜਿੱਥੇ ਆਪਣੇ ਭਾਈ ਸਾਹਿਬ ਦਾ ਔਰ ਸਰਬਜੀਤ ਸਿੰਘ ਜੀ ਦਾ ਇਕੱਠਾ ਇੱਕ ਕਲਿੱਪ ਹੈ। ਠੀਕ ਹੈ, ਜਿਹਦੇ ਵਿੱਚ ਹਾਂ ਇਕੱਠਾ ਕਲਿੱਪ ਹੈ ਉਹ, ਜਿਹਦੇ ਵਿੱਚ ਉਹ ਦੋਵੇਂ ਗੱਲ ਕਰ ਰਹੇ ਨੇ। ਠੀਕ ਹੈ, ਤੁਸੀਂ ਚਲਾ ਦਿਓ। ਭਾਈ ਸਾਹਿਬ ਆਪਣੀ ਗੱਲ ਕਹਿ ਰਹੇ ਨੇ, ਉਸ ਤੋਂ ਬਾਅਦ ਧੁੰਦਾ ਸਾਹਿਬ ਆਪਣੀ ਗੱਲ ਕਹਿੰਦੇ। ਠੀਕ ਹੈ, ਇੱਕ ਮਿੰਟ ਮੈਂ ਚਲਾ ਕੇ ਚਲਾਉਣਾ ਦੋਵਾਂ ਦਾ ਵੀ ਕੀ। ਹਾਂਜੀ ਹਾਂਜੀ, ਮੈਂ ਚਲਾ ਕੇ ਦੇਖਦਾ। ਹਾਂਜੀ, ਆ ਸੁਣਿਓ ਜੀ। ਪੜਨ ਵਾਲੇ ਪੜ੍ਹੇ ਲਿਖੇ ਬਹੁਤ ਵਾਰ ਗੱਲ ਕਰਤੀ ਮੈਂ, ਹਰ ਕਰੂ ਹਰ ਥਾਂ। ਸੁਣੋ, ਜੋਗੀ ਗੋਰਖ ਕਰੇ, ਜੋਗੀ ਕਹਿੰਦੇ ਆ ਗੋਰਖ ਨੂੰ ਗੁਰੂ ਮੰਨਦੇ ਆ। ਹਿੰਦੂ ਰਾਮ ਨਾਮ ਉਚਰੇ, ਹਿੰਦੂ ਕਹਿੰਦੇ ਰਾਮ ਹੈ, राम का नाम लेंदे कि नहीं लेंदे? अच्छा, मुसलमान का एक खुदाए, मुसलमान कहते एक खुदा। सिख की कहते ने अज भला पढ़े लिखे प्रचारक साडे जागरूक प्रचारक भी की कहते ने कि रब एक कहते ने ना। मुसलमान कहते ने खुदा एक है, फिर तेरे ते मुसलमानां च की फर्क है? ये थ्योरी ते उन्होंने भी दी है। रब एक है, एक रब है। ध्यान नाल सुनियो, मुसलमान भी कहते हैं एक रब है। फिर सुनो, जोगी गोरख करे, हिंदू राम नाम उचरे, मुसलमान का एक खुदाए। पर कबीर जी
ਕਹਿੰਦੇ ਸਾਡਾ ਰੱਬ ਉਹ ਹੈ ਕਬੀਰ ਦਾ ਸਵਾਮੀ ਰਹਿਆ ਸਮਾਏ। ਜਦੋਂ ਕਿਹਾ ਨਾ ਸਮਾਇਆ ਹੋਇਆ ਹੈ, ਉਹ ਮੇਰਾ ਰੱਬ ਉਹ ਹੈ ਜਿਹੜਾ ਸਮਾਇਆ ਹੋਇਆ ਹੈ। ਇਹਦਾ ਮਤਲਬ ਮੇਰੇ ਵਿੱਚ ਵੀ, ਬੋਲੋ ਯਾਰ, ਬਾਹਰ ਵੀ ਸਮਾਇਆ ਤੇ ਮੇਰੇ ਹੋਏ। ਹੁਣ ਰਾਮਈਆ ਸ਼ਬਦ ਪਤਾ ਕਿਉਂ ਵਰਤਿਆ? ਭਗਤ ਕਬੀਰ ਜੀ ਉਸ ਰੱਬ ਦੇ ਪਾਸ਼ਕਾ ਜਿਹੜਾ ਰਮਿਆ ਹੋਇਆ ਵਾ, ਇੱਕ ਥਾਂ ਤੇ ਨਹੀਂ ਬੈਠਾ, ਜਿਹੜਾ ਤੁਹਾਡੇ ਚ ਵੀ ਆ, ਸਾਡੇ ਚ ਵੀ ਆ, ਸਾਰਿਆਂ ਚ ਆ। ਹਾਂਜੀ, ਆਪਾਂ ਪਹਿਲਾਂ ਭਾਈ ਰਣਜੀਤ ਸਿੰਘ ਦਾ ਤੁਸੀਂ ਕਲਿੱਪ ਸੁਣਿਆ ਤੇ ਨਾਲ ਹੀ ਇੱਕ ਕਲਿੱਪ ਅਸੀਂ ਤੁਹਾਨੂੰ ਭਾਈ ਸਰਬਜੀਤ ਸਿੰਘ ਦਾ ਸੁਣਾਉਣ ਲੱਗੇ ਹਾਂ। ਉਸ ਤੋਂ ਬਾਅਦ ਜੰਮੂ ਸਾਹਿਬ ਹੁਣੀ ਉਹਨਾਂ ਦਾ ਜਿਹੜਾ ਆ ਜਵਾਬ ਉਹ ਦੇਣਗੇ। ਹਾਂਜੀ, ਜਿਹੜਾ ਘੱਟ ਹਰ ਜੂ ਬਸੇ ਵਾਲੀ ਗੱਲ ਹੈ, ਜਿਹੜਾ ਸਭ ਗੋਬਿੰਦ ਹੈ, ਸਭ ਗੋਬਿੰਦ ਇੱਕ ਥਾਂ ਤੇ ਨਹੀਂ ਬੈਠਾ, ਸਰਵ ਵਿਆਪਕ ਹੈ। ਜਦੋਂ ਮੁਸਲਮਾਨ ਇੱਕ ਨੂੰ ਕਹਿੰਦਾ ਨਾ, ਉਹ ਇੱਕ ਅੱਲਾ ਦੀ ਜ਼ਰੂਰ ਗੱਲ ਕਰਦਾ ਪਰ ਉਹ ਇੱਕ ਥਾਂ ਤੇ ਮੰਨਦਾ। ਤਾਂ ਭਗਤ ਨਾਮਦੇਵ ਜੀ ਨੂੰ ਹਿੰਦੂ ਅੰਨਾ ਤੇ ਤੁਰਕੂ ਕਾਣਾ ਸ਼ਬਦ ਵਰਤਣਾ ਪਿਆ ਸੀ। ਜਿਹੜੇ ਸਟੇਟ ਵਿਚਾਰਾਂ ਦਿੰਦੇ ਆ ਨਾ ਵੀ ਮੁਸਲਮਾਨ ਵੀ ਇੱਕ ਨੂੰ ਮੰਨਦਾ, ਅਸੀਂ ਵੀ ਇੱਕ ਨੂੰ ਮੰਨਦੇ, ਕੀ ਫਰਕ ਹੈ? ਆਹ ਫਰਕ ਹੈ। ਜਿਹੜੇ ਵਿਆਖਿਆ ਚ ਇਹ ਗੱਲਾਂ ਕਰਦੇ ਆ ਨਾ ਵੀ ਮੁਸਲਮਾਨ ਵੀ ਇੱਕ ਨੂੰ ਮੰਨਦਾ, ਹਿੰਦੂ ਤਿੰਨ ਨੂੰ ਮੰਨਦੇ ਆ, ਮੁਸਲਮਾਨ ਇੱਕ ਨੂੰ ਮੰਨਦਾ, ਸਿੱਖ ਵੀ ਇੱਕ ਨੂੰ ਮੰਨਦਾ, ਕੀ ਫਰਕ ਹੈ? ਫਰਕ ਆ ਹੈ, ਉਹ ਇੱਕ ਨੂੰ ਮੰਨਦਾ ਹੈ ਪਰ ਇੱਕ ਥਾਂ ਤੇ ਮੰਨਦਾ ਹੈ। ਗੁਰਬਾਣੀ ਇੱਕ ਨੂੰ ਮੰਨਦੀ ਹੈ ਪਰ ਸਰਬ ਵਿਆਪਕ ਮੰਨਦੀ ਹੈ। ਆਹ ਫਰਕ ਹੈ। ਹੁਣ ਮੁਸਲਮਾਨ ਬਾਰੇ ਇਹ ਵਿਚਾਰ ਹੈ, ਪੜ੍ਹ ਕੇ ਵੇਖ ਲਓ। ਜਦੋਂ ਅਸੀਂ ਗੁਰਬਾਣੀ ਪੜ੍ਹਦੇ, ਹਿੰਦੂ ਅੰਨਾ ਤੁਰਕੂ ਕਾਣਾ, ਹਿੰਦੂ ਨੂੰ ਅੰਨਾ ਸ਼ਬਦ ਵਰਤਿਆ ਉੱਥੇ। ਅੰਨਾ ਮੀਨਿੰਗ ਇਹਦੇ ਕੋਲ ਦੋਵੇਂ ਅੱਖਾਂ ਹੈ ਨੇ, ਤੇ ਤੁਰਕੂ ਨੂੰ ਕਾਣਾ ਕਿਹਾ। ਦੋ ਅੱਖਾਂ ਤਾਂ ਕਿਹਾ, ਕਹਿੰਦੇ ਇੱਕ ਬੰਨੇ ਆਪਣੇ ਦੇਵੀ ਦੇਵਤੇ ਤੇ ਹਾਸੇ ਵਾਲੀਆਂ ਸਾਖੀਆਂ ਕੱਢਦਾ, ਦੂਜੇ ਬੰਨੇ ਆਪਣੇ ਭਗਵਾਨ ਨੂੰ ਇੱਕ ਥਾਂ ਤੇ ਮੰਨਦਾ ਵੀ ਇਹ ਮੰਦਿਰ ਚ ਹੀ ਇਕੱਲਾ ਹੈਗਾ। ਇਸ ਕਰਕੇ ਇਹਨੇ ਆਪਣੀਆਂ ਦੋਵੇਂ ਅੱਖਾਂ ਗਵਾ ਲਈਆਂ। ਤੁਰਕੂ ਨੂੰ ਕਾਣਾ ਤਾਂ ਕਿਹਾ, ਕਹਿੰਦਾ ਮੰਨਦਾ ਇੱਕ ਨੂੰ ਹੀ ਹੈ ਪਰ ਮੰਨਦਾ ਇਹ ਵੀ ਮੱਕੇ ਚ ਹੀ ਹੈ, ਇੱਕ ਅੱਖ ਇਹਦੀ ਵੀ ਹੈ ਨਹੀਂ। ਦੋਵਾਂ ਤੇ ਗਿਆਨੀ ਸਿਆਣਾ। ਹੁਣ ਦੋਵਾਂ ਤੇ ਗਿਆਨੀ ਸਿਆਣਾ ਦਾ ਅਰਥ ਕੀ ਹੈ? ਵੀ ਜਿਹਨੇ ਭੀੜੀ ਪਜਾਮੀ ਪਾਈ ਹੋਵੇ ਉਹ ਗਿਆਨੀ ਸਿਆਣਾ। ਬੋਲੋ ਜੀ। ਉਹ ਪੈਂਟ ਕੋਟ ਵਾਲਾ ਵੀ ਹੋ ਸਕਦਾ, ਉਹ ਪੈਂਟ ਕਮੀਜ਼ ਵਾਲਾ ਵੀ ਹੋ ਸਕਦਾ, ਉਹ ਧੋਤੀ ਵਾਲਾ ਵੀ ਹੁੰਦਾ, ਉਹ ਬੋਦੀ ਵਾਲਾ ਵੀ ਹੁੰਦਾ, ਉਹ ਕਸ਼ਹਿਰੇ ਚੋਲੇ ਵਾਲਾ ਵੀ ਹੁੰਦਾ, ਕੋਈ ਵੀ ਹੁੰਦਾ। ਗਿਆਨੀ ਮਿਲਣ ਜਿਹਨੂੰ ਸਮਝ ਆ ਗਈ, ਗਿਆਨ ਆ ਗਿਆ। ਦੋਵਾਂ ਤੇ ਗਿਆਨੀ ਸਿਆਣਾ। ਕਿਉਂਕਿ ਹਿੰਦੂ ਪੂਜੇ ਦਿਓਰਾ, ਮੁਸਲਮਾਨ ਮਸੀਤ ਤੇ ਨਾਮੇ ਸੋਈ ਸੇਵਿਆ ਜੇ ਦਿਓਰਾ ਨਾ ਮਸੀਤ। ਨਾਮਦੇਵ ਤੇ ਉਹਦੇ ਨਾਲ ਜੁੜਿਆ ਜਿਹੜਾ ਮੰਦਿਰ ਤੇ ਮਸਜਿਦ ਦੀ ਕੈਦ ਤੋਂ ਬਾਹਰ ਆ। ਹੁਣ ਕਿਸੇ ਹਿੰਦੂ ਵੀਰ ਨੂੰ ਇਹ ਪੁੱਛੋ ਤੂੰ ਕਿੱਥੇ ਜਾਣਾ, ਕਹਿੰਦਾ ਭਗਵਾਨ ਦੇ ਦਰਸ਼ਨ ਕਰਨ। ਹਿੰਦੂ ਮੁਸਲਮਾਨ ਭਰਾ ਨੂੰ ਪੁੱਛੋ, ਕਹਿੰਦਾ ਮੈਂ ਅੱਲਾ ਜਾਰਤ ਕਰਨ ਜਾਣਾ, ਮੈਂ ਮੱਕੇ ਜਾਣਾ, ਮੈਂ ਅੱਲਾ ਨੂੰ ਮਿਲਣ ਜਾਣਾ। ਜੇ ਸਿੱਖ ਵੀ ਇਹ ਸ਼ਬਦ ਕਵੇ ਕਿ ਮੈਂ ਆਪਣੇ ਰੱਬ ਨੂੰ ਗੁਰਦੁਆਰੇ ਮਿਲਣ ਜਾਣਾ, ਫਿਰ ਸਾਡੇ ਤੇ ਉਹਨਾਂ ਤੇ ਕੋਈ ਫਰਕ ਨਹੀਂ। ਅਸੀਂ ਰੱਬ ਨੂੰ ਮਿਲਣ ਨਹੀਂ ਆਉਂਦੇ ਇੱਥੇ, ਅਸੀਂ ਗੁਰੂ ਨੂੰ ਮਿਲਣ ਵੀ ਨਹੀਂ ਆਉਂਦੇ ਇੱਥੇ, ਅਸੀਂ ਵਿਆਪਕ ਰੱਬ ਬਾਰੇ ਇੱਥੇ ਸਮਝਣ ਆਉਂਦੇ। ਅਸਾ ਫਰਕ ਜੇ ਅਸੀਂ ਕਹਾਂਗੇ ਤਾਂ ਤੁਸੀਂ ਦੇਖਿਆ ਹੋਏਗਾ ਸਾਡੀ ਜ਼ੁਬਾਨ ਤੇ ਇੱਕ ਸ਼ਬਦ ਹੁੰਦਾ, ਇਹ ਗੁਰਦੁਆਰਾ ਹੈ, ਗੁਰੂ ਘਰ ਨਹੀਂ ਹੈ। ਹਾਂਜੀ, ਲਓ ਜੀ, ਇਹ ਸੀਗਾ ਕਲਿੱਪ ਜਿਹੜਾ ਆਪਾਂ ਸੁਣਾਇਆ। ਜੰਮੂ ਸਾਹਿਬ, ਇਹਦੇ ਵਿੱਚ ਜਿੰਨਾ ਕੁ ਕਲਿੱਪ ਤੁਸੀਂ ਭੇਜਿਆ ਮੈਂ ਸੁਣਿਆ, ਉਹਦੇ ਵਿੱਚ ਤਾਂ ਜਿਹੜੀ ਆਪਣੇ ਭਾਈ ਧੁੰਦਾ ਜੀ ਹੁਣੀ ਆ, ਬੜੀ ਜਿਹੜੀ ਆ ਸਰਬ ਵਿਆਪਕ ਅਕਾਲ ਪੁਰਖ ਦੀ ਗੱਲ ਕੀਤੀ ਆ, ਤੇ ਬਿਲਕੁਲ ਉਹ ਜਿੰਨਾ ਕੁ ਅਸੀਂ ਇੱਥੇ ਜਾਣਦੇ ਆ, ਸੁਣਿਆ, ਉਸ ਹਿਸਾਬ ਨਾਲ ਤਾਂ ਇਹ ਵਧੀਆ ਲੱਗਦੀ ਆ ਵੀ ਜਿੱਦਾਂ ਉਹਨੇ ਐਨ ਗੁਰਮਤਿ ਦੇ ਹਿਸਾਬ ਨਾਲ ਉਹਦੀ ਵਿਆਖਿਆ ਕੀਤੀ ਆ ਰੱਬ ਦੀ। ਤੇ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਦੋਨਾਂ ਕਲਿੱਪਾਂ ਦੇ ਵਿੱਚ ਵੀ ਕਿੱਥੇ ਕੋਈ ਕਮੀ ਰਹਿ ਗਈ ਆ? देखो, पहले मैं भाई साहब तो स्टार्ट करदा। हाँ जी, कि भाई साहब ने कहा कि भाई मुसलमान भी एक रब नूं मनदे ने। नहीं, तुसीं किहड़े भाई साहब की गल करदे हो? ये रणजीत सिंह ढड्डियां। हाँ, इदां करो, पहले तुसीं रणजीत सिंह ढंडरियां, ठीक है। भाई रणजीत सिंह ढड्डियां वाले कहंदे ने हाँ कि मुसलमान भी एक रब वाली गल करदे ने, होर बंदे भी एक रब वाली गल करदे ने, ते फिर साडे ते उन्हां च फर्क की रिहा जी? भाई वो फर्क क्रिएट करके दसना चाहते हैं, तां ही उन्होंने रब अपना नवी थ्योरी जी दी। लेकिन उन्होंने एक चीज़ नहीं पता कि जिहड़ी थ्योरी उन्होंने दी है, पहली गल तो रब के बारे में, मुसलमानों के अकीदे के बारे में जानते ही नहीं। और मेरी बेनती है, रिक्वेस्ट है, हाँ जी, वो जानते ही नहीं, वो जानते ही नहीं पूरा तरह, और कह रहे हैं कि अल्लाह एक मसीत ही बसदा जी, भाई रब एक है, इत्थों लेना रब एक है। ਹੁਣ ਹਿੰਦੂਆਂ ਦੇ ਵਿੱਚ ਸ਼ਾਸਤਰ ਦੇ ਵਿੱਚ ਥਿਊਰੀ ਹੈ, ਬ੍ਰਿਹਦਰ ਨਾਇਕ ਦੇ ਵਿੱਚ ਸਲਿਲੇ ਏਕਸ ਦ੍ਰਿਸ਼ਟਾ ਅਦਵੈਤਸ,
ਭਵਤੀ ਐਸ਼ ਬ੍ਰਹਮ ਲੋਕਸ, ਕਿ ਉਹ ਸਭ ਤਰਫ ਫੈਲੇਗਾ ਪਰਮਾਤਮਾ। ਜੀ ਇਹ ਹਿੰਦੂਆਂ ਦੀ ਥਿਊਰੀ। ਸੈਕੰਡ ਆ ਗਈ ਜਿੱਥੋਂ ਮੁਸਲਮਾਨਾਂ ਦੇ ਬਾਰੇ ਚ ਉਹਨਾਂ ਨੇ ਕਿਹਾ ਕਿ ਮੁਸਲਮਾਨਾਂ ਦਾ ਇੱਕ ਰੱਬ ਹੈ। ਮੁਸਲਮਾਨ ਕਹਿੰਦੇ ਨੇ ਨਹੂ ਮਾਫਿਸ ਸਮਾਵਤੇ ਬਲ ਅਰਥ ਇਨੱਲਾ ਅਲੀ ਉਲ ਅਲੀਮ, ਕਿ ਉਹ ਪਰਮਾਤਮਾ, ਉਹ ਖੁਦਾ ਜਿਹੜਾ ਆਸਮਾਨਾਂ ਤੋਂ ਲੈ ਕੇ ਆਪਣੀ ਮਖਲੂਕ ਤੱਕ ਫੈਲੇਦਾ, ਉਹ ਖੁਦਾ ਹੈ। ਹੁਣ ਜੇ ਭਾਈ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਕਿ ਅਸੀਂ ਮੁਸਲਮਾਨਾਂ ਦੇ ਬਦਲੇ ਆਪਣਾ ਰੱਬ ਅਲੱਗ ਕਿਸ ਤਰ੍ਹਾਂ ਪੇਸ਼ ਕਰਨਾ ਹੈ ਤੇ ਸਾਡਾ ਰੱਬ ਤੇ ਸਭ ਤਰਫ ਫੈਲੇਦਾ, ਜਦ ਕਿ ਇਸਲਾਮ ਖੁਦ ਕਹਿੰਦਾ ਕਿ ਰੱਬ ਸਭ ਤਰਫ ਫੈਲੇਦਾ, ਰਮਈਆ ਉਹ ਹਰ ਤਰਫ ਫੈਲੇਦਾ, ਤੇ ਫਿਰ ਭਾਈ ਸਾਹਿਬ ਨੂੰ ਹੁਣ ਸਵਾਲ ਪੁੱਛਿਆ ਜਾਏਗਾ ਨਾ ਕਿ ਤੁਸੀਂ ਤੇ ਸੂਈ ਘੁਮਾ ਕੇ ਫਿਰ ਉੱਥੇ ਹੀ ਲੈਂਦੀ ਹਿੰਦੂ ਫਿਲਾਸਫੀ ਦੇ ਉੱਪਰ, ਜਿਹਦੇ ਵਿੱਚ ਕਿਹਾ ਗਿਆ ਸਲਿਲੇ ਇਕਸ ਦ੍ਰਿਸ਼ਟਾ ਅਦਵੈਤਸ ਭਵਤੀ ਐਸ਼ ਬ੍ਰਹਮ ਲੋਕਸ, ਤੁਸੀਂ ਕਿਹਾ ਮੈਂ ਹੀ ਰੱਬ ਹਾਂ। ਬ੍ਰਿਹਦਨਾਕ ਉਪਨਿਸ਼ਦ ਨੇ ਕਿਹਾ ਐਹ ਬ੍ਰਹਮ ਸਿਮ, ਮੰਜ਼ੂਰ ਨੇ ਕਿਹਾ ਅਨਹਲ ਹਕ, ਪ੍ਰਗਿਆਨ ਬ੍ਰਹਮ ਕਿਹਾ ਗਿਆ ਐਤਰੇ ਬ੍ਰਾਹਮਣਾਂ ਦੇ ਵਿੱਚ, ਰਿਗਵੇਦਾ ਬ੍ਰਾਹਮਣ ਹੈ ਉਹਦੇ ਵਿੱਚ ਕਿਹਾ ਮੈਂ ਹੀ ਬ੍ਰਹਮ ਹਾਂ, ਮੈਂ ਹੀ ਪਰਮਾਤਮਾ ਹਾਂ। ਤੇ ਤੁਸੀਂ ਚੱਲੇ ਤੇ ਸੀ ਸਿੱਖਾਂ ਨੂੰ ਵੱਖਰਾ ਕਰਨ ਹਿੰਦੂਆਂ ਕੋਲੋਂ, ਹਿੰਦੂਆਂ ਦੇ ਸਿੱਖਾਂ ਦੇ ਰੱਬ ਨੂੰ ਹਿੰਦੂਆਂ ਦੇ ਰੱਬ ਨਾਲੋਂ ਵੱਖਰਾ ਕਰਨ ਚੱਲੇ ਸੀ, ਮੁਸਲਮਾਨਾਂ ਦੇ ਰੱਬ ਨਾਲੋਂ ਵੱਖਰਾ ਕਰਨ ਚੱਲੇ ਸੀ। ਤੁਸੀਂ ਤਾਂ ਕਾਪੀ ਮਾਰ ਲਈ ਉਹਨਾਂ ਦੀ, ਜਾਂ ਤੁਹਾਡੇ ਕੰਨ 'ਚ ਕਿਸੇ ਨੇ ਕਾਪੀ ਪਾਤੀ, ਤੁਹਾਨੂੰ ਪਤਾ ਨਹੀਂ ਸੀ। ਤੇ ਇਹ ਤੇ ਤੁਹਾਡਾ ਬੜਾ ਵੱਡਾ ਦੁਬਿਧਾ ਇੱਕ ਕਨਫਿਊਜ਼ਨ ਹੈ ਕਿ ਤੁਸੀਂ ਦੱਸਦੇ ਸੰਸਾਰ ਨੂੰ, ਦੁਨੀਆ ਨੂੰ ਇਹ ਰਹੇ ਹੋ ਕਿ ਮੈਂ ਅਸਲੀ ਰੱਬ ਦੀ ਥਿਊਰੀ ਪੇਸ਼ ਕਰ ਰਿਹਾ ਜੀ, ਲੇਕਿਨ ਉਸ ਅਸਲੀ ਰੱਬ ਦੇ ਚੱਕਰ ਦੇ ਵਿੱਚ ਤੁਸੀਂ ਓਰੀਜਨਲ ਹਿੰਦੂ ਥਾਟ ਦੇ ਉਪਨਿਸ਼ਦਾਂ ਦੇ ਥਾਟ ਨੂੰ ਅੱਗੇ ਲਿਆ ਕੇ ਪੇਸ਼ ਕਰ ਰਹੇ ਹੋ, ਔਰ ਇਹ ਸਵੀਕਾਰ ਨਹੀਂ ਕਰ ਰਹੇ ਕਿ ਜੋ ਮੈਂ ਕਹਿ ਰਿਹਾ ਉਹ ਹਿੰਦੂਆਂ ਨੇ ਕਿਹਾ ਪਹਿਲੇ, ਉਹ ਹਿੰਦੂ ਸ਼ਾਸਤਰਾਂ 'ਚੋਂ ਆਇਆ, ਪ੍ਰਕਿਰਤੀ ਆਪਣੇ ਆਪ ਹੀ ਜੋ ਹੈ ਇਹ ਦਇਆਨੰਦ ਸਵਾਮੀ ਨੇ ਕਿਹਾ ਲੇਟੈਸਟ ਪੀਰੀਅਡ ਵਿੱਚ। ਗੁਰੂ ਸਾਹਿਬ ਭੁੱਲਣਹਾਰ ਸਨ, ਆਮ ਇਨਸਾਨ ਸਨ, ਪੜ੍ਹੇ ਲਿਖੇ ਘੱਟ ਸਨ, ਅੱਜ ਦੇ ਜ਼ਮਾਨੇ ਦੇ ਬਰਾਬਰ ਨਹੀਂ ਸੀ, ਆਪਣਾ ਪ੍ਰਭਾਵ ਜਮਾਇਆ ਉਹਨਾਂ ਨੇ। ਇਹ ਗੱਲ ਤੇ ਸਵਾਮੀ ਦਇਆਨੰਦ ਸਤਿਆਤ ਪ੍ਰਕਾਸ਼ੀ 'ਚ ਲਿਖ ਚੁੱਕਾ ਹੈ। ਇਹੀ ਗੱਲ ਤੁਸੀਂ ਕਰ ਰਹੇ ਹੋ, ਤੁਹਾਡੀ ਟੀਮ ਕਰ ਰਹੀ ਹੈ, ਤੁਹਾਡੇ ਸਾਥੀ ਕਰ ਰਹੇ ਨੇ, ਫਿਰ ਤੁਹਾਡਾ ਫਰਕ ਕੀ ਹੈ? ਤੁਸੀਂ ਨਵਾਂ ਲੈ ਕੇ ਕੀ ਆਏ ਹੋ? ਤੁਸੀਂ ਨਵੀਂ ਇੱਕ ਚੀਜ਼ ਲੈ ਕੇ ਆਏ ਹੋ ਕਿ ਜੋ ਕੁਝ ਹਿੰਦੂ ਸ਼ਾਸਤਰਾਂ ਨੇ ਕਿਹਾ, ਸ਼ਾਂਖ ਸ਼ਾਸਤਰ ਨੇ ਕਿਹਾ ਮੈਂ ਬ੍ਰਾਹਮਣ ਮੰਨਦਾ ਹੀ ਨਹੀਂ। ਸ਼ਾਂਖ ਸ਼ਾਸਤਰ ਜਿਹੜਾ ਹਿੰਦੂਆਂ ਦਾ 6 ਸ਼ਾਸਤਰਾਂ ਦੇ ਵਿੱਚੋਂ ਉਹਦੀ ਥਿਊਰੀ ਹੈ ਕਿ ਦੇਰ ਇਜ਼ ਨੋ ਗॉड, ਸਿਰਫ ਪ੍ਰਕਿਰਤੀ ਹੈ, ਮੈਟਰ ਹੈ, ਪਦਾਰਥ ਹੈ। ਹਾਂਜੀ, ਮੇਰਾ ਖਿਆਲ ਜਿਹੜੀ ਆਪਣੇ ਸਵਾਮੀ ਦਇਆਨੰਦ ਜੀ, ਸਾਧੂ ਦਇਆਨੰਦ ਜੀ, ਭਾਈ ਆਪਣੇ ਨਾਲ ਗਿਆਨੀ ਦੱਤ ਸਿੰਘ, ਉਹਨਾਂ ਨਾਲ ਡਿਬੇਟ ਹੋਈ ਸੀ, ਉਹ ਵੀ ਇਸ ਵਿਸ਼ੇ ਤੇ ਹੋਈ ਸੀ। ਸਵਾਮੀ ਦਇਆਨੰਦ ਦੇ ਵਿੱਚ ਇਹ ਸੀ ਨਾ ਕਿ ਉਹ ਪ੍ਰਕਿਰਤੀ ਨੂੰ ਕਾਰਨ ਸਰੂਪ ਆਪਣੇ ਆਪ ਤੋਂ ਮੰਨ ਰਹੇ ਸੀ, ਔਰ ਉਸ ਤੋਂ ਅਲੱਗ ਰੱਬ ਨੂੰ ਆਪਣੇ ਆਪ ਤੋਂ ਮੰਨ ਰਹੇ ਸੀ। ਲੇਕਿਨ ਭਾਈ ਸਾਹਿਬ ਨੇ ਜੋ ਸਭ ਭਾਈ ਸਾਹਿਬ ਕਹਿੰਦੇ ਨਾ, ਇਹ ਅਦਵੈਤਵਾਦ ਦਾ ਮਿਕਸਚਰ ਹੈ, ਔਰ ਇਹ ਗੱਲ ਜਿਹੜੀ ਆਈ ਇਹ ਹਿੰਦੂ ਸ਼ਾਸਤਰਾਂ ਤੋਂ ਆਈ, ਸ਼ਾਂਖ ਸ਼ਾਸਤਰ ਤੋਂ ਆਈ। ਇਹਨਾਂ ਦੀ ਇੱਕ ਗੱਲ ਜਿਹੜੀ ਮੈਂ ਹੀ ਰੱਬ ਹਾਂ, ਇਹ ਬ੍ਰਿਹਦਨਾਕ ਉਪਨਿਸ਼ਦ ਤੋਂ ਆਈ। ਇਹ ਸਾਰੀਆਂ ਗੱਲਾਂ ਉੱਥੋਂ ਆਈਆਂ ਨੇ, ਔਰ ਕਹਿ ਕੀ ਰਹੇ ਨੇ ਕਿ ਅਸੀਂ ਅਗਲੇ ਨੂੰ ਜਵਾਬ ਕੀ ਦੇਵਾਂਗੇ? ਜੇ ਅਗਲੇ ਆ ਕੇ ਸਰਾਣੇ ਬਹਿ ਗਏ ਵੀ ਤੁਸੀਂ ਤਾਂ ਸਭ ਕੁਝ ਸਾਡਾ ਹੀ ਲੈ ਕੇ ਸੁਣਾਈ ਜਾਂਦੇ ਹੋ, ਤੇ ਫਿਰ ਕੀ ਜਵਾਬ ਦੇਣਗੇ? ਜਾਂ ਫਿਰ ਜਵਾਬ ਦੇਣਗੇ, ਬਿਲਕੁਲ ਫਿਰ ਕੀ ਜਵਾਬ ਦੇਣਗੇ? ਹੁਣ ਇਹਨਾਂ ਨੂੰ ਕਾਊਂਟਰ ਕਰਨ ਵਾਸਤੇ ਭੂੰਦਾ ਜੀ ਆਏ ਅੱਗੇ, ਉਹਨਾਂ ਨੇ ਵੀ ਇੱਕ ਵੀਡੀਓ ਕੱਢਤੀ ਜੋ ਤੁਸੀਂ ਸੁਣੀ ਹੈ, and he is quite impressive on certain things। ਅੱਛੀ ਪਕੜ ਦੇ ਨਾਲ ਗੱਲ ਕਰ ਰਹੇ ਨੇ, ਔਰ ਉਹਦੇ ਵਿੱਚ ਉਹ ਇਹ ਗੱਲ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਉਹ ਵੀ ਗੱਲ, ਉਹ ਫਰਕ ਦੱਸ ਲੱਗੇ ਨੇ ਕਿ ਮੁਸਲਮਾਨਾਂ ਦਾ ਪਰਮਾਤਮਾ ਮਸੀਤ ਵਿੱਚ ਹੈ, ठीक है ना, अल्लाह एक मसीद बसत है अवर मुल्क किसकी दा। ये रेडियो तो भी बड़ी बारी ये एग्जांपल दी जाती है। हुण मान लो धुंदा साहब किसी संगत दे अगे प्रचार कर रहे हैं या ये वीडियो काफ़ी सारे लोगों ने सुन रहे हैं, अगर पंजाबी नूं समझण वाला कोई आलिम बंदा मुस्लिम जिहड़ा कि इस्लाम नूं जाणदा, वो साडे एक स्टार प्रचारक दी ये वीडियो सुनेगा जिसले कि उसने ये गल कही है कि मुसलमान दे मुताबिक अल्लाह मसीत ही बसदा, ते जद कि सिखां दा परमात्मा सब जगह बसदा। तो वो ये सोचेगा कि क्या सिखां दे विच कोई सूझवान प्रचारक बचिया नहीं है?
ਉਹ ਕਿਉਂ ਸੋਚੇਗਾ? ਕਿਉਂਕਿ ਇਹ ਗੱਲ ਇਸਲਾਮ ਦੀ ਥਿਊਰੀ ਵਿੱਚ ਹੈ ਹੀ ਨਹੀਂ ਹੈ ਕਿ ਅੱਲਾ ਜਿਹੜਾ ਇੱਕ ਜਗ੍ਹਾ ਬਸਦਾ ਹੈ। ਅੱਛਾ ਜੀ। ਬਿਲਕੁਲ। ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ, ਮੈਂ ਰਿਪੀਟ ਕਰਨਾ, ਉਹ ਇਸ ਮਾਮਲੇ ਵਿੱਚ ਵੀ ਰਿਪੀਟ, ਭਾਈ ਸਾਹਿਬ ਦੇ ਮਾਮਲੇ ਵਿੱਚ ਵੀ ਰਿਪੀਟ ਹੁੰਦੀ ਹੈ, ਢੱਡਰੀਆਂ ਵਾਲੇ ਸਾਹਿਬ ਦੇ ਮਾਮਲੇ ਵਿੱਚ ਵੀ, ਔਰ ਧੂੰਦਾ ਸਾਹਿਬ ਦੇ ਮਾਮਲੇ ਵਿੱਚ ਵੀ ਰਿਪੀਟ ਹੁੰਦੀ ਹੈ ਕਿ ਜਿਸਲੇ ਕੁਰਾਨ ਦੇ ਵਿੱਚ ਇਹ ਗੱਲ ਆ ਗਈ, ਨਾਹੂ ਮਾਫਿਸ ਸਮਾਵਤੇ ਵਲ ਅਰਦ ਇਨ ਅੱਲਾਹ ਸਮੀਉਲ ਅਲੀਮ, ਉਹ ਅੱਲਾ, ਉਹ ਖੁਦਾ ਜੋ ਆਸਮਾਨਾਂ ਤੋਂ ਲੈ ਕੇ ਆਪਣੀ ਮਖਲੂਕ ਤੱਕ, ਆਪਣੀ ਕਾਇਨਾਤ ਤੱਕ ਸਭ ਜਗ੍ਹਾ ਫੈਲੇਦਾ। ਪਰ ਇੱਥੇ ਗੱਲ ਹੋਰ ਵੀ ਆਉਂਦੀ ਆ ਜੰਮੂ ਸਾਹਿਬ, ਜਿੱਦਾਂ ਭਾਈ ਸਰਬਜੀਤ ਸਿੰਘ ਨੇ ਜਿਹੜੀ ਵਿਆਖਿਆ ਕੀਤੀ ਸ਼ਬਦ ਦੀ, ਠੀਕ ਹੈ ਜੀ, ਉਹ ਬੜੀ ਵਧੀਆ ਵਿਆਖਿਆ ਕੀਤੀ ਆ, ਅਸੀਂ ਬੜੇ ਚਿਰਾਂ ਤੋਂ ਸੁਣਦੇ ਆਉਂਦੇ ਆ ਵਿਆਖਿਆ ਉਹ। ਪਰ ਉਹਨੀ ਤਾਂ ਵਿਆਖਿਆ ਜੋ ਗੁਰਮਤਿ ਦੇ ਵਿੱਚ ਹੈ, ਜਿੱਦਾਂ ਸ਼ਬਦ ਲਿਖਿਆ ਉਹਨੇ ਉਸ ਸ਼ਬਦ ਦੀ ਉਸ ਤਰ੍ਹਾਂ ਵਿਆਖਿਆ ਕੀਤੀ, ਉਹਨੇ ਗੁਰਮਤਿ ਅਨੁਸਾਰ ਆਪਣਾ ਜਿਹੜਾ ਪਾਖਿਆ ਪੇਸ਼ ਕੀਤਾ। ਮੈਂ ਹੁਣ ਤੁਹਾਨੂੰ ਉਹ ਕਲੀਅਰ ਕਰ ਲਗਾ ਜੀ ਕਿ ਕਬੀਰ ਜੀ ਦਾ ਸ਼ਬਦ ਉਹਨਾਂ ਨੇ ਬੋਲਿਆ ਜਿਹਦੇ ਚ ਮਸੀਤ ਔਰ ਦੇਹਰੀ ਦੀ ਗੱਲ ਕੀਤੀ ਗਈ ਹੈ। ਲੇਕਿਨ ਸਾਨੂੰ, ਸਾਡੇ ਪ੍ਰਚਾਰਕਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਹੈ ਕਿ ਕਈ ਗੁਰਬਾਣੀ ਦੇ ਸ਼ਬਦ ਐਸੇ ਨੇ ਜਿਹੜੇ ਕਿ ਭਟਕੇ ਹੋਏ ਹਿੰਦੂ ਔਰ ਭਟਕੇ ਹੋਏ ਮੁਸਲਮਾਨਾਂ ਨੂੰ ਐਡਰੈਸ ਕੀਤੇ ਗਏ, ਜਿਹੜੇ ਆਪਣੇ ਇਸਲਾਮ ਨੂੰ ਨਹੀਂ ਚੰਗੀ ਤਰ੍ਹਾਂ ਜਾਣਦੇ, ਔਰ ਜਿਹੜੇ ਇਹ ਸੋਚਦੇ ਨੇ ਕਿ ਮੱਕਾ ਖੁਦਾ ਦਾ ਘਰ ਹੈ, ਮਸਜਿਦ ਖੁਦਾ ਦਾ ਘਰ ਹੈ, ਜਦਕਿ ਇਸਲਾਮ ਦੀ ओरिजिनल ਥਿਊਰੀ, ਇਸਲਾਮ ਦਾ ओरिजिनल ਐਸਪੈਕਟ ਕਿਸੇ ਮਸਜਿਦ ਨੂੰ ਅੱਲਾ ਦਾ ਘਰ ਨਹੀਂ ਮੰਨਦਾ। ਤੇ ਜੇ ਕੋਈ ਆਲਿਮ ਸਾਹਮਣੇ ਬੈਠਾ ਹੋਏਗਾ ਜਾਂ ਕਿਸੇ ਸਟੇਜ ਤੇ ਜਾ ਕੇ ਗੱਲ ਕਰਨੀ ਪੈ ਜਾਏ ਕਿਸੇ ਇੰਟਰਫੇਥ ਅੰਡਰਸਟੈਂਡਿੰਗ ਦੇ ਵਿੱਚ, ਅੰਤਰ ਧਰਮ ਚੇਤਨਾ ਦੇ ਸੰਮੇਲਨ ਦੇ ਵਿੱਚ, ਤੇ ਸਾਡੇ ਪ੍ਰਚਾਰਕ ਇਹ ਕਰਕੇ ਆਣਗੇ ਕਿ ਮੁਸਲਮਾਨਾਂ ਦੇ ਮੁਤਾਬਕ ਅੱਲਾ ਇੱਕ ਮਸਜਿਦ ਹੀ ਵਸਦਾ। ਉਹ ਤੇ ਬਾਅਦ ਹੀ ਪੁੱਛਣਗੇ ਨਾ ਕਿ ਸਰਦਾਰ ਸਾਹਿਬ, ਪ੍ਰਚਾਰਕ ਸਾਹਿਬ, ਇਸਲਾਮ ਨੂੰ ਪੜ੍ਹਤੇ ਲੋ, ਪਹਿਲੇ ਪੜ੍ਹਤੇ ਲੋ ਇਸਲਾਮ ਨੂੰ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਤੁਹਾਡੇ ਕਹਿਣ ਦਾ ਮੁਤਾਬਕ ਵੀ ਜਿਹੜਾ ਭਾਈ ਸਰਬਜੀਤ ਸਿੰਘ ਉਹਨੇ ਵਿਆਖਿਆ ਕੀਤੀ ਹੈ ਨਾ ਵੀ ਅੱਲਾ ਇੱਕ ਮਸੀਤ ਵਸਦਾ ਹੈ, ਅਵਰ ਮੁਲਕ ਕਿਸਕੇਰਾ, ਇਹ ਸ਼ਬਦ ਦੀ ਵਿਆਖਿਆ ਤਾਂ ਉਹਨੇ ਠੀਕ ਕੀਤੀ ਆ, ਬਿਲਕੁਲ ਜਿੱਦਾਂ ਆਪਾਂ ਸੁਣਦੇ ਸ਼ਬਦ ਦੀ ਵਿਆਖਿਆ ਬਿਲਕੁਲ ਠੀਕ ਹੈ, ਨੋ ਡਾਊਟ ਆ। ਪਰ ਜਦੋਂ ਆਪਾਂ ਓਵਰਆਲ ਅਕਾਲ ਪੁਰਖ ਦੀ ਗੱਲ ਕਰਾਂਗੇ ਅਕੋਰਡਿੰਗ ਟੂ ਗੁਰਮਤ, ਉਹਦੇ ਨਾਲ ਨਹੀਂ ਮੈਚ ਖਾਂਦੀ। ਇਹ ਕਹਿਣਾ ਚਾਹੁੰਦੇ ਤੁਸੀਂ? ਕਿਉਂ ਨਹੀਂ ਮੈਚ ਖਾਂਦੀ? ਦੇਖੋ ਉਹ ਭਾਈ ਸਾਹਿਬ ਨੂੰ ਇੱਕ ਕਿਸਮ ਦਾ ਇਨਡਾਇਰੈਕਟ ਜਵਾਬ ਦੇ ਰਹੇ। ਹਾਂ ਠੀਕ ਹੈ। ਭਾਈ ਸਾਹਿਬ ਨੂੰ ਜਵਾਬ ਦੇਣ ਵੇਲੇ ਉਹ ਇਸਲਾਮ ਦੇ ਖੁਦਾ ਦਾ ਔਰ ਸਿੱਖਾਂ ਦੇ ਪ੍ਰਮਾਤਮਾ ਦਾ, ਰੱਬ ਦਾ ਫਰਕ ਦੱਸ ਰਹੇ। ਤੇ ਜਿਹੜੇ ਉਹ ਫਰਕ ਦੱਸਣਾ, ਫਿਰ ਮੌਲਵੀ ਕੋਈ ਕੀ ਸਮਝਦਾ ਹੈ ਜਾਂ ਕੋਈ ਹਿੰਦੂ ਕੀ ਸਮਝਦਾ, ਉਸ ਆਧਾਰ ਤੇ ਨਹੀਂ ਦੇਣਾ ਪਏਗਾ। ਉਹ ਦੇਣਾ ਪਏਗਾ ਕਿ ਕੁਰਾਨ ਕੀ ਕਹਿੰਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦਾ। ਠੀਕ ਹੈ ਨਾ? ਹੁਣ ਜਿਲੇ ਅਸੀਂ ਕੁਰਾਨ ਦੇ ਪੱਧਰ ਉੱਪਰ ਔਰ ਗੁਰੂ ਗ੍ਰੰਥ ਸਾਹਿਬ ਦੇ ਪੱਧਰ ਉੱਪਰ ਇੱਕ ਸੰਵਾਦ ਦੇ ਵਿੱਚ ਗੱਲ ਜਾਵਾਂਗੇ ਤੇ ਸਾਨੂੰ ਕੁਰਾਨ ਦੇ ਮੁਤਾਬਕ ਜੋ ਪਰਮਾਤਮਾ ਦਾ ਤਸੱਵੁਰ ਹੈ ਉਹ ਦੱਸਣਾ ਪਏਗਾ, ਨਾ ਕਿ ਇੱਕ ਮਿੰਟ, ਇੱਕ ਵੀਰ ਆਪਣੇ ਰਾਜਵਿੰਦਰ ਚਿੱਟੀ ਕਮੈਂਟ ਕਰ ਰਿਹਾ ਮੇਰੀ ਕਾਲ ਚ, ਕੋਈ ਵੀ ਜੀ 2 ਮਿੰਟ ਅਟਕ ਲਓ, ਤੁਹਾਨੂੰ ਬੜਾ ਕਰ ਲੈਂਦੇ ਤੇ ਫਿਰ ਤੁਹਾਡੀ ਕਾਲ ਲੈਣੇ ਆ, ਵੀ ਤੁਹਾਨੂੰ ਕਰ ਲੈਣੇ ਵਿੱਚ ਐਡ, 2 ਮਿੰਟ ਅਟਕ ਲਓ। ਹਾਂਜੀ, ਮੈਂ ਇੱਕ ਗੱਲ ਕਲੀਅਰ ਕਰਨਾ। ਦੇਖੋ ਹੁਣ ਮੱਕਾ, ਮੱਕੇ ਨੂੰ ਬੈਤੁਲ ਕਹਿੰਦੇ। ਬੈਤੁਲ ਦਾ ਸਿੱਧਾ ਅਰਥ ਅੰਗਰੇਜ਼ੀ ਵਿੱਚ ਕੀਤਾ ਜਾਂਦਾ ਹਾਊਸ ਆਫ ਗॉड। ਹੁਣ ਦੇਖੋ ਅੰਗਰੇਜ਼ੀ ਵਿੱਚ ਕੀ ਹੁੰਦਾ ਹੈ ਕਿ ਅੰਗਰੇਜ਼ੀ ਦੇ ਵਿੱਚ ਕਈ ਜ਼ੁਬਾਨਾਂ ਦਾ ਸਿੱਧਾ ਅਰਥ ਨਹੀਂ ਹੁੰਦਾ। ਉਹਨਾਂ ਕੋਲ ਅੰਗਰੇਜ਼ੀ ਜ਼ੁਬਾਨ ਵਿੱਚ ਸ਼ਬਦ ਨਹੀਂ ਹੁੰਦਾ ਕਿ ਉਸ ਸ਼ਬਦ ਨੂੰ ਕੀ ਕਿਹਾ ਜਾਏ। ਮੰਨ ਲਓ ਕਿ ਜਿਸ ਤਰ੍ਹਾਂ ਅਸੀਂ ਗੁਰੂ ਸਾਹਿਬ ਨੂੰ ਗੁਰੂ ਕਹਿੰਦੇ ਆ, ਹੁਣ ਗੁਰੂ ਸ਼ਬਦ ਦਾ ਐਗਜ਼ੈਕਟ ਮੀਨਿੰਗ ਜਿਹੜਾ ਇੰਗਲਿਸ਼ ਵਿੱਚ ਨਹੀਂ ਹੈ, ਉਹਨਾਂ ਕੋਲ ਨਹੀਂ ਹੈ ਟ੍ਰਾਂਸਲੇਸ਼ਨ। ਗੁਰੂ ਦਾ ਅਰਥ ਹੁੰਦਾ ਜਿਹੜਾ ਅੰਧੇਰੇ ਤੋਂ ਚਾਨਣ ਵਾਲੇ ਪਾਸੇ ਲੈ ਕੇ ਜਾਏ। ਉਹਨਾਂ ਨੇ ਸਿੱਧਾ ਗੁਰੂ ਨੂੰ ਕਹਿਤਾ ਟੀਚਰ, ਜਦ ਕਿ ਟੀਚਰ ਸਕੂਲ ਦਾ ਵੀ ਹੋ ਸਕਦਾ। ਸ਼ਬਦ ਨਹੀਂ ਹੈ ਐਗਜ਼ੈਕਟ। ਅਸੀਂ ਗੁਰਬਾਣੀ ਨੂੰ ਗੁਰਬਾਣੀ ਕਹਿੰਦੇ ਆ ਤੇ ਅੰਗਰੇਜ਼ੀ ਤਰਜਮਾ ਵਿੱਚ ਉਹ ਗੁਰਬਾਣੀ ਨਹੀਂ ਕਹਿੰਦੇ, ਉਹਨੂੰ ਪੋਇਟਰੀ ਕਹਿ ਦਿੰਦੇ ਨੇ। ਇਸ ਤਰ੍ਹਾਂ ਹੀ ਮੱਕੇ ਦਾ ਜਿਹੜੇ ਅੰਗਰੇਜ਼ੀ ਵਿੱਚ ਤਰਜਮਾ ਹੋਇਆ ਉਹਨੂੰ ਬੈਤੁਲ ਦਾ ਅਰਥ ਕਰ ਲਿਆ ਹਾਊਸ ਆਫ ਗॉड। ਹੁਣ ਅਗਰ ਤੁਸੀਂ ਇਸਲਾਮਿਕ ਕਨਸੈਪਟ ਦੇਖੋ ਤੇ ਸਨਾ ਅਲ ਦੇ ਵਿੱਚ, ਸਨਾ ਅਲ ਤਫਰੀਦੀ ਦੇ ਵਿੱਚ ਆਇਆ ਹੈ ਕਿ ਮੱਕਾ ਜਿਹੜਾ ਇਹ ਇਦਾਫਤ ਨਸ਼ਰੀਫੀ ਹੈ, ਤਸ਼ਰੀਫੀ। ਚਲੋ ਆਪਾਂ, ਮੇਰਾ ਖਿਆਲ ਹਾਂ ਜੰਮੂ ਸਾਹਿਬ, ਆਪਾਂ ਚਲੋ ਉਸ ਵਿਆਖਿਆ ਵਿੱਚ ਆਪਾਂ ਉਸ ਵਿਆਖਿਆ 'ਚ ਨਾ ਜਾਈਏ ਬਾਲਾ, ਆਪਾਂ ਗੱਲ ਕਰੀਏ। ਨਹੀਂ, ਮੈਨੂੰ ਪੁਆਇੰਟ ਮੇਕ ਕਰਦੇ ਹੋ, ਜ਼ਰੂਰੀ ਹੈ। ਜ਼ਰੂਰੀ ਹੈ ਪੁਆਇੰਟ ਜੀ, ਕਿ ਜਿਸਲੇ ਮੱਕੇ ਨੂੰ ਇਦਾਫਤ ਤਸ਼ਰੀਫੀ ਕਿਹਾ ਗਿਆ, ਉੱਥੋਂ ਗੱਲ ਕਲੀਅਰ ਹੋ ਜਾਂਦੀ ਹੈ ਕਿ ਉਹ ਮੱਕੇ ਨੂੰ ਜਿਹੜਾ ਬੈਤੁਲ ਕਿਹਾ ਜਾਂਦਾ ਉਹ ਸਿਰਫ ਖੁਦਾ ਦੇ ਪ੍ਰੇਜ਼ ਦੇ ਵਿੱਚ ਉਹਨੂੰ ਆਨਰ ਕਰਨ ਦਾ ਇੱਕ ਸੰਕੇਤ ਹੈ, ਜਦ ਕਿ ਇਸਲਾਮ ਵਿੱਚ ਮੱਕੇ ਨੂੰ ਖੁਦਾ ਦਾ ਘਰ ਨਹੀਂ ਮੰਨਿਆ ਜਾਂਦਾ। ਗੁਰੂ ਸਾਹਿਬ ਨੇ
ਪਹਿਲੇ ਪਾਤਸ਼ਾਹ ਜੀ ਨੇ ਇਹੀ ਗੱਲ ਜਾ ਕੇ ਉੱਥੇ ਭਟਕੇ ਹੋਏ ਮੌਲਵੀਆਂ ਨੂੰ ਸਮਝਾਇਆ ਸੀ ਕਿ ਖੁਦਾ ਕੁਰਾਨ ਦੇ ਮੁਤਾਬਕ ਖੁਦਾ ਸਭ ਤਰਫ ਹੈ, ਤੇ ਤੁਸੀਂ ਉਹਨੂੰ ਮੱਕੇ 'ਚ ਸਮਝ ਕੇ ਬੈਠੇ ਹੋ, ਇੱਕ ਡਾਇਰੈਕਸ਼ਨ 'ਚ, ਇੱਕ ਕਿਬਲੇ 'ਚ ਸਮਝ ਕੇ ਬੈਠੇ ਹੋ। ਤੇ ਜੇ ਸਾਡੇ ਅੱਜ ਪ੍ਰਚਾਰਕ ਵੀ ਉਹੀ ਮੌਲਵੀਆਂ ਲਈ ਗੱਲ ਸਮਝ ਕੇ ਇਹ ਸੋਚ ਲੈਣਗੇ ਕਿ ਨਹੀਂ, ਪਰ ਗੱਲ ਤੇ ਜਿੱਦਾਂ ਇੱਕ ਘਰ 'ਚ ਹੈ। ਜਿੱਦਾਂ ਜੰਮੂ ਸਾਹਿਬ ਤੁਸੀਂ ਹੁਣ ਕਿਹਾ ਵੀ ਜਿੱਦਾਂ ਗੁਰੂ ਨਾਨਕ ਪਾਤਸ਼ਾਹ ਜਦੋਂ ਗਏ ਆ ਉਸ ਇਲਾਕੇ ਦੇ ਮੱਕੇ ਮਦੀਨੇ ਦੇ ਏਰੀਏ ਦੇ ਉੱਤੇ ਵਿੱਚ ਉਹਨੀ ਮੌਲਵੀ ਨੇ ਇਹ ਗੱਲ ਸਮਝਾਈ ਆ ਵੀ ਜਿਹੜਾ ਇਹ ਖੁਦਾ ਆ ਇੱਥੇ ਨਹੀਂ ਇਕੱਲੇ ਮੱਕੇ ਦੇ ਕਾਬੇ ਵਿੱਚ ਨਹੀਂ ਰਹਿੰਦਾ, ਵੀ ਉਹ ਤਾਂ ਸਾਰੇ ਪਾਸੇ ਰਹਿੰਦਾ। ਵੀ ਭਾਈ ਸਰਬਜੀਤ ਸਿੰਘ ਧੁੰਦਾ ਨਹੀਂ ਵੀ ਉਸੇ ਹੀ ਲੈਵਲ ਤੇ ਜਾ ਕੇ ਉਹ ਵਿਆਖਿਆ ਕੀਤੀ ਉਹ ਸ਼ਬਦ ਦੀ ਉਸੇ ਤਰ੍ਹਾਂ ਵੀ ਇਹਦਾ ਸੇਮ ਗੱਲ ਹੋ ਗਈ ਨਾ, ਵੀ ਗੁਰੂ ਨਾਨਕ ਸਾਹਿਬ ਵੀ ਉਹ ਗੱਲ ਕਹਿ ਰਹੇ ਆ ਤੇ ਜਿਹੜੇ ਭਗਤ ਸਾਹਿਬ ਵੀ ਉਹ ਗੱਲ ਕਰ ਰਹੇ ਤੇ ਪਰ ਧੁੰਦਾ ਜੀ ਨੇ ਉਹ ਵਿਆਖਿਆ ਸੇਮ ਉਹੀ ਤਰ੍ਹਾਂ ਕੀਤੀ ਆ ਜੀ। ਨਹੀਂ, ਉਹ ਵਿਆਖਿਆ ਤੇ ਉਹਨਾਂ ਨੇ ਇੱਕ ਸ਼ਬਦ ਦੀ ਜੋ ਸ਼ਬਦ ਦੀ ਕੀਤੀ ਉਹ ਤਾਂ ਠੀਕ ਕੀਤੀ, ਪਰ ਤੁਸੀਂ ਇਸ ਐਂਗਲ ਨਾਲ ਦੇਖੋ ਨਾ ਕਿ ਉਹ ਭਾਈ ਸਾਹਿਬ ਦੀ ਗੱਲ ਦਾ ਜਵਾਬ ਦੇ ਰਹੇ ਨੇ ਔਰ ਇਹ ਕਹਿ ਰਹੇ ਨੇ ਕਿ ਮੁਸਲਮਾਨਾਂ ਦੇ ਰੱਬ ਦਾ ਔਰ ਸਾਡੇ ਰੱਬ ਦਾ ਕੀ ਫਰਕ ਹੈ। ਜਾਂ ਤਾਂ ਉਹ ਕਹਿ ਛੱਡਦੇ ਨਾ ਕਿ ਕੁਝ ਮੁਸਲਮਾਨ ਐਸਾ ਸਮਝਦੇ ਨੇ, ਉਹਨਾਂ ਦੇ ਮੁਤਾਬਕ ਐਸਾ ਨਹੀਂ ਹੈ। ਉਹਨਾਂ ਨੇ ਇਸਲਾਮ ਦੀ ਗੱਲ ਕੀਤੀ, ਉਹਨਾਂ ਨੇ ਇਸਲਾਮ ਦਾ ਪੱਖ ਪੇਸ਼ ਕੀਤਾ ਕਿ ਇਸਲਾਮ ਵਾਲੇ ਖੁਦਾ ਨੂੰ, ਇਸਲਾਮ ਦੇ ਮੰਨਣ ਵਾਲੇ ਜਾਂ ਇਸਲਾਮ ਵਾਲੇ ਖੁਦਾ ਨੂੰ ਇੱਕ ਮਸੀਹ ਹੀ ਸਮਝਦੇ ਨੇ, ਜਦਕਿ ਐਸਾ ਨਹੀਂ ਹੈ। ਤੇ ਫਿਰ ਆਪਾਂ ਫਿਰ ਵਿਸ਼ੇ ਵੱਲ ਆਈਏ ਆਪਣੇ ਵੱਲ ਵੀ ਜੇ ਤਾਂ ਤੁਹਾਨੂੰ ਲੱਗਦਾ ਵੀ ਭਾਈ ਸਰਬਜੀਤ ਸਿੰਘ ਧੁੰਦਾ ਉਹਨਾਂ ਦਾ ਜਿਹੜਾ ਜਵਾਬ ਸੀਗਾ ਭਾਈ ਰਣਜੀਤ ਸਿੰਘ ਨੂੰ ਵੀ ਤੁਸੀਂ ਉਹਦੇ ਨਾਲ ਸੈਟੀਸਫਾਈਡ ਨਹੀਂ ਹੈਗੇ, ਵੀ ਉਹ ਗੁਰਮਤ ਦੇ ਆਸ਼ੇ ਅਨੁਸਾਰ ਪੂਰੀ ਤਰ੍ਹਾਂ ਠੀਕ ਨਹੀਂ ਸੀਗਾ। ਜਿਹੜਾ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਠੀਕ ਹੈ, ਬਿਲਕੁਲ ਉਹਦੀ ਵਿਆਖਿਆ ਬਹੁਤ ਸੋਹਣੀ ਕੀਤੀ ਉਹਨੇ, ਤੇ ਉਹ ਠੀਕ ਹੈ, ਵਿਆਖਿਆ ਤੱਕ ਠੀਕ ਹੈ, ਨੋ ਡਾਊਟ ਹੈ, ਨੋ ਕੁਐਸਚਨ ਉਹਦੇ ਉੱਤੇ। ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਇਹਦਾ ਭਾਈ ਰਣਜੀਤ ਸਿੰਘ ਦਾ ਜਵਾਬ ਹੋਣਾ ਚਾਹੀਦਾ ਸੀ, ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸੀਗਾ? ਤੁਸੀਂ ਆਪਣੇ ਨੂੰ ਕੀ ਇਹਦਾ ਸੋਲੂਸ਼ਨ ਕੱਢਿਆ ਹੈਗਾ? ਦੇਖੋ, ਪਹਿਲੀ ਗੱਲ ਤੇ ਇਹ ਹੈ ਕਿ ਉਹ ਭਾਈ ਜੋ ਮੈਂ ਕਹਿ ਰਿਹਾ ਭਾਈ ਸਾਹਿਬ ਨੂੰ, ਆਪਣੇ ਢੱਡਰੀਆਂ ਵਾਲੇ ਸਾਹਿਬ ਨੂੰ, ਜੋ ਮੈਂ ਕਹਿ ਰਿਹਾ ਕਿ ਉਹ ਇਸਲਾਮ ਦੀ ਗਲਤ ਵਿਆਖਿਆ ਦੇ ਰਹੇ ਨੇ, ਕਿਉਂਕਿ ਖੁਦਾ ਨੂੰ ਮੰਨਦੇ ਨੇ ਤੇ ਹੋਰ ਮਸੀਤ 'ਚ ਮੰਨਦੇ ਜੀ, ਇਹ ਹੀ ਗਲਤ ਹੈ, ਜਦਕਿ ਇਸਲਾਮ ਮੰਨਦਾ ਹੀ ਨਹੀਂ ਇਸ ਤਰ੍ਹਾਂ। ਜਾਂ ਤਾਂ ਕਹਿੰਦੇ ਕਿ ਕੁਝ ਭਟਕੇ ਹੋਏ ਮੌਲਵੀ ਇਸ ਗੱਲ ਨੂੰ ਇਸ ਤਰ੍ਹਾਂ ਸਮਝਦੇ ਨੇ, ਜਿਸ ਤਰ੍ਹਾਂ ਕੋਈ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ, ਇਸਲਾਮ ਤੇ ਗੱਲ ਨਹੀਂ ਕਹਿੰਦਾ। ਅੱਛਾ, ਫਿਰ ਦੂਸਰੀ ਗੱਲ ਉਹ ਇਹ ਜਵਾਬ ਦਿੰਦੇ ਉਹਨਾਂ ਨੂੰ, ਭਾਈ ਸਾਹਿਬ ਨੂੰ ਪੁੱਛਦੇ, ਇਹ ਢੱਡੀਆਂ ਵਾਲੇ ਸਾਹਿਬ ਨੂੰ ਪੁੱਛਦੇ ਕਿ ਤੁਸੀਂ ਕਹਿ ਰਹੇ ਹੋ ਕਿ ਪ੍ਰਮਾਤਮਾ ਹੁੰਦਾ ਹੀ ਨਹੀਂ ਹੈ, ਤੇ ਤੁਸੀਂ ਸ਼ਾਂਖ ਸ਼ਾਸਤਰ ਸੁਣਾ ਰਹੇ ਹੋ, ਗੁਰੂ ਗ੍ਰੰਥ ਸਾਹਿਬ ਤੇ ਨਹੀਂ ਸੁਣਾ ਰਹੇ ਤੁਸੀਂ। ਇਹ ਵੀ ਤੇ ਸਰਬਜੀਤ ਸਿੰਘ ਧੁੰਦਾ ਸਾਹਿਬ ਨੂੰ ਇਹ ਪੁਆਇੰਟ ਆਊਟ ਕਰਨਾ ਚਾਹੀਦਾ ਸੀ ਨਾ ਕਿ ਅਗਰ ਇਹ ਕੋਈ ਚਾਹੇ ਨਾ ਲੈਂਦੇ ਉਹਨਾਂ ਦਾ, ਇਹ ਕਹਿੰਦੇ ਕਿ ਅਗਰ ਕੋਈ ਇਹ ਗੱਲ ਕਹਿ ਰਿਹਾ ਕਿ ਰੱਬ ਨਹੀਂ ਹੈ, ਪਰ ਹੋ ਸਕਦਾ ਵੀ ਜਿਹੜੇ ਹੋ ਸਕਦਾ ਭਾਈ ਜਿਹੜੇ ਮਿਸ਼ਨਰੀ ਕਾਲਜ ਆ ਉਹਨਾਂ ਦੇ ਵਿੱਚ ਇਹ ਜਿਹੜੇ ਤੁਸੀਂ ਸ਼ਾਸਤਰਾਂ ਦੀ ਪ੍ਰਾਣ ਦੀ ਗੱਲ ਕਰਦੇ ਆ ਜਾਂ ਤੁਸੀਂ ਖੋਜ ਕੀਤੀ ਆ ਆਪਣੇ ਇਸਲਾਮ ਬਾਰੇ, ਉਹ ਚੀਜ਼ਾਂ ਨਾ ਇਹਨਾਂ ਨੂੰ ਪੜ੍ਹਾਈਆਂ ਜਾਂਦੀਆਂ ਹੁਣ, ਨਾ ਉਹਨਾਂ ਦੇ ਗਿਆਨ ਵਿੱਚ ਚੀਜ਼ਾਂ ਹੁਣ, ਤੇ ਜੇ ਪੜ੍ਹਾਈਆਂ ਨਹੀਂ ਜਾਂਦੀਆਂ ਤੇ ਫਿਰ ਕਮੈਂਟ ਨਾ ਕਰੋ। ਦੇਖੋ ਨਾ, ਹੁਣ ਕੋਈ ਬੰਦਾ ਸਟੇਜ ਤੇ ਬਹਿ ਕੇ ਸਿੱਖਾਂ ਦੇ ਰੱਬ ਦੇ ਤਸੱਵੁਰ ਬਾਰੇ ਕੋਈ ਹਿੰਦੂ ਬੰਦਾ ਬੈਠ ਕੇ ਗਲਤ ਇਨਫੋਰਮੇਸ਼ਨ ਦਿੰਦਾ ਜਾਏ, ਇਹ ਉਹਦੇ ਵਿੱਚ ਠੀਕ ਨਹੀਂ ਹੈ। ਉਹਨੂੰ ਪਹਿਲੇ ਪੜ੍ਹਨਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਕੀ ਕਹਿੰਦਾ, ਫਿਰ ਹੀ ਕਮੈਂਟ ਕਰਨਾ ਚਾਹੀਦਾ ਨਾ, ਠੀਕ ਹੈ ਨਾ। ਸੋ ਜਿਹੜੀ ਗੱਲ ਕੀਤੀ ਗਈ ਹੈ ਉਹ ਇੱਕ ਜਿਹੜੀ ਤੇ ਭਾਈ ਢੱਡਰੀਆਂ ਵਾਲੇ ਸਾਹਿਬ ਵਾਲੇ ਪਾਸੋਂ ਕੀਤੀ ਗਈ ਹੈ, ਉਹ ਤਾਂ ਟੋਟਲੀ ਇੱਕ ਬੜਾ ਵੱਡਾ ਫਲਾਅ ਹੋਇਆ ਉਹਦੇ ਵਿੱਚ। ਕਿ ਗੱਲ ਉਹ ਇਹ ਕਹਿ ਰਹੇ ਨੇ ਕਿ ਮੈਂ ਨਵੀਂ ਗੱਲ ਪੇਸ਼ ਕਰ ਰਹੇ ਹਾਂ, ਇਸ ਵਾਸਤੇ ਪੇਸ਼ ਕਰ ਰਹੇ ਹਾਂ ਕਿ ਅਸੀਂ ਹਿੰਦੂਆਂ ਨੂੰ ਕੀ ਜਵਾਬ ਦੇਵਾਂਗੇ, ਮੁਸਲਮਾਨਾਂ ਨੂੰ ਕੀ ਜਵਾਬ ਦੇਵਾਂਗੇ, ਤੇ ਗੱਲ ਪੇਸ਼ ਕਰਨ ਵੇਲੇ ਹਿੰਦੂਆਂ ਦੀ ਗੱਲ ਹੀ ਪੇਸ਼ ਕਰ ਰਹੇ ਨੇ, ਸ਼ਾਂਖ ਸ਼ਾਸਤਰ ਨੂੰ ਪੇਸ਼ ਕਰ ਰਹੇ ਨੇ, ਸਵਾਮੀ ਦਯਾਨੰਦ ਦੀਆਂ ਗੱਲਾਂ ਕਰ ਰਹੇ ਨੇ, ਠੀਕ ਹੈ ਨਾ, ਅਦਵੈਤਵਾਦ ਪੇਸ਼ ਕਰ ਰਹੇ ਨੇ। ਔਰ ਦੂਸਰੀ ਗੱਲ ਆ ਗਈ ਹੈ ਕਿ ਜਿੱਥੇ ਮੈਂ ਰਿਪੀਟ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ, ਉਹ ਗੁਰੂ ਗ੍ਰੰਥ ਤੁਸੀਂ ਉਹਦੇ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ ਹੋ, ਸਿੱਧਾ ਓਪਨਲੀ ਕਹਿ ਦਿਓ ਅਸੀਂ ਇਹਦੇ ਨਾਲ ਨਹੀਂ ਸਹਿਮਤ ਹਾਂ। ਘੱਟੋ ਘੱਟ ਇਹ ਨਾ ਕਰੋ ਕਿ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਉਹਨੂੰ ਤੁਸੀਂ ਬਦਲ ਕੇ ਆਪਣੇ ਸ਼ਬਦ ਪਾ ਕੇ ਪੇਸ਼ ਕਰ ਦਿਓ ਔਰ ਅੱਧਾ ਸੱਚ ਪੇਸ਼ ਕਰੋ। ਤੁਹਾਡੇ ਮੁਤਾਬਕ ਫਿਰ ਜਿਹੜੀ ਗੁਰਮਤ ਅਨੁਸਾਰ ਜਿਹੜੀ ਆ ਅਕਾਲ ਪੁਰਖ ਦੀ ਸਰਵ ਵਿਆਪਕ ਅਕਾਲ ਪੁਰਖ ਦੀ ਜਿਹੜੀ ਵਿਆਖਿਆ ਉਹ ਕੀ ਹੈਗੀ ਆ ਉਹਦੇ ਬਾਰੇ, ਕਿਉਂਕਿ ਜਿੱਦਾਂ ਸੁਣਨ ਵਾਲੇ ਸਰੋਤੇ ਕਾਫੀ ਜੁੜੇ ਹੋਏ ਆ, ਜ਼ਰੂਰ ਜਾਣਨਾ ਚਾਹਣਗੇ ਵੀ ਅਕਸਰ ਜੇ ਦੋਨਾਂ ਪ੍ਰਚਾਰਕਾਂ ਨੇ ਕਿਤੇ ਨਾ ਕਿਤੇ ਇਹਨਾਂ ਤੋਂ ਥੋੜੀ ਜਿਹੀ ਗੁਰਮਤ ਤੋਂ ਅਵਗਿਆ ਹੋਈ ਆ, ਗੁਰਮਤ ਦਾ ਪੱਖ ਪੇਸ਼ ਕਰਨ ਤੋਂ, ਫਿਰ ਆਪਾਂ ਨੂੰ ਉਹ ਵੀ ਦੱਸਣਾ ਪੈਣਾ ਵੀ ਅਸਲ ਗੁਰਮਤ ਦਾ ਪੱਖ ਫੇਰ ਹੀ ਆ ਹੈਗਾ ਆ, ਵੀ ਆਹ ਨਹੀਂ ਆ ਹੈਗਾ ਜੀ। ਮੈਂ ਤੁਹਾਨੂੰ ਇੱਕ ਸਿੰਪਲ ਸ਼ਬਦਾਂ 'ਚ ਕਹਿਣਾ ਕਿ ਗੁਰਮਤ ਦੀ ਵਿਆਖਿਆ ਜਿਹੜੀ ਹੈ ਉਹ ਸਿੰਪਲ ਹੈ ਕਿ ਇਹ ਸ੍ਰਿਸ਼ਟੀ ਜਿਹੜੀ ਹੈ, ਸ੍ਰਿਸ਼ਟੀ ਗੁਰੂ ਸਾਹਿਬ ਨੇ ਸਿੱਧਾ ਸਪਸ਼ਟ ਕਰਤਾ, ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ। ਇਹ ਜਿਤਨਾ ਵੀ ਆਕਾਰ ਅਸੀਂ ਦੇਖ ਰਹੇ ਹਾਂ ਨਾ, ਇਹ ਸਾਰਾ ਜਮ ਦੇ ਚੀਰੇ ਵਿੱਚ ਮੀਨ ਇਹ ਨਾਸ਼ਵਾਨ ਹੈ ਜੀ। ਔਰ ਪ੍ਰਮਾਤਮਾ ਦਾ ਤਸੱਵੁਰ ਇਹ ਹੈ ਕਿ ਇਸ ਸ੍ਰਿਸ਼ਟੀ ਦੇ ਹੋਂਦਿਆਂ
ਹੋਣ ਤੋਂ ਪਹਿਲਾਂ ਵੀ ਪਰਮਾਤਮਾ ਸੀ, ਉਸ ਸ੍ਰਿਸ਼ਟੀ ਦੇ ਵਿੱਚ ਵੀ ਹੈ, ਔਰ ਜਿਹੜੇ ਸ੍ਰਿਸ਼ਟੀ ਦਾ ਅੰਤ ਹੋ ਜਾਏਗਾ, ਜੰਮ ਦੇ ਚੀਰੇ ਦੇ ਵਿੱਚ ਪੈ ਜਾਏਗੀ, ਪਰਮਾਤਮਾ ਉਸ ਲਈ ਵੀ ਰਹੇਗਾ। ਔਰ ਮੈਂ ਤੁਹਾਨੂੰ ਅਗਰ ਇੱਕ ਮੈਂ ਦੇਖਣਾ, ਅਗਰ ਮੇਰੇ ਕੋਲ ਹੈ, ਮੈਂ ਤੁਹਾਨੂੰ ਇੱਕ ਪਿਕਚਰ ਨਾਲ ਗੱਲ ਸਮਝਾਉਣ ਦੀ ਕੋਸ਼ਿਸ਼ ਕਰਨਾ। ਮੈਂ ਆਪ ਇਹਨੂੰ ਜਿਹੜੇ ਆਪਣੇ ਮਿਸ਼ਨੀ ਪ੍ਰਚਾਰਕ ਹੈ, ਵੈਸੇ ਵਿਚਾਰ ਤਾਂ ਉਹ ਵੀ ਇਹ ਦਿੰਦੇ ਆ ਪਰਮਾਤਮਾ ਅਕਾਲ ਪੁਰਖ ਬਾਰੇ। ਤੁਹਾਨੂੰ ਨਜ਼ਰ ਆ ਰਹੀ ਹੈ? ਹਾਂਜੀ ਆ ਰਹੀ ਹੈ। ਹਾਂਜੀ ਆ ਰਹੀ ਹੈ। ਇਹ ਮੰਨ ਲਓ ਕਿ ਇਹ ਵਿੱਚ ਸਾਰੀ ਬ੍ਰਹਮੰਡ ਹੈ। ਅੱਛਾ ਜੀ। ਸਾਰਾ ਬ੍ਰਹਮੰਡ, ਸਾਰੀਆਂ ਗੈਲੈਕਸੀਆਂ। ਓਕੇ ਜੀ। ਹੁਣ ਇਹਦੇ ਵਿੱਚ ਪਰਮਾਤਮਾ ਇੱਕ ਥ੍ਰੈਡ ਦੀ ਤਰ੍ਹਾਂ ਘੁੰਮ ਰਿਹਾ ਸਭ ਤਰਫ, ਰਾਰ ਪਾਰ। ਔਰ ਇਸ ਪੇਜ ਦੇ ਉੱਪਰ ਉਹਦਾ ਐਂਡ ਨਹੀਂ ਹੈ, ਪੇਜ ਖਤਮ ਹੋ ਗਿਆ, ਉਹਨੇ ਇਸ ਲਕੀਰ ਨੇ ਇਸ ਤੋਂ ਵੀ ਪਿੱਛੇ ਜਾਣਾ, ਅਨੰਤ। तो परमात्मा जिहड़ा है वो सृष्टि दे विच भी है, सृष्टि दे बनन तो पहला भी सी, वो सृष्टि दे बनन तो बाद भी होएगा। परमात्मा दा तसव्वुर है। हुण इस तसव्वुर नूं इन्हां ने डाइल्यूट करन वास्ते साइंस दी मदद लई इन्हां अपने भाई रणजीत सिंह ने साइंस साइंटिफिक एंगल नूं विच लिआंदा। इत्थे मैं तुहानूं स्पष्ट कर दियां कि कुछ स्टेटमेंट्स होंदियां ने जिन्हां नूं असीं कहने आ स्टेटमेंट्स बाय साइंटिस्ट, विग्यानकां वल्लों दिता गया एक स्टेटमेंट, और एक स्टेटमेंट होंदी है जिन्हों असीं कहने आ साइंटिफिक स्टेटमेंट। जिहड़ी किसी विग्यानिक वल्लों दित्ती गई स्टेटमेंट होंदी है वो उहदा आइडिया हो सकदा। जिहड़ी साइंटिफिक स्टेटमेंट होंदी है वो साइंटिफिकली लैबोरेटरी विच प्रूवड होंदी है। रब दे बारे विच किसी भी साइंटिफिक लैबोरेटरी दे विच ये प्रूव नहीं किया गया कि रब नहीं है। ये रब प्रूव नहीं किया गया, जबकि अगर वो कहते हैं रब नहीं है तो उन्होंने लैबोरेटरी च प्रूव करना पेगा। इसी वजह से साइंटिस्ट कहते हैं कि साडे ख्याल च रब नहीं है जी। ते असीं कहने आ साडे गुरु साहबान दे अनुभव के मुताबिक रब है। असीं रब नूं प्रूव करिए इहदे पर साडी जिम्मेवारी घट है, लेकिन जिहड़ा विज्ञान नूं बनने वाला है उहदे पर रब नूं ना प्रूव करन दी जिम्मेवारी ज्यादा है। पर मसला यह है भी रब दी हों तो भाई रणजीत सिंह हुणे भी नहीं मुनकर हैगे, वो भी मनदे रब है, ठीक है जी। मनदे हाँ, पर जिहड़ा उन्हां दा पेश करने दा तरीका आ वो गुरमत अनुसारी नहीं, गुरमत अनुसारी नहीं। और ਉਹ ਕੀ ਹੈ, ਤੁਸੀਂ ਇੱਕ ਮੈਂ ਉਹਨਾਂ ਦੀ ਜਿਹੜੀ ਹੁਣ ਗੱਲ ਕਰਾਂਗਾ, ਇੱਕ ਤੁਹਾਡੇ ਕੋਲ ਵੀਡੀਓ ਹੋਏਗੀ ਜਿੱਥੇ ਉਹ ਕਹਿ ਰਹੇ ਨੇ ਕਿ ਕੁਦਰਤ ਵੀ ਰੱਬ ਹੈ ਔਰ ਕੁਦਰਤ ਹੀ ਰੱਬ ਹੈ। ਹਾਂਜੀ, ਉਹ ਸਟੇਟਮੈਂਟ ਸੁਣੀ ਹੋਈ, ਸਾਰਿਆਂ ਨੂੰ ਪਤਾ ਹੀ ਹੈ ਸਰੋਤਿਆਂ ਨੂੰ ਵੈਸੇ ਉਸ ਗੱਲ ਦਾ, ਉਹ ਕਹੀ ਹੈ। ਹਾਂ, ਫਿਰ ਮੈਂ ਹੁਣ ਤੁਹਾਨੂੰ ਕਹਾਂਗਾ ਕਿ ਜਿਹੜੇ ਤੁਹਾਨੂੰ ਮੈਂ 2 ਕਲਿੱਪ ਭੇਜੇ ਸੀਗੇ, ਉਹ ਜਿਸ ਤਰ੍ਹਾਂ ਦੇ ਉਹਨਾਂ ਦੇ ਜਿਹੜੇ ਥਿੰਕ ਟੈਂਕ ਨੇ, ਉਹ ਜਿਸ ਤਰ੍ਹਾਂ ਰੱਬ ਨੂੰ ਐਕਸਪਲੇਨ ਕਰਦੇ ਨੇ, ਉਹ ਤੁਸੀਂ ਪਲੀਜ਼ ਚਲਾ ਦਿਓ। ਛੋਟੇ ਜਿਹੇ ਕਲਿੱਪ ਨੂੰ 2 ਜੇ ਮੈਂ ਤੁਹਾਨੂੰ ਭੇਜੇ ਨੇ। ਤੇ ਜਿਹੜੇ ਆਪਣੇ ਹਰਨੇਕ ਸਿੰਘ ਵਾਲੇ ਆ, ਹਾਂਜੀ ਠੀਕ ਹੈ ਜੀ, ਉਹ ਚਲਾਉਂਦੇ ਆ ਜੀ ਆਪਾਂ। ਇਹ ਵੀ ਬਹੁਤ ਇੰਪੋਰਟੈਂਟ ਹੈ। ਇਹ ਜਿਹੜਾ ਹਰਨੇਕ ਸਿੰਘ ਨਾਲ ਆਵਾਜ਼ ਹੈ ਜਿਸ ਬੰਦੇ ਦੀ, ਹੈ ਕੌਣ ਹੈ ਬੰਦਾ, ਕੁਛ ਇਹਦੇ ਬਾਰੇ ਪਤਾ? ਮੈਨੂੰ ਨਹੀਂ ਪਤਾ ਜੀ। ਅੱਛਾ, ਇੱਕ ਨਾ ਮੇਰੇ ਖਿਆਲ ਰੇਡੀਓ ਵਿਰਸੇ ਦਾ ਇੱਕ ਕਲਿੱਪ ਨਹੀਂ ਭੇਜਿਆ ਜੰਮੂ ਸਾਹਿਬ ਨੂੰ ਚਲਾਉਣ ਨੂੰ, ਤੇ ਉਹਦੇ ਵਿੱਚ ਕੋਈ ਕਾਲਰ ਹਰਨੇਕ ਸਿੰਘ ਨਾਲ ਗੱਲਬਾਤ ਕਰ ਰਿਹਾ, ਤੇ ਉਹ ਤੁਹਾਨੂੰ ਸੁਣਾਉਣੇ ਆ। ਤੇ ਉਹਦੇ ਉੱਤੇ ਜਿਹੜਾ ਕਮੈਂਟ ਹੈ ਜੰਮੂ ਸਾਹਿਬ ਦਾ, ਮੈਂ ਇਹਦੀ ਇੰਟਰੋਡਕਸ਼ਨ ਦੇ ਦੇਣਾ। ਇਹ ਕਲਿੱਪ ਏਕ ਓਂਕਾਰ ਦੇ ਨਾਂ ਦਾ ਲੰਬਾ ਕਲਿੱਪ ਹੈ। ਹਾਂਜੀ, ਲੰਬਾ ਕਲਿੱਪ ਦੀ ਚਰਚਾ ਬਹੁਤ ਲੰਬੀ ਹੋ ਜਾਣੀ ਹੈ। ਇਹਦੀ ਮੈਂ ਸੀਰੀਅਲ ਵਾਈਜ਼ ਕਰਨ ਦੀ ਕੋਸ਼ਿਸ਼ ਕਰਾਂਗਾ ਲੇਟਰ ਔਨ, ਕਿਉਂਕਿ ਬਹੁਤ ਸਾਰੇ ਨੁਕਤੇ ਜਿਹੜੇ ਅੱਜ ਨਹੀਂ ਅਸੀਂ ਕਰ ਪਾਵਾਂਗੇ ਲੇਕਿਨ ਕਰਨੇ ਨੇ। ਉਹਦੇ ਵਿੱਚ ਇਹ ਬੰਦਾ, ਇਹ ਜਿਹੜਾ ਬੁਲਾ ਰਹੇ ਨੇ, ਇਹ ਵੀਰ ਜੀ ਕਹਿ ਰਹੇ ਨੇ ਕਿ ਲੋ ਜੀ ਪੇਸ਼ ਹੈ ਢੱਡਰੀਆਂ ਵਾਲੇ ਜਿਹਦਾ ਰੱਬ ਗੁਰਮਤ ਦੀ ਕਸਵੱਟੀ ਦੇ। ਇੱਥੋਂ ਇਹਨਾਂ ਨੇ ਗੱਲ ਸ਼ੁਰੂ ਕੀਤੀ ਹੈ ਤੇ ਉਹਦੇ ਉਸੇ ਸਿਲਸਿਲੇ ਵਿੱਚ ਇਹ 2 ਕਲਿੱਪ ਨੇ। ਓਕੇ, ਮੈਂ ਸੁਣਾਉਣਾ ਪਲੀਜ਼ ਚਲਾ। ਹਾਂਜੀ, ਤੀਜਾ ਵਿਚਾਰ ਜਿਹੜਾ ਗੁਰਬਾਣੀ ਚ ਆਉਂਦਾ ਹੈ, ਇਹ ਵੀ ਬਹੁਤ ਇੰਪੋਰਟੈਂਟ ਹੈ, ਰੱਬ ਦੀ ਕਲਾਸੀਫਿਕੇਸ਼ਨ ਵਾ। ਹਾਂਜੀ, ਇਸ ਵਿਚਾਰ ਅਧੀਨ ਪਾਤਸ਼ਾਹ ਨੇ ਰੱਬ ਨੂੰ 2 ਰੂਪਾਂ ਚ ਕਲਾਸੀਫਾਈ ਕੀਤਾ। ਨੰਬਰ 1 ਸਰਗੁਣ ਸਰੂਪ ਦਿਸਦਾ ਰੱਬ, ਤੇ ਨੰਬਰ 2 ਨਿਰਗੁਣ ਸਰੂਪ ਅਣਦਿਸਦਾ ਰੱਬ। ਹਾਂਜੀ, ਨਿਰੰਕਾਰ ਆਕਾਰ ਆਪ, ਨਿਰਗੁਣ ਸਰਗੁਣ ਏਕ। ਨਿਰਗੁਣ ਆਪ, ਸਰਗੁਣ ਕੀ ਭਾਵ ਕਿ ਨਿਰਾਕਾਰ ਜੋ ਅਣਦਿਸਦਾ ਹੈ, ਜਿਸਦਾ ਕੋਈ ਆਕਾਰ ਨਹੀਂ, ਉਹ ਵੀ ਰੱਬ ਹੀ ਹੈ।
ਤੇ ਆਕਾਰ ਜੋ ਸਭ ਪਾਸੇ ਦ੍ਰਿਸ਼ਟਮਾਨ ਹੈ ਉਹ ਵੀ ਰੱਬ ਹੀ ਹੈ। ਹੁਣ ਇਸੇ ਵਿਚਾਰ ਵਿੱਚ ਰੱਬ ਦੇ ਅਰਥ ਕੁਦਰਤ ਕਰ ਲਓ ਕਿ ਜੋ ਆਕਾਰ ਹੈ, ਜੰਗਲ, ਪਹਾੜ, ਸਮੁੰਦਰ, ਧਰਤੀ, ਚੰਦ, ਸੂਰਜ, ਤਾਰੇ, ਇਹ ਵੀ ਕੁਦਰਤ ਹੈ। ਤੇ ਜੋ ਅਣਦਿਸਦਾ ਹੈ ਕੁਦਰਤ ਦੇ ਵਿੱਚ 4 ਫੰਡਾਮੈਂਟਲ ਫੋਰਸਿਸ ਨਾਲ ਲੈਸ ਕੁਦਰਤ ਦਾ ਸਮੁੱਚਾ ਸਿਸਟਮ। ਨੰਬਰ 1 ਗ੍ਰੈਵੀਟੇਸ਼ਨ ਫੋਰਸ, ਨੰਬਰ 2 ਇਲੈਕਟ੍ਰੋਮੈਗਨੈਟਿਕ ਫੋਰਸ, ਨੰਬਰ 3 ਵੀਕ ਨਿਊਕਲੀਅਰ ਫੋਰਸ, ਨੰਬਰ 4 ਸਟਰੋਂਗ ਨਿਊਕਲੀਅਰ ਫੋਰਸ। ਇਹ 4 ਜਿਹੜੀਆਂ ਮੁੱਢਲੀਆਂ ਮੁੱਖ ਫੰਡਾਮੈਂਟਲ ਫੋਰਸਿਸ ਹੁੰਦੀਆਂ ਨੇ, ਇਹਦੇ ਨਾਲ ਲੈਸ ਹੈ ਕੁਦਰਤ ਦਾ ਸਿਸਟਮ। ਇਹਦੇ ਕਾ ਅਧੀਨ ਪਰ ਰਗੜ ਵਾਲਾ ਜਾਂ ਹੀਟ ਆ ਗਿਆ, ਬੁਝਾਊ ਸ਼ਕਤੀ ਆ ਗਈ, ਗਤੀ ਦੇ ਨਿਯਮ ਆ ਗਏ। ਗੱਲ ਕਿ ਸਮੁੱਚਾ ਸਿਸਟਮ ਆਫ ਨੇਚਰ ਕੁਦਰਤ ਦਾ ਉਹ ਰੂਪ ਹੈ ਜੋ ਦਿਸਦਾ ਨਹੀਂ, ਨਿਰਾਕਾਰ ਹੈ, ਨਿਰੰਕਾਰ ਹੈ। ਦੂਜਾ ਵੀ ਚਲਾ ਦੋ ਨਾਲੇ ਜੀ। ਹਾਂਜੀ ਉਹ ਵੀ ਚਲਾ ਦਿਓ, ਛੋਟਾ ਜਿਹਾ। ਠੀਕ ਹੈ। ਗੁਰਬਾਣੀ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੁਰਬਾਣੀ ਵਾਲੇ ਅਣਦਿਸਦੇ ਰੱਬ ਦੇ ਅਰਥ ਲਾਅ ਆਫ ਨੇਚਰ, ਸਿਸਟਮ ਆਫ ਨੇਚਰ ਬਣਦੇ ਹੈ ਕਿ ਨਹੀਂ। ਸੋ ਉਹ ਵਿਚਾਰ ਕਰੀਏ ਉਹਨਾਂ ਪੰਗਤੀਆਂ ਸ਼ਬਦਾਂ ਦੀ ਜਿਨ੍ਹਾਂ ਵਿੱਚ ਕਰਤਾ ਤੇ ਰਚਨਾ ਨੂੰ ਅਲੱਗ-ਅਲੱਗ ਦੱਸਿਆ। ਵੈਸੇ ਤਾਂ ਪਾਤਸ਼ਾਹ ਨੇ ਜਦੋਂ ਦੋਨੋਂ ਸਰੂਪ ਰੱਬ ਦੇ ਕਹੇ ਕਿ ਸਰਗੁਣ ਤੇ ਨਿਰਗੁਣ 2 ਸਰੂਪਾਂ ਦੀ ਗੱਲ ਕਰ ਹੀ ਦਿੱਤੀ ਹੈ, ਫਿਰ ਡਿਟੇਲ ਦੱਸਣ ਵੇਲੇ ਵੀ ਤਾਂ 2 ਦੀ ਗੱਲ ਆਊਗੀ ਨਾ। ਜਦ ਦਿਸਦੇ ਤੇ ਅਣਦਿਸਦੇ ਦੋਹਾਂ ਸਰੂਪਾਂ ਨੂੰ ਬਰਾਬਰ ਰੱਖ ਕੇ ਪਾਤਸ਼ਾਹ ਗੱਲ ਕਰਦੇ ਆ ਤਾਂ ਫਿਰ ਉਹ ਦਿਸਦੇ ਨੂੰ ਰਚਨਾ ਕਹਿੰਦੇ ਤੇ ਅਣਦਿਸਦੇ ਨੂੰ ਰੱਬ ਕਹਿੰਦੇ, ਅਕਾਲ ਪੁਰਖ ਕਰਤਾ ਕਹਿੰਦੇ। ਹਾਂਜੀ ਵੀਰ ਜੀ, ਵੈਸੇ ਗੱਲ ਮੈਂ ਪਹਿਲੀ ਵਾਰ ਸੁਣਿਆ ਕਲਿੱਪ, ਤੇ ਗੱਲ ਬੜੀ ਉਹਨੇ ਕੀਤੀ ਆਪਣੇ ਹਿਸਾਬ ਨਾਲ, ਬੜੀ ਡੂੰਘੀ ਗੱਲ ਕੀਤੀ ਆ ਉਹਨੇ। ਤੇ ਇਹਦੇ ਤੁਸੀਂ ਹੁਣ ਕਿੱਦਾਂ ਕੀ ਸੋਚਦੇ ਆ? ਉਹਨੇ ਇੱਕ ਹੋਰ ਹੀ ਪੱਖ, ਨਵਾਂ ਹੀ ਪੱਖ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਰੱਬ ਨੂੰ ਜਿਹੜਾ ਉਹ ਰੱਬ ਦੀ ਵਿਆਖਿਆ ਕਰਨ ਲਈ, ਤੇ ਤੁਸੀਂ ਕੀ ਇਹਦੇ ਬਾਰੇ ਸੋਚਦੇ ਆ? ਹਾਂਜੀ ਦੇਖੋ, ਪਹਿਲੀ ਗੱਲ ਜਿੱਥੋਂ ਅਗਰ ਤੁਸੀਂ ਸਾਰੀ ਸੁਣੋਗੇ ਨਾ, ਉਹਦੇ ਵਿੱਚ ਕੀ ਕੀਤਾ ਉਹਨਾਂ ਨੇ, ਉਹਦੇ ਵਿੱਚ ਉਹਨਾਂ ਨੇ ਇੱਕ ਟ੍ਰਿਕ ਖੇਡੀ ਸ਼ੁਰੂ ਤੋਂ ਕਿ ਜਿੱਥੇ ਕਾਦਰ, ਰਾਮ, ਪ੍ਰਭੂ, ਈਸ਼ਵਰ, ਜਿੱਥੇ ਵੀ ਪਾਰ ਬ੍ਰਹਮ, ਜਿੱਥੇ ਵੀ ਸ਼ਬਦ ਆਏ ਨੇ, ਉਹਦਾ ਮੀਨਿੰਗ ਤੁਸੀਂ ਕੁਦਰਤ ਕਰ ਲਓ। ਥੋੜਾ ਪਿੱਛੇ ਹੋ ਕੇ ਬੈਠੋ ਜੰਮੂ ਸਾਹਿਬ, ਥੋੜਾ ਪਿੱਛੇ ਹੋ ਕੇ ਬੈਠੋ ਭਾਵੇਂ ਥੋੜਾ। ਹਾਂ ਇੱਥੇ ਬੈਠ ਗੱਲ ਕਰੋ। ਹਾਂ ਇੱਥੇ ਬੈਠ ਕਰੋ। ਉਹਨਾਂ ਨੇ ਕੀ ਕੀਤਾ ਹੈ ਕਿ ਸ਼ੁਰੂ ਤੋਂ ਨਾ ਇਸ ਆਡੀਓ ਦੇ ਲੋਕ ਸੁਣ ਵੀ ਸਕਦੇ ਨੇ ਸਾਰੇ। ਉਹਨਾਂ ਨੇ ਕੀਤਾ ਹੈ ਕਿ ਪਹਿਲੀ ਕੰਡੀਸ਼ਨ ਇਹ ਰੱਖੀ ਹੈ ਕਿ ਜਿੱਥੇ ਵੀ ਗੁਰਬਾਣੀ ਵਿੱਚ ਰਾਮ, ਪਾਰ ਬ੍ਰਹਮ, ਪ੍ਰਭੂ, ਈਸ਼ਵਰ, ਕਾਦਰ ਆਇਆ, ਉੱਥੇ ਤੁਸੀਂ ਸਾਰੇ ਉਹਦਾ ਮਤਲਬ ਕੁਦਰਤ ਕਰ ਲਓ। ਠੀਕ ਹੈ। ਇਹ ਇਸ ਤਰ੍ਹਾਂ ਹੋ ਗਿਆ ਕਿ ਜਿਸ ਤਰ੍ਹਾਂ ਕੋਈ ਇਹ ਕਵੇ ਕਿ ਸੈਂਕੜੇ ਸਬਜ਼ੀਆਂ ਦੀ ਦੁਕਾਨ ਦੇ ਵਿੱਚ ਕੋਈ ਸਬਜ਼ੀਆਂ ਪਈਆਂ ਹੋਣ ਤੇ ਉਹ ਕਵੇ ਜੀ ਸਾਰੀ ਸਬਜ਼ੀਆਂ ਦਾ ਨਾਮ ਭਿੰਡੀ ਰੱਖ ਦਿਓ, ਤੇ ਫਿਰ ਤੁਸੀਂ ਸਬਜ਼ੀਆਂ ਦੇ ਬਾਰੇ ਚ ਗੱਲ ਕਰਨੀ ਸ਼ੁਰੂ ਕਰੋ। ਚਲੋ ਖੈਰ ਟ੍ਰਿਕ ਖੇਡੀ ਇਹਨਾਂ ਨੇ ਲਾਸਟ ਕਲਿੱਪ ਵਿੱਚ ਇੱਕ ਗੱਲ ਮੰਨੀ ਹੈ ਕਿ ਬਾਣੀ ਦੇ ਵਿੱਚ ਇੱਕ ਕਰਤਾ ਕਿਹਾ ਗਿਆ ਔਰ ਇੱਕ ਕ੍ਰਿਤ ਕਿਹਾ ਗਿਆ, ਇੱਕ ਨੂੰ ਰਚਨਾ ਕਿਹਾ ਗਿਆ। ਇਹ ਮੈਂ ਨਹੀਂ ਕਿਹਾ, ਇਹਨਾਂ ਨੇ ਕਿਹਾ, ਇਹ ਮਜਬੂਰੀ ਹੈ ਮੰਨਣਾ ਕਿਉਂਕਿ ਇਹ ਵਾਕਈ ਹੀ ਗੁਰਬਾਣੀ ਚ ਇਸ ਤਰ੍ਹਾਂ ਕਿਹਾ ਗਿਆ। ਠੀਕ ਹੈ। ਹੁਣ ਇਹਨਾਂ ਨੇ ਕਿਹਾ ਕਿ ਸਰਗੁਣ ਸਰੂਪ ਹੈ ਤੇ ਨਿਰਗੁਣ ਸਰੂਪ ਹੈ। ਠੀਕ ਹੈ ਜੀ, 2 ਸਰੂਪ ਹੈ ਜਿਨ੍ਹਾਂ ਨੇ ਕਿਹਾ ਕਿ ਨਿਰਗੁਣ ਹੋ ਗਿਆ ਜਿਹੜਾ ਦਿਸਦਾ ਨਹੀਂ, ਤੇ ਸਰਗੁਣ ਹੋ ਗਿਆ ਜਿਹੜਾ ਦਿਸਦਾ। ਸਰਗੁਣ ਹੋ ਗਿਆ ਜਿਹੜਾ ਦੀਦਾ। ਉਹ ਕਹਿੰਦੇ ਜਿਹੜਾ ਚੀਜ਼ ਜਿਹੜੀ ਦੀਦੀ ਆ ਉਹ ਕੁਦਰਤ ਆ, ਤੇ ਜਿਹੜੀ ਚੀਜ਼ ਨਹੀਂ ਦਿਸਦੀ ਦਾ ਗ੍ਰੈਵਿਟੀ ਆ, ਗ੍ਰੈਵਿਟੀ ਦੇ ਵਿੱਚ ਉੱਤੇ ਨੂੰ ਕੋਈ ਚੀਜ਼ ਮਾਰਦੀ ਆ, ਉਹ ਚੀਜ਼ ਉੱਤੇ ਨੂੰ ਜਾਂਦੀ ਆ, ਫਿਰ ਥੱਲੇ ਨੂੰ ਆਉਂਦੀ ਆ, ਉਹ ਦਿਸਦੀ ਆ, ਉਹ ਕੁਦਰਤ ਹੋ ਗਈ। ਜਿਸ ਕਾਰਨ ਉਹ ਗ੍ਰੈਵਿਟੀ ਦੇ ਕਾਰਨ ਥੱਲੇ ਨੂੰ ਆਉਂਦੀ ਆ, ਉਹ ਨਹੀਂ ਦਿਸਦੀ ਗ੍ਰੈਵਿਟੀ, ਤੇ ਉਹ ਰੱਬ ਹੋ ਗਿਆ। ਇਹ ਇਦਾਂ ਨਹੀਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਵਿੱਚ ਮਹਾਰਾਜ ਇੱਥੋਂ ਸ਼ੁਰੂ ਕਰਦੇ ਨੇ ਸਿੱਧ ਗੋਸ਼ਟ ਦੇ ਵਿੱਚ। ਸਿੱਧ ਗੋਸ਼ਟ ਵਿੱਚ ਮਹਾਰਾਜ ਨੇ ਇੱਕ ਚੀਜ਼ ਸਪਸ਼ਟ ਕੀਤੀ ਹੈ, ਅਵਗੋਤੇ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ। ਉਸ ਅਨ ਦ੍ਰਿਸ਼ਟ ਅਨ ਰੂਪ ਨਰੰਗ, ਜਿਹਦਾ ਕੋਈ ਰੂਪ ਰੰਗ ਨਹੀਂ ਹੈ, ਉਸ ਪਰਮਾਤਮਾ ਤੋਂ ਇਹ ਜਿਹੜਾ ਜਗਤ ਬਣਿਆ, ਜਿੱਥੋਂ ਨਿਰਗੁਣ ਤੇ ਸਰਗੁਣ, ਜਿਹੜੇ ਨਿਰਗੁਣ ਤੋਂ ਸਰਗੁਣ ਜਿਹੜਾ ਉਹ ਪ੍ਰਗਟ ਹੋਇਆ। ਨਿਰਗੁਣ ਪਰਮਾਤਮਾ ਜਿਹੜਾ ਉਹ ਸਰਗੁਣ ਪ੍ਰਗਟ ਹੋਇਆ। ਇਹਨਾਂ ਨੇ ਕੁਦਰਤ ਦੇ 2 ਰੂਪ ਕਰਤੇ, ਇੱਕ ਨਿਰਗੁਣ ਤੇ ਇੱਕ ਸਰਗੁਣ। ਜਦ ਕਿ ਕੁਦਰਤ ਦੇ ਵਿੱਚ ਸ਼ਾਂਖ ਸ਼ਾਸਤਰ ਦੇ ਮੁਤਾਬਕ, ਇਹ ਸ਼ਾਂਖ ਸ਼ਾਸਤਰ ਦੀ ਥਿਊਰੀ ਲੈ ਕੇ ਆਇਆ ਨਾ, ਉਹਦੇ ਮੁਤਾਬਕ ਜਿਹੜਾ ਨਿਰਗੁਣ ਹੈ ਚੀਜ਼,
ਨਿਰਗੁਣ ਹੂੰ ਨਿਰਗੁਣ ਚੀਜ਼ ਹੈ ਕਿ ਜਿਹਦੇ ਵਿੱਚ ਕੋਈ ਗੁਣ ਨਾ ਹੋਏ। ਇਹਨਾਂ ਨੇ ਜਿਹੜੀ 4 ਫੰਡਾਮੈਂਟਲ ਫੋਰਸਿਸ ਦਿਖਾਈਆਂ ਨੇ ਉਹਨੂੰ ਨਿਰਗੁਣ ਦੱਸਣ ਵਾਸਤੇ, ਮੀਨ ਸਟਰੋਂਗ ਨਿਊਕਲੀਅਰ ਫੋਰਸ, ਵੀਕ ਨਿਊਕਲੀਅਰ ਫੋਰਸ, ਇਲੈਕਟ੍ਰੋਮੈਗਨੈਟਿਕ ਫੋਰਸ ਔਰ ਗ੍ਰੈਵਿਟੇਸ਼ਨਲ ਫੋਰਸ। ਇਹ ਫੋਰਸਾਂ ਨਿਰਗੁਣ ਨਹੀਂ ਨੇ। ਹੂੰ ਇਹ ਭਾਈ ਸਾਹਿਬ ਕਿਸੇ ਸਾਇੰਸ ਦੇ ਇੱਕ 6ਵੀਂ 7ਵੀਂ ਪੜ੍ਹਾਉਣ ਵਾਲੇ ਕਿਸੇ ਟੀਚਰ ਨੂੰ ਜਾ ਕੇ ਪੁੱਛਣ ਕਿ ਇਹ ਫੰਡਾਮੈਂਟਲ ਫੋਰਸਿਸ ਬਗੈਰ ਗੁਣਾ ਤੋਂ ਹਨ, ਹੂੰ ਕਿਆ ਇਹਨਾਂ ਵਿੱਚ ਗੁਣ ਨਹੀਂ ਹੈ ਔਰ ਇਹ ਉਪਜੀਆਂ ਕਿੱਥੋਂ ਨੇ? ਇਹ ਦੇ ਆਰ ਦੀ ਪਾਰਟ ਆਫ ਦਾ ਮੈਟਰ। ਹੂੰ ਜੋ ਚੀਜ਼ ਮੈਟਰ ਦਾ ਪਾਰਟ ਹੈ ਉਹ ਨਿਰਗੁਣ ਕਿਸ ਤਰ੍ਹਾਂ ਹੈ? ਹੂੰ ਉਹ ਤਾਂ ਨਿਰਗੁਣ ਹੋ ਹੀ ਨਹੀਂ ਸਕਦਾ। ਨਿਰਗੁਣ ਤੇ ਉਹ ਹੈ ਜਿਹਦੇ ਵਿੱਚ 3 ਗੁਣ ਜਿਹੜੇ ਨੇ, ਜਿਸ ਤਰ੍ਹਾਂ ਮਹਾਰਾਜ ਨੇ ਕਿਹਾ ਨਾ, ਰੂਪ ਰੇਖ ਨਰੰਗ ਕਿਛ ਹੂੰ ਪ੍ਰਭ ਤ੍ਰੈ ਗੁਣ ਤੇ ਪ੍ਰਭ ਭਿੰਨ। ਰੂਪ ਰੇਖ ਨਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ। ਹੂੰ ਮੀਰ ਪ੍ਰਮਾਤਮਾ 3 ਗੁਣਾ ਤੋਂ ਭਿੰਨ ਹੈ। ਉਹਦਾ ਕੋਈ ਰੂਪ ਨਹੀਂ ਹੈ, ਉਹਦਾ ਕੋਈ ਰੇਖ ਨਹੀਂ ਹੈ। ਹੂੰ ਤੇ ਜਿਹੜੀ ਕੁਦਰਤ ਨੂੰ ਇਹ ਕਹਿ ਰਹੇ ਨਾ ਕਿ ਇਹ ਨਿਰਗੁਣ ਹੈ, ਜਦ ਦਰਅਸਲ ਇਸ ਕੁਦਰਤ ਦਾ ਇੱਕ ਰੂਪ ਹੈ ਜੀ। ਔਰ ਉਸ ਰੂਪ ਦੀ ਐਗਜ਼ਿਸਟੈਂਸ ਵਿਗਿਆਨਿਕਾਂ ਨੇ ਸਿੱਧ ਕੀਤੀ ਹੈ ਕਿ ਇਹ 13.83 ਬਿਲੀਅਨ ਈਅਰਸ ਐਗੋ ਇਹ ਬ੍ਰਹਮਾਂਡ ਹੋਂਦ ਵਿੱਚ ਆਇਆ। ਹੂੰ ਔਰ ਪਲਾਂਕ ਮੈਥਡ ਦੇ ਨਾਲ ਇਹ ਵੀ ਹੁਣ 99% ਦੇ ਕਰੀਬ ਇਹ ਐਸਟੈਬਲਿਸ਼ ਕੀਤਾ ਜਾ ਚੁੱਕਾ ਹੈ, 90 ਔਰ 99%, ਕਿ ਇਹ ਜਿਹੜਾ ਬ੍ਰਹਮਾਂਡ ਹੈ ਇਹ ਆਪਣੇ ਰੂਪ ਵਿੱਚ ਫਲੈਟ ਹੈ। ਹੂੰ ਇਹ ਫਲੈਟ ਹੈ। ਜਦ ਬ੍ਰਹਮਾਂਡ ਦਾ ਰੂਪ ਵੀ ਐਸਟੈਬਲਿਸ਼ ਹੋ ਚੁੱਕਾ ਹੈ, ਬ੍ਰਹਮਾਂਡ ਦੀ ਉਮਰ ਵੀ ਐਸਟੈਬਲਿਸ਼ ਹੋ ਚੁੱਕੀ ਹੈ, ਔਰ ਬ੍ਰਹਮਾਂਡ ਦੀ ਉਮਰ ਦੇ ਮੁਤਾਬਕ ਇਹ ਵੀ ਮੰਨ ਚੁੱਕੇ ਨੇ ਕਿ ਬ੍ਰਹਮਾਂਡ ਕੰਟਰੈਕਸ਼ਨ ਵਿੱਚ ਜਾਏਗਾ ਔਰ ਉਸ ਲਈ ਬੀਜ ਬਣ ਜਾਏਗਾ। ਬੀਜ ਕਿੰਨਾ ਬਣੇਗਾ? ਰੇਤ ਦੇ ਦਾਣੇ ਜਿੰਨਾ, ਰੇਤ ਦੇ ਬॉल ਜਿੰਨਾ। ਉੱਥੇ ਵੀ ਉਹਦਾ ਰੂਪ ਡਿਸਾਈਡ ਸਾਇੰਸ ਨੇ ਕਰ ਲਿਆ। ਤੇ ਜਿਹਦਾ ਰੂਪ ਹੀ ਡਿਸਾਈਡ ਹੋ ਗਿਆ ਉਹ ਅਨਦ੍ਰਿਸ਼ਟ ਕਿਸ ਤਰ੍ਹਾਂ ਹੋਇਆ? ਬਿਲਕੁਲ। ਉਹ ਨਿਰਗੁਣ ਕਿਸ ਤਰ੍ਹਾਂ ਹੋਇਆ? ਉਹ ਰੇਖ ਦੇ ਬਿਨਾਂ ਕਿਸ ਤਰ੍ਹਾਂ ਹੋਇਆ? ਉਹਦੀ ਰੇਖਾਕ੍ਰਿਤੀ ਹੈ, ਬ੍ਰਹਮਾਂਡ ਦੀ ਰੇਖਾਕ੍ਰਿਤੀ ਹੈ ਜੀ, ਜਿਹਨੂੰ ਸਾਇੰਸ ਨੇ ਐਸਟੈਬਲਿਸ਼ ਕਰ ਰਿਹਾ। ਔਰ ਅਗਰ ਅਸੀਂ ਬਿਗ ਬੈਂਗ ਦੀ ਥਿਊਰੀ ਜਿਹਨੂੰ ਇਹ ਮੰਨਦੇ ਨਾ, ਅਗਰ ਅਸੀਂ ਉਹਨੂੰ ਮੰਨ ਲਈਏ, ਪਹਿਲੀ ਤੇ ਬਿਗ ਬੈਂਗ ਦੀ ਥਿਊਰੀ ਦਿੱਤੀ ਇੱਕ ਪਾਦਰੀ ਨੇ। ਅੱਛਾ ਜੀ। ਇਹ ਕਹਿੰਦੇ ਨੇ ਪੁਜਾਰੀ ਸਾਰੇ ਦਾ ਬੇੜਾ ਗਰਕ ਕਰ ਗਿਆ। ਤੇ ਬਿਗ ਬੈਂਗ ਦੀ ਥਿਊਰੀ ਤੇ ਇੱਕ ਜਾਰਜਸ ਨੇ ਦਿੱਤੀ, ਉਹ ਪਾਦਰੀ ਚਰਚ ਦਾ, ਅਜੇ ਵੀ ਸ਼ਾਇਦ ਜ਼ਿੰਦਾ ਹੈ। ਬਿਗ ਬੈਂਗ ਦੀ ਥਿਊਰੀ ਦੇਣ ਵਾਲਾ ਉਹ ਸੀ, ਜਾਂ ਕੁਝ ਦੇਰ ਪਹਿਲੇ ਸ਼ਾਇਦ ਹੋ ਸਕਦਾ ਗੁਜ਼ਰ ਗਿਆ ਹੋਏ। ਉਹ ਪਾਦਰੀ ਚਰਚ ਦਾ, ਉਹਨੇ ਬਿਗ ਬੈਂਗ ਦੀ ਥਿਊਰੀ ਦਿੱਤੀ ਹੈ। ਬਿਗ ਬੈਂਗ ਦੀ ਥਿਊਰੀ ਦੇ ਮੁਤਾਬਕ ਇਹ ਜਿੰਨਾ ਬ੍ਰਹਮਾਂਡ ਹੈ ਇੱਕ ਕੰਟਰੈਕਸ਼ਨ ਫਾਰਮ ਵਿੱਚ ਸੀ, ਇੱਕ ਸਿੰਗੂਲੈਰਿਟੀ ਵਿੱਚ ਸੀ। ਉਹ ਸਿੰਗੂਲੈਰਿਟੀ ਨੂੰ ਐਕਸਪਲੇਨ ਕੀ ਕਰਦੇ ਨੇ ਕਿ ਇੱਕ ਰੇਤ ਦੇ ਦਾਣੇ ਜਿੰਨੀ ਸੀ। ਰੂਪ ਆ ਗਿਆ ਨਾ ਰੂਪ ਇੱਥੇ ਜੀ, ਰੇਖਾਕ੍ਰਿਤੀ ਵੀ ਆ ਗਈ। ਤੇ ਜਿਹਦਾ ਰੂਪ ਔਰ ਰੇਖਾਕ੍ਰਿਤੀ ਹੈ ਉਹ ਬਾਣੀ ਦੇ ਮੁਤਾਬਕ, ਤੇ ਬਾਣੀ ਤੇ ਕਹਿ ਰਹੀ ਹੈ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ। ਹੁਣ ਉਸ ਸਿੰਗੂਲੈਰਿਟੀ ਵਿੱਚ ਵੀ 3 ਗੁਣ ਹਨ। ਔਰ ਅੱਜ ਜਿਤਨੀ ਵੀ ਕਾਇਨਾਤ ਹੈ ਇਹ ਸਾਰੀ 3 ਗੁਣੀ, ਔਰ ਇਹਦੀਆਂ ਫੰਡਾਮੈਂਟਲ ਫੋਰਸਿਸ ਵੀ 3 ਗੁਣੀ। ਤੇ ਭਾਈ ਸਾਹਿਬ ਜਿਹੜੇ ਆਏ ਨੇ ਇਹਨਾਂ ਨੂੰ ਇੰਨਾ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ 4 ਫੰਡਾਮੈਂਟਲ ਫੋਰਸਿਸ ਨੇ ਇਹ ਦੈਟ ਇਜ਼ ਦਾ ਇੰਟਰਪਲੇ ਆਫ ਦਾ ਪਾਰਟੀਕਲਸ। ਇਹ ਮੈਟਰ ਦਾ ਇੰਟਰਪਲੇ ਹੈ। ਇਹ ਮੈਟਰ ਦੇ ਹੋਣ ਦੇ ਕਾਰਨ ਫੋਰਸਿਸ ਨੇ। ਇਹਨਾਂ ਫੋਰਸਿਸ ਨੇ ਮੈਟਰ ਨੂੰ ਨਹੀਂ ਬਣਾਇਆ। ਇਹ ਬਿਲਕੁਲ ਅਬੇ ਕੁਦਰਤ ਨੇ, ਸਿੱਧੀ ਗੱਲ ਹੈ, ਕੁਦਰਤ ਨੇ ਕਰਤਾ ਨਹੀਂ ਬਣਾਇਆ, ਕਰਤੇ ਨੇ ਕੁਦਰਤ ਬਣਾਈ ਆ, ਇਦਾਂ ਕਹੋ ਨਾ। ਹਾਂ, ਜੇ ਕਹਿੰਦੇ ਕਿ ਇਹ 4 ਫੰਡਾਮੈਂਟਲ ਫੋਰਸਿਸ ਜਿਹੜੀਆਂ ਨੂੰ ਕਰਤਾ ਬਾਣੀ ਦੇ ਮੁਤਾਬਕ, ਬਈ ਇਹ ਕਹਿ ਰਹੇ ਨੇ ਕਿ ਬਾਣੀ ਦੇ ਵਿੱਚ ਕਰਤਾ ਦੀ ਗੱਲ ਆਈ ਹੈ ਔਰ ਰਚਨਾ ਦੀ ਗੱਲ ਵੀ ਆਈ ਹੈ। ਤੇ ਕਰਤਾ ਜਿਹੜਾ ਉਹ 4 ਫੰਡਾਮੈਂਟਲ ਫੋਰਸਿਸ ਕਿਉਂਕਿ ਦਿਸਦੀਆਂ ਨਹੀਂ। ਅੱਛਾ, ਆਪਣੇ ਜੰਮੂ ਸਾਹਿਬ ਇੱਕ ਨਾ ਜਿਹੜੇ ਭਾਈ ਰਣਜੀਤ ਸਿੰਘ ਹੁਣੀ ਗੱਲ ਕਰਦੇ ਹੁੰਦੇ ਆ, ਦੇਖੋ ਜੀ, ਇਹ ਜਿਹੜੇ ਆਜ਼ਾਦ ਪ੍ਰਚਾਰ ਕਿਆ, ਮਿਸ਼ਨਰੀ ਪ੍ਰਚਾਰ ਕਿਆ ਜੀ, ਇਹ ਦੇਖੋ ਜੀ, ਇਹ ਗੱਲ ਕਹਿੰਦੇ ਆ ਵੀ ਕੁਦਰਤ ਵੀ ਰੱਬ ਆ ਤੇ ਕੁਦਰਤ ਨੂੰ ਬਣਾਉਣ ਵਾਲਾ ਵੀ ਰੱਬ ਆ। ਦੇਖੋ ਜੀ, ਇਹ 2 ਰੱਬਾਂ ਦੀਆਂ ਗੱਲਾਂ ਕਰਦੇ ਆ ਵੀ ਇਹਦਾ ਮਤਲਬ 2 ਹੋ ਗਿਆ ਜੀ, ਵੀ ਇੱਕ ਕੁਦਰਤ ਨੂੰ ਬਣਾਉਣ ਵਾਲਾ ਤੇ ਇੱਕ ਕੁਦਰਤ। ਇਹ ਇਦਾਂ ਦੀਆਂ ਗੱਲਾਂ ਵੀ ਕਰਦੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਜਦੋਂ ਇਦਾਂ ਦੀਆਂ ਸਟੇਟਮੈਂਟਾਂ ਦਿੰਦੇ ਆ, ਇਹ ਜਾਣ ਕੇ ਇਲਜ਼ਾਮਬਾਜ਼ੀ ਇਹ ਕਰਦੇ ਆ, ਤੇ ਇੱਕ ਐਕਚੁਅਲੀ ਕਹਿ ਤਾਂ ਇਹ ਵੀ ਉਹ ਕੁਛ ਹੀ ਰਹੇ ਆ। ਨਹੀਂ, ਇਹ ਉਹ ਕੁਝ ਨਹੀਂ ਕਹਿ ਰਹੇ, ਦੇ ਆਰ ਕਨਫਿਊਜ਼ਡ।
ਦੇ ਆਰ ਕਨਫਿਊਜ਼ਡ, Yeah. ਦੇ ਆਰ ਟੋਟਲੀ ਕਨਫਿਊਜ਼ਡ। ਇਹ Yeah. ਕੀ ਕਹਿ ਰਹੇ ਨੇ ਕਿ ਮੈਟਰ ਦੇ ਵਿੱਚੋਂ ਜਿਹੜੀ ਚੀਜ਼ ਨਿਕਲੀ ਹੈ, ਜਿਹੜੀ ਮੈਟਰ ਦੇ ਕਾਰਨ ਬਣੀ ਹੈ, ਜਿਹੜੀ ਮੈਟਰ ਦੇ ਪਾਰਟੀਕਲਸ ਦੇ ਕਾਰਨ ਐਗਜ਼ਿਸਟ ਕਰ ਰਹੀ ਹੈ, ਉਹਨੂੰ ਇਹ ਕਰਤਾ ਕਹਿ ਰਹੇ ਨੇ। ਇਹ ਕਰਤਾ ਤੇ ਮੈਟਰ ਹੋਇਆ। ਯਾ ਹੋਰ ਫੰਡਾਮੈਂਟਲ ਫੋਰਸਿਸ ਆਈਆਂ ਕਿੱਥੋਂ ਨੇ? ਹੋਰ ਫੰਡਾਮੈਂਟਲ ਫੋਰਸਿਸ ਨੇ ਜਹਾਂ ਥੋੜੀ ਬਣਾਇਆ, ਸਿਰਫ ਉਹਨਾਂ ਦੇ ਇੰਟਰਪਲੇ ਨੇ ਚੀਜ਼ਾਂ ਕ੍ਰੀਏਟ ਕੀਤੀਆਂ। ਜਦ ਕਿ ਚੀਜ਼ਾਂ ਕ੍ਰੀਏਟ ਕਰਨੇ ਸੀ ਉਹ ਫੋਰ ਫੰਡਾਮੈਂਟਲ ਫੋਰਸਿਸ ਪਦਾਰਥ ਤੋਂ ਹੀ ਨਿਕਲੀਆਂ। ਜੀ ਬਿਲਕੁਲ ਬਿਲਕੁਲ। ਉਹ ਸਰਗੁਣ ਨੇ ਸਾਰੀਆਂ, ਉਹ ਸਾਰੀਆਂ ਸਰਗੁਣ ਨੇ। ਜੇ ਸਰਗੁਣ ਨਾ ਹੁੰਦੀਆਂ ਤੇ ਵਿਗਿਆਨਿਕ ਪਛਾਣ ਕਿਸ ਤਰ੍ਹਾਂ ਕਰਦੇ ਉਹਨਾਂ ਦੀ? ਵਿਗਿਆਨਕਾਂ ਨੇ ਲੱਭ ਕਿੱਥੋਂ ਲਈਆਂ? ਉਹ ਜਿਹੜੀ ਚੀਜ਼ ਲੱਭ ਲਈ ਗਈ ਉਹ ਨਿਰਗੁਣ ਨਹੀਂ ਹੈ ਜੀ, ਉਹ ਸਰਗੁਣ ਹੈ। ਇਹ ਸਰਗੁਣ ਦੇ ਵਿੱਚ ਦੋ ਡਾਇਕਟੋਮੀ ਕਰਕੇ ਇੱਕ ਨੂੰ ਕਰਤਾ ਬਣਾ ਰਹੇ ਨੇ, ਇੱਕ ਨੂੰ ਅਨਦ੍ਰਿਸ਼ਟ ਬਣਾ ਰਹੇ ਨੇ, ਇੱਕ ਨੂੰ ਕ੍ਰਿਤ ਬਣਾ ਰਹੇ ਨੇ, ਇੱਕ ਨੂੰ ਅਨਦ੍ਰਿਸ਼ਟ ਬਣਾ ਰਹੇ ਨੇ। ਜਦ ਕਿ ਗੁਰਬਾਣੀ ਦਾ ਨਿਰਣਾ ਸਿੱਧ ਗੋਸ਼ਟ ਵਿੱਚ ਹੈ। ਸਿੱਧ ਗੋਸ਼ਟ ਕੋਈ ਮਾਮੂਲੀ ਗੋਸ਼ਟ ਨਹੀਂ ਹੈ, ਉਹ ਸਿੱਧਾਂ ਦੇ ਨਾਲ ਹੋ। ਉਹਦੇ ਵਿੱਚ ਗੁਰੂ ਪਾਤਸ਼ਾਹ ਪਹਿਲੇ ਪਾਤਸ਼ਾਹ ਜੀ ਫਰਮਾਉਂਦੇ ਨੇ, ਅਵਗੋਤੇ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀ ਆ। ਠੀਕ ਹੈ ਜੀ ਜੀ। ਇਹ ਇਹਨਾਂ ਦੀ ਥਿਊਰੀ ਬੇਸਿਕਲੀ ਇੱਕ ਰੇਤ ਦੇ ਜਿਹੜਾ ਤਾਸ਼ ਦੇ ਪੱਤਿਆਂ ਦਾ ਮੈਲ ਹੁੰਦਾ ਨਾ, ਉਹ ਹੈ। ਉਹ ਹੈ। ਇਹਨਾਂ ਨੇ ਬੈਠ ਕੇ ਕਿਸੇ ਕੋਲ ਇਤਨੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਬਈ ਕਿਸੇ ਭਲੇ ਮਾਨਸ ਨੂੰ ਇਹ ਪੁੱਛ ਲਈਏ ਕਿ ਇਹ ਜਿਹੜੀਆਂ ਫੋਰ ਫੰਡਾਮੈਂਟਲ ਫੋਰਸਿਸ ਨੇ ਇਹ ਆਈਆਂ ਕਿੱਥੋਂ? ਉਹ ਇਹ ਤੇ ਮੈਟਰ ਹੀ ਚੋਂ ਆਈਆਂ ਨੇ ਜੀ। ਇਹ ਜਿਹੜੀਆਂ ਮੈਟਰ ਹੀ ਚੋਂ ਆਈਆਂ ਤੇ ਮੈਟਰ ਤੇ ਨਿਰਗੁਣ ਹੈ, ਇਹ ਸਰਗੁਣ ਹੈ। ਦੁਨੀਆ ਦੀ ਕੋਈ ਵੀ ਚੀਜ਼, ਕੋਈ ਵੀ ਸ਼ੈ ਦੁਨੀਆ ਦੀ ਐਸੀ ਨਹੀਂ ਹੈ ਜਿਹੜੀ ਤ੍ਰੈਗੁਣੀ ਨਾ ਹੋਏ ਜੀ। ਸਿਰਫ ਇੱਕੋ ਚੀਜ਼ ਤ੍ਰੈਗੁਣੀ ਨਹੀਂ ਹੈ, ਇੱਕੋ ਹੀ ਚੀਜ਼ ਤ੍ਰੈਗੁਣੀ ਨਹੀਂ ਹੈ। ਉਹ ਕੀ ਹੈ? ਉਹ ਪ੍ਰਮਾਤਮਾ ਬਾਣੀ ਚ ਸਪਸ਼ਟ ਕੀਤਾ ਮਹਾਰਾਜ ਨੇ, ਰੂਪ ਰੰਗ ਨ ਰੇਖ ਕਿਛ ਤ੍ਰੈਗੁਣ ਤੇ ਪ੍ਰਭ ਭਿੰਨ। ਔਰ ਤ੍ਰੈਗੁਣ ਨੂੰ ਰਚਣ ਵਾਲਾ ਕੌਣ ਹੈ? ਤ੍ਰੈਗੁਣ ਮਾਇਆ ਭ੍ਰਮ ਕੀ ਕੀਨੀ। ਤ੍ਰੈ ਗੁਣਾਂ ਨੂੰ ਰਚਣ ਵਾਲਾ ਬ੍ਰਹਮ ਹੈ, ਈਸ਼ਵਰ ਪ੍ਰਮਾਤਮਾ ਹੈ ਜੀ। ਔਰ ਇਹ ਮਾਇਆ ਜਿਹੜੀ ਹੈ, ਇਹ ਪਦਾਰਥ ਜਿਹੜਾ ਵੀ ਉਹਨੇ ਰਚਿਆ, ਔਰ ਇਹਦੇ ਤ੍ਰੈ ਗੁਣ ਵੀ ਉਹਨੇ ਰਚੇ। ਇਹ ਉਹਨਾਂ ਤ੍ਰੈ ਗੁਣਾਂ ਦੇ ਵਿੱਚੋਂ ਫੋਰ ਫੰਡਾਮੈਂਟਲ ਫੋਰਸਿਸ ਜਿਹੜੇ ਗੁਣ ਨੇ ਪਦਾਰਥ ਦੇ, ਉਹਨਾਂ ਨੂੰ ਇਹ ਕਰਤਾ ਕਹਿ ਰਹੇ ਨੇ। ਤੇ ਇਸ ਤੋਂ ਵੱਡਾ ਮਜ਼ਾਕ ਕੀ ਹੋ ਸਕਦਾ ਜੀ? ਇਸ ਤੋਂ ਵੱਡਾ ਇੱਕ ਬਚਕਾਨੀ ਐਕਸਪਲੇਨੇਸ਼ਨ ਜਿਹੜੀ ਉਹ ਕੀ ਹੋ ਸਕਦੀ ਹੈ? ਟੂ ਕੰਟਰਾਡਿਕਟ ਗੁਰਬਾਣੀ। ਤੁਸੀਂ ਆਪਣੇ ਤੌਰ ਤੇ ਜਿਹਨੂੰ ਮਰਜ਼ੀ ਜੋ ਮਰਜ਼ੀ ਕਹੀ ਜਾਓ, ਆਪਣੇ ਆਪ ਨੂੰ ਰੱਬ ਕਹਿ ਲਓ, ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਬਿਲਕੁਲ ਜੀ। ਤੁਸੀਂ ਕਿਸੇ ਨੂੰ ਕੁਝ ਵੀ ਕਹਿ ਲਓ, ਪਰ ਰੱਬ ਨੂੰ ਮੰਨੋ ਤਾਂ ਵੀ ਕੋਈ ਪਰੇਸ਼ਾਨੀ ਨਹੀਂ ਹੈ, ਰੱਬ ਨੂੰ ਨਾ ਮੰਨੋ ਕੋਈ ਪਰੇਸ਼ਾਨੀ ਨਹੀਂ ਹੈ। ਲੇਕਿਨ ਤੁਸੀਂ ਆਪਣੇ ਅਲਫਾਜ਼ ਇੱਕ ਬਚਕਾਨੇ ਤਰੀਕੇ ਨਾਲ 7ਵੀਂ 8ਵੀਂ ਦੀ ਸਾਇੰਸ ਚੁੱਕ ਕੇ, ਉਹਨਾਂ ਦਾ ਸਟੈਂਡਰਡ ਮਾਡਲ ਆਫ ਪਾਰਟੀਕਲਸ ਚੁੱਕ ਕੇ, ਉਹਨਾਂ ਦੇ ਉੱਪਰ ਤੁਸੀਂ ਬਿਗ ਬੈਂਗ ਥਿਊਰੀ ਲੈ ਕੇ ਉਹਨੂੰ ਤੁਸੀਂ ਕਹਦੇ ਰੂਪ ਰੰਗ ਨਾ ਰੇਖ, ਜਦ ਕਿ ਸਾਇੰਸ ਕਹਿ ਰਹੀ ਹੈ, ਵਿਗਿਆਨ ਕਹਿ ਰਿਹਾ ਕਿ ਬ੍ਰਹਮਾਂਡ ਦਾ ਰੂਪ ਹੈ। ਇੱਕ ਮਿੰਟ ਜੰਮੂ ਸਾਹਿਬ ਜੀ, ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਇੱਕ ਵੀਰ ਨੇ ਪਹਿਲਾਂ ਕਮੈਂਟ ਕੀਤਾ ਸੀਗਾ, ਮੇਰਾ ਫੋਨ ਚੱਕ ਲਓ, ਰਾਜਵਿੰਦਰ ਸਿੰਘ ਚਿੱਟੀ ਕਰਕੇ। ਉਹ ਵੈਸੇ ਅੱਗੇ ਪਿੱਛੇ ਵੀ ਕਾਫੀ ਸੁਨੇਹੇ ਭੇਜਦੇ ਰਹਿੰਦੇ ਆ ਸਾਨੂੰ, ਧਮਕੀਆਂ ਨਵਾਂ, ਤੇ ਉਹਨੂੰ ਵੀ ਬੇਨਤੀ ਆ ਵੀ ਹੁਣ ਕਾਲ ਕਰ ਲਵੇ। ਸਾਡਾ ਨੰਬਰ ਉੱਤੇ ਮੂਹਰੇ ਆ ਰਿਹਾ, ਇਹ ਤੇ WhatsApp ਕਾਲ ਤੁਸੀਂ ਕਰ ਸਕਦੇ ਆ, ਮੈਸੇਂਜਰ ਤੇ ਕਾਲ ਕਰ ਲਓ, ਸਿੱਧੀ ਕਾਲ ਕਰ ਲਓ, ਜਿੱਦਾਂ ਮਰਜ਼ੀ ਕਾਲ ਕਰ ਲਓ। ਤੇ ਜੇ ਤੁਹਾਡੇ ਮਨ 'ਚ ਕੋਈ ਸਵਾਲ ਹੈਗਾ ਤਾਂ ਕਰ ਲਓ, ਤੇ ਐਵੇਂ ਫੇਸਬੁੱਕਾਂ ਤੇ ਨਾ ਲਿਖੀ ਜਾਇਆ ਕਰੋ ਵੀ ਇਹ ਫੋਨ ਨਹੀਂ ਚੱਕਦੇ, ਮੇਰਾ ਗੱਲ ਨਹੀਂ ਕਰਦੇ, ਦਿਸ ਐਂਡ ਦੈਟ। ਵੀ ਤੇਰੇ ਮਨ 'ਚ ਭਰਾਵਾ ਜੇ ਕੋਈ ਗੱਲ ਹੈਗੀ ਆ, ਕੋਈ ਸਵਾਲ ਹੈਗਾ, ਤੁਸੀਂ ਕਰ ਸਕਦੇ ਆ, ਅਸੀਂ ਲਾਈਵ ਪ੍ਰੋਗਰਾਮ ਕਰਦੇ ਆ, ਤੇ ਬਾਅਦ 'ਚ ਨਾ ਸਾਨੂੰ ਕਿਉਂ ਜੀ। ਜੰਮੂ ਸਾਹਿਬ ਦੇਖੋ ਗੁਰੂ ਪਾਤਸ਼ਾਹ ਨੇ ਕਿਹਾ, ਮੈਂ ਸ਼ਿਵ ਸ਼ਕਤੀ ਜਲ ਨਹੀਂ ਪਵਨਾ ਤੈ ਆਕਾਰ ਨਾ ਮੇਦਨੀ। ਕਿ ਇੱਕ ਸਮਾਂ ਸੀ ਨਾ ਐਨਰਜੀ ਸੀ, ਨਾ ਮੈਟਰ ਸੀ, ਨਾ ਜਲ ਸੀ, ਨਾ ਪਵਨ ਸੀ, ਨਾ ਆਕਾਰ ਸਨ, ਨਾ ਇਹ ਧਰਤੀ ਸੀ। ਹੁਣ ਜਿਹੜੀ ਇਹ ਰਚਨਾ ਦਿਖਾ ਰਹੇ ਨੇ, ਜਿਹਨੂੰ ਇਹ ਅੰਦ੍ਰਿਸ਼ਟ ਕਰ ਰਹੇ ਨੇ, ਨਿਰਗੁਣ ਕਰ ਰਹੇ ਨੇ, ਪਰ ਕਰਤਾ ਦਿਖਾ ਰਹੇ ਨੇ, ਉਹ ਤੇ ਹੈ ਹੀ ਨਹੀਂ ਸੀ, ਕਿਉਂਕਿ ਉਹ ਮੈਟਰ ਦੇ ਬਿਨਾਂ ਹੋ ਹੀ ਨਹੀਂ ਸਕਦੀਆਂ। ਉਹ ਤੇ ਮੈਟਰ ਦਾ ਆਊਟਕਮ ਹੈ। ਪਾਰਟੀਕਲਸ ਕੀ ਨੇ? ਪਾਰਟੀਕਲ ਦੀ ਸਟੱਡੀ ਕੀ ਹੈ? ਪਾਰਟੀਕਲ ਜਿਹੜੇ ਆ ਉਹ ਦੇ ਆਰ ਆਲ ਰਿਲੇਟਡ ਟੂ ਦਾ ਫਿਜ਼ਿਕਸ। ਫਿਜ਼ਿਕਸ ਕਿਹਨੂੰ ਕਹਿੰਦੇ ਨੇ? ਪਦਾਰਥ ਨੂੰ, ਮਾਦਾ ਨੂੰ। ਜਿਹੜੀ ਉਹ ਸਾਇੰਸ ਜਿਹੜੀ ਮਾਦਾ ਦੇ ਨਾਲ ਰਿਲੇਟਡ ਹੈ,
ਇਹ ਜਿਹੜੀਆਂ 4 ਫੰਡਾਮੈਂਟਲ ਫੋਰਸਿਸ ਦੀ ਗੱਲ ਕਰ ਰਹੇ ਨੇ, ਇਹ ਸਾਰਾ ਫਿਜ਼ਿਕਸ ਦਾ ਮੈਟਰ ਹੈ, ਪਦਾਰਥ ਦਾ ਮੈਟਰ ਹੈ, ਇਹ ਅਨਦ੍ਰਿਸ਼ਟ ਚੀਜ਼ ਦਾ ਮੈਟਰ ਨਹੀਂ ਹੈ ਜੀ। ਹੁਣ ਸਾਡੀ ਅੱਖਾਂ ਵਿੱਚ ਇੱਕ ਦ੍ਰਿਸ਼ਟੀ ਨਿਕਲ ਰਹੀ ਹੈ ਤੇ ਮੈਟਰ ਦੇ ਵਿੱਚੋਂ ਨਿਕਲ ਰਹੀ ਹੈ ਨਾ ਜੀ ਬਿਲਕੁਲ। ਦ੍ਰਿਸ਼ਟੀ ਨੇ ਅੱਖ ਬਣਾਈ ਹੈ ਜਾਂ ਅੱਖ ਦੇ ਕਾਰਨ ਦ੍ਰਿਸ਼ਟੀ ਆਈ ਹੈ? ਇਹ ਥਿਊਰੀ ਕੀ ਪੇਸ਼ ਕਰ ਰਹੇ ਨੇ ਕਿ 4 ਫੰਡਾਮੈਂਟਲ ਫੋਰਸਿਸ ਜਿਹੜੀਆਂ ਨੂੰ ਨਿਰਗੁਣ ਹੈ ਤੇ ਉਹਨਾਂ ਦੀ ਕਿਰਤ ਹੈ ਧਰਤੀ, ਸਰਗੁਣ ਉਹਦਾ ਰੂਪ ਹੈ। ਜਦ ਕਿ ਜਿਹੜੀਆਂ ਚੀਜ਼ਾਂ ਆਪ ਸਰਗੁਣ ਹੈ ਉਹਨਾਂ ਨੂੰ ਕਹਿੰਦੇ ਆ ਵੀ ਸਰਗੁਣ ਇਹਨੇ ਪੈਦਾ ਕੀਤਾ। ਇਹ ਕਹਿਣਾ ਮਤਲਬ ਹੈ ਜਿਹੜੀ ਚੀਜ਼ ਆਪਣੇ ਆਪ 'ਚ ਸਰਗੁਣ ਆ ਤੇ ਉਹਨੀ ਸਰਗੁਣ ਨੂੰ ਪਰਮਾਤਮਾ ਦੀ ਜਿਹੜੀ ਆ ਉਹ ਸਥਾਪਿਤ ਕੀਤੀ ਆ। ਇਹਨਾਂ ਨੇ ਤੇ ਸਰਗੁਣ ਤੇ ਨਿਰਗੁਣ ਦਾ ਕਨਸੈਪਟ ਹੀ ਫਲੈਟ ਕਰਤਾ। ਇਹ ਅਨਪੜ੍ਹਿਆਂ ਵੈਸੇ ਠੀਕ ਹੈ ਗੱਲ, ਇਹਨਾਂ ਨੇ ਚੀਜ਼ ਪੜ੍ਹੀ ਦੀ ਨਹੀਂ ਹੈ, ਉਹਨਾਂ ਵਾਸਤੇ ਠੀਕ ਹੈ, ਉਹਨਾਂ ਵਾਸਤੇ ਇਟ ਕੈਨ ਬੀ ਅਟਰੈਕਟਿਵ ਪ੍ਰੋਪੋਜੀਸ਼ਨ ਕਿ ਹਾਂ ਜੀ ਹਾਂ ਇਸ ਤਰ੍ਹਾਂ ਹੀ ਹੈ ਜੀ। ਆਪਣੇ ਜੰਮੂ ਸਾਹਿਬ ਆਪਣਾ ਪ੍ਰੋਗਰਾਮ ਵੀ ਕਾਫੀ ਹੋ ਚੱਲਾ, ਲੰਬਾ ਹੋ ਚੱਲਾ, ਸੋ ਆਪਾਂ ਇਹਨੂੰ ਸਮਾਪਤੀ ਵੱਲ ਵੀ ਥੋੜਾ ਵੱਧਦੇ ਹਾਂ, ਟਾਈਮ ਕਾਫੀ ਹੋ ਗਿਆ ਤੇ ਐਂਡ ਦੇ ਵਿੱਚ ਹਾਂਜੀ ਜ਼ਰੂਰ ਐਂਡ ਦੇ ਵਿੱਚ ਜੇ ਕੋਈ ਰਹਿ ਗਈ ਚੀਜ਼ ਤੇ ਉਹਨੂੰ ਐਡ ਜ਼ਰੂਰ ਕਰੋ ਤੇ ਉਹ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਸਮਾਪਤੀ ਕਰਦੇ ਹਾਂ। ਹਾਂਜੀ ਨਹੀਂ, ਇਹ ਐਕਚੁਅਲੀ ਜਿਹੜੀ ਉਹਨਾਂ ਦੀ ਉਹ ਹੈ ਨਾ ਵੀਡੀਓ, ਉੱਤੇ ਮੈਂ ਕਿਸੇ ਵੇਲੇ ਤੁਹਾਡੇ ਕੋਲ ਹੋਇਆ ਪੋਸੀਬਲ ਤੇ ਠੀਕ ਹੈ, ਨਹੀਂ ਵੀ ਹੋਇਆ ਤੇ ਉਹ ਮੈਂ ਪੂਰੀ 1 ਘੰਟੇ ਦੀ 1.5 ਘੰਟੇ ਦੀ ਜਿਹੜੀ ਇਹਨਾਂ ਦੀ ਵੀਡੀਓ ਹੈ ਨਾ, ਜਿਹੜਾ ਇਹਨਾਂ ਦਾ ਆਫੀਸ਼ੀਅਲ ਸਟੈਂਡ ਹੈ ਕੁਦਰਤ ਨੂੰ ਐਕਸਪਲੇਨ ਕਰਨ ਦਾ ਔਰ ਭਾਈ ਸਾਹਿਬ ਦੇ ਨਾਂ ਤੋਂ ਪੇਸ਼ ਕੀਤਾ ਗਿਆ, ਉਹ ਮੈਂ ਸਾਰਾ ਸਟੈਪ ਵਾਈਜ਼ ਐਕਸਪਲੇਨ ਕਰਾਂਗਾ। ਉਹ ਲੰਬਾ ਕੰਮ ਹੈ, ਉਹ ਅੱਜ ਤੇ ਮੈਂ ਇੱਕ ਛੋਟਾ ਜਿਹਾ ਪਾਰਟ ਲਿਆ। ਉਹਦੇ ਵਿੱਚ ਕੀ ਹੈ ਕਿ ਜਿਹੜਾ ਭਾਈ ਸਾਹਿਬ ਕਹਿੰਦੇ ਨੇ ਕਿ ਮੇਰੇ ਤੇ ਪ੍ਰਮਾਤਮਾ 'ਚ ਕੀ ਫਰਕ ਹੈ, ਸੂਰਜ ਤੇ ਸੂਰਜ ਦੀ ਕਿਰਨ 'ਚ ਕੀ ਫਰਕ ਹੈ। ਹੁਣ ਜਿਹਨੂੰ ਸੂਰਜ ਤੇ ਸੂਰਜ ਦੀ ਕਿਰਨ ਦਾ ਫਰਕ ਨਹੀਂ ਹੈ ਤੇ ਦੱਸੋ ਕੀ ਐਕਸਪਲੇਨ ਕਰੇਗਾ। ਦੇਖੋ ਸੂਰਜ ਉਹ ਕਹਿੰਦੇ ਆ ਵੀ ਜਿਹੜਾ ਪਾਣੀ ਦੀ ਬੂੰਦ ਆ ਉਹ ਸਮੁੰਦਰ 'ਚ ਆ ਕੇ ਸਮੁੰਦਰ ਰੂਪ ਹੋ ਜਾਂਦੀ ਹੈ, ਕਿ ਸਮੁੰਦਰੀ ਬੂੰਦ 'ਚ ਵੀ ਸਮੁੰਦਰ ਆ, ਸਮੁੰਦਰ 'ਚ ਵੀ ਬੂੰਦ ਆ। ਉਹ ਇਹ ਕਹਿਣਾ ਚਾਹੁੰਦੇ ਇਹ ਗਲਤੀ ਜਿਹੜੀ ਭਾਈ ਸਾਹਿਬ ਨੇ ਕੀਤੀ ਹੈ ਨਾ, ਯਾਨੀ ਕਿ ਭਾਈ ਸਾਹਿਬ ਦੀ ਐਕਸਪਲੇਨੇਸ਼ਨ ਦੀ ਜਿਹੜੀ ਕਮਜ਼ੋਰੀ ਹੈ, ਇਹ ਕਮਜ਼ੋਰੀ ਧੂਦਾ ਸਾਹਿਬ ਦੀ ਐਕਸਪਲੇਨੇਸ਼ਨ ਵਿੱਚ ਵੀ ਹੈ। ਜਿਹੜੇ ਉਹ ਦੁੱਧ ਦੀ ਐਗਜ਼ਾਮਪਲ ਦੇ ਕੇ ਕਹਿੰਦੇ ਨੇ ਕਿ ਦੁੱਧ ਚੋਂ ਘਿਓ ਨਿਕਲਦਾ, ਪਨੀਰ ਨਿਕਲਦਾ, ਮੱਖਣ ਨਿਕਲਦਾ, ਦੁੱਧ ਚੋਂ ਸਾਰਾ ਨਿਕਲਦਾ, ਸਾਰੇ ਹੀ ਦੁੱਧ ਹੋਏ। ਭਾਈ ਰੱਬ ਇਸ ਤਰ੍ਹਾਂ ਨਹੀਂ ਐਕਸਪਲੇਨ ਹੁੰਦਾ ਕਿ ਇੱਕ ਨੇ ਬੀਜ ਫੜ ਲਿਆ ਤੇ ਰੱਬ ਐਕਸਪਲੇਨ ਕਰਤਾ, ਇੱਕ ਨੇ ਦੁੱਧ ਫੜ ਲਿਆ ਤੇ ਰੱਬ ਐਕਸਪਲੇਨ ਕਰਤਾ। ਕਿ ਰੱਬ ਇਸ ਤਰ੍ਹਾਂ ਐਕਸਪਲੇਨ ਹੁੰਦਾ। ਹੁਣ ਸੂਰਜ ਤੇ ਸੂਰਜ ਦੀ ਕਿਰਨ, ਸੂਰਜ ਆ ਹਾਈਡਰੋਜਨ। ਇੱਕ ਮਿੰਟ ਕਾਲ ਆ ਰਹੀ ਹੈ, ਜੇ ਉਹਦੇ ਦੇਖ ਲਈਏ, ਵਿਚਾਰ ਲੈ ਲਈਏ ਆਪਾਂ। ਹਾਂਜੀ ਵੀਰ ਜੀ, ਮੈਂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਵੀਰ ਜੀ, ਮੈਂ 2 ਮਿੰਟ ਲੈ ਸਕਦਾ? ਹਾਂਜੀ ਵੀਰ ਜੀ, ਆਪਣਾ ਸ਼ੁਭ ਨਾਮ ਦੱਸ ਕੇ ਤੇ ਤੁਸੀਂ ਗੱਲਬਾਤ ਕਰ ਸਕਦੇ ਆ ਜੀ। ਹਾਂਜੀ, ਕੁਲਜੀਤ ਸਿੰਘ ਨਾਮ ਹੈ ਜੀ ਮੇਰਾ। ਬਹੁਤ ਵਧੀਆ ਵਿਚਾਰ ਭਾਈ ਹਰਦੇਵ ਸਿੰਘ ਜੰਮੂ ਜੀ ਉਹਨਾਂ ਨਾਲ, ਇਹਨਾਂ ਮੇਰੀ ਕਈ ਵਾਰ ਗੱਲਬਾਤ ਹੋਈ ਹੈ, ਆਪਣੇ ਮੈਸੇਜ ਉੱਤੇ ਗੱਲ ਹੋਈ ਹੈ, ਕਈ ਵਾਰ ਕਮੈਂਟਸ ਰਾਹੀਂ ਹੋਈ ਹੈ ਗੱਲ ਜੀ। ਹਾਂਜੀ, ਬਹੁਤ ਵਧੀਆ ਵਿਚਾਰ ਵੀਰ ਜੀ। ਮੈਂ ਥੋੜੀ ਜਿਹੀ ਗੱਲ ਕਹਿਣੀ ਸੀ, ਇੱਕ ਤਾਂ ਅਪਗ੍ਰੇਡਾਂ ਦੀ ਤੇ ਕਮਿਸ਼ਨਰੀ ਪ੍ਰਚਾਰਕਾਂ ਦੇ ਬਾਰੇ 2 ਮਿੰਟ ਨਾਲ ਗੱਲ ਕਰਨੀ ਹੈ। ਜਰੂਰ ਜੀ। ਪਹਿਲੀ ਹੈਗੀ ਆ ਅਪਗ੍ਰੇਡਡ ਵਿਚਾਰ ਜਿਹੜੇ ਭਾਈ ਰਣਜੀਤ ਸਿੰਘ ਦੇ ਰਹੇ ਆ, ਉਹ ਤਾਂ ਏਦਾਂ ਆ ਕਿ ਉਹਨਾਂ ਦਾ ਮੇਨ ਫਿਲਾਸਫੀ ਕੀ ਆ, ਉਹ ਹਮੇਸ਼ਾ ਤਾਨਾ ਮਾਰਦੇ ਆ ਤੁਸੀਂ ਲੋਕਾਂ ਨੂੰ ਬੈਕਗ੍ਰੇਡ ਕੀਤਾ, ਅਪਗ੍ਰੇਡ ਨਹੀਂ ਕੀਤਾ, ਡਾਊਨਗ੍ਰੇਡ ਕੀਤਾ, ਖਰਾਬ ਆ ਗਿਆ ਇੱਕ ਜਾਂ। ਪਰ ਹੁਣ ਇਹਨਾਂ ਦੇ ਜਿਹੜੇ ਤੁਸੀਂ ਪਿੱਛੇ ਖਬਰ ਸੁਣੀ, ਇਹਨਾਂ ਦੇ ਨਿੱਜੀ ਵਰਤੇ ਲੋਕੀ ਜਿਹੜੇ ਇਹਨਾਂ ਦੇ ਕੋਲ ਸੀਗੇ, ਇਹਨਾਂ ਦੇ ਨਾਲ ਸੀਗੇ ਮਹਿਕਮੇ ਦੇ ਵਿੱਚ, ਉਹ ਤਾਂ ਹੋ ਗਏ ਮਾਨਸਿਕ ਬਿਮਾਰ। ਇਹਨਾਂ ਦੇ ਆਪ ਦੇ ਕਹਿਣ ਦੇ ਮੁਤਾਬਕ ਹੀ ਉਹ ਕਹਿੰਦਾ ਵੀ ਮਾਨਸਿਕ ਬਿਮਾਰ ਸੀ, ਇਸ ਕਰਕੇ ਉਹਨੇ ਕੇਸ ਕੱਟ ਲਿਆ ਨਾ, ਕਿਹੜਾ ਛਡਾਉਣ ਦੇ ਮਾਰਿਆਂ ਨੇ। ਉਹ ਕਹਿੰਦੇ ਸੀ ਲੋਕਾਂ ਨੂੰ ਪੈਰਾਂ ਤੇ ਕਰਨਾ। ਤੁਹਾਡੇ ਨਿੱਜੀ ਵਰਤੇ ਹੋਏ ਲੋਕੀ ਜਿਹੜੇ ਤੁਹਾਡੇ ਨਿਜਤਾ ਦੇ ਨਾਲ ਤੁਹਾਡੇ ਲਾਗੇ ਵਰਤਦੇ ਆ, ਉਹ ਤਾਂ ਮਾਨਸਿਕ ਬਿਮਾਰ ਹੋ ਰਹੇ ਆ। ਤੇ ਤੁਸੀਂ ਜਿਹੜੀ ਬੈਠੀ ਸੰਗਤ ਆ, ਜਿਹੜੀ ਗਰਾਊਂਡ ਲੈਵਲ ਦੀ ਸੰਗਤ ਆ, ਜਿਹੜੀ ਪਿੰਡਾਂ ਦੀਆਂ ਬੀਬੀਆਂ ਨੇ ਜਾਂ ਹੋਰ, ਉਹਨਾਂ ਨੂੰ ਤੁਸੀਂ ਕਹਿੰਦੇ ਅਸੀਂ ਅਪਗ੍ਰੇਡ ਕਰ ਰਹੇ ਹਾਂ। ਹਾਂਜੀ ਕੁਲਜੀਤ ਸਿੰਘ ਜੀ, ਮੈਂ ਤੁਹਾਨੂੰ 1 ਮਿੰਟ ਕੁਲਜੀਤ ਸਿੰਘ ਜੀ ਮੈਂ ਵਿੱਚ ਐਡ ਕਰਨਾ ਚਾਹੁੰਦਾ। ਇੱਕ ਤਾਂ ਅਨੂਪ ਜਿਹੜਾ ਸਤਵਿੰਦਰ ਸਿੰਘ ਅਨੂਪਗੜ੍ਹ, ਉਹਨੂੰ ਕਹਿੰਦੇ ਵਿਚਾਰਾ ਮਾਨਸਿਕ ਰੋਗੀ ਹੋ ਗਿਆ, ਉਹ ਜਾਂ ਬਿਮਾਰ ਹੋ ਗਿਆ। ਇਹ ਗੱਲ ਤਾਂ ਇਹਨਾਂ ਦਾ ਜਿਹੜਾ ਆਪਣੇ ਇੱਥੇ ਨਿਊਜ਼ੀਲੈਂਡ ਬੈਠਾ ਆਪਣਾ ਕੀ ਨਾਂ ਦਾ ਅੰਗਰੇਜ਼ ਸਿੰਘ, ਉਹ ਤਾਂ ਆਪ ਮੰਨ ਚੁੱਕਿਆ, ਮੈਂ ਡਾਕਟਰ ਕੋਲ ਜਾਂਦਾ, ਮੈਂ ਬਿਮਾਰ ਹਾਂ ਮਾਨਸਿਕ ਤੌਰ ਤੇ। ਇਹ ਵੀ ਜਿਹੜੇ ਭਾਈ ਇੱਕ ਸਾਥ ਇਹਨਾਂ ਦੀ ਮੈਂ ਥੋੜੀ ਜਿਹੀ ਵਿੱਚ ਕਨੈਕਟ ਕਰ ਦੇਣਾ, ਇਹ ਭਾਈ ਰਣਜੀਤ ਸਿੰਘ ਇਹ ਆਪ ਵੀ ਮਾਨਸਿਕ ਬਿਮਾਰ ਹੈ, ਕਿਉਂਕਿ ਇਹ ਫਰਸਟ੍ਰੇਟਡ ਹੁੰਦੇ ਆ। ਇਹਨਾਂ ਦੀ ਪ੍ਰਚਾਰ ਦੇਖੋਗੇ ਨਾ, ਸਿੱਖੀ ਪ੍ਰਤੀ ਫਰਸਟ੍ਰੇਟਡ ਹੋਏ ਬੰਦੇ ਆ, ਆਪਣੀ ਫਰਸਟ੍ਰੇਸ਼ਨ ਜਿਹੜੀ ਆ ਲੋਕਾਂ ਦੇ ਵਿੱਚ ਵੰਡ ਰਹੇ ਆ। ਉਹ ਉਹਨਾਂ ਦੀ ਜਿਹੜੀ ਉਪਜ ਆ ਉਹ ਅਨੂਪਗੜ੍ਹ ਵਰਗੇ ਬੰਦਿਆਂ ਦੇ ਰਾਹੀਂ ਜ਼ਹਿਰ ਵੀ ਹੋ ਚੁੱਕੀ ਆ। ਪਹਿਲੀ ਗੱਲ ਤਾਂ ਰਣਜੀਤ ਸਿੰਘ ਨੂੰ ਪਹਿਲਾਂ ਤਾਂ ਮੈਂ ਇਹ ਵਿਚਾਰ ਤੁਹਾਡੇ ਰਾਹੀਂ ਮਾਧਿਅਮ ਰਾਹੀਂ ਇਹ ਵਿਚਾਰ ਦੇਣਾ ਚਾਹੁੰਦਾ ਕਿ ਪਹਿਲਾਂ ਤਾਂ ਭਾਈ ਸਾਹਿਬ ਜੀ ਆਪਣਾ ਮਾਨਸਿਕ ਸੰਤੁਲਨ ਆ ਜਿਹੜਾ ਉਹ ਡਾਕਟਰ ਨੂੰ ਦਿਖਾਓ, ਪ੍ਰਚਾਰ ਤੁਸੀਂ ਫਿਰ ਕਰ ਲਿਓ। ਪਹਿਲਾਂ ਤਾਂ ਬੰਦਿਆਂ ਵਾਂਗੂ ਰਹਿਣਾ ਸਿੱਖੋ ਪਹਿਲਾਂ ਤਾਂ, ਠੀਕ ਹੈ ਨਾ। ਛਤਰੀਆਂ ਤੁਸੀਂ ਕਿਸੇ ਨੂੰ ਫੜਾਈਆਂ ਹੁੰਦੀਆਂ ਨੇ, ਕੱਪੜੇ ਤੁਹਾਡੇ ਕਿੱਦਾਂ ਦੇ ਹੁੰਦੇ, ਰਹਿਣਾ ਸਹਿਣਾ ਸਿੱਖੋ ਪਹਿਲਾਂ ਬੰਦਿਆਂ ਵਾਲੀ
ਹਾਲਤ ਚ ਆਓ, ਫਿਰ ਜਾ ਕੇ ਪ੍ਰਚਾਰ ਕਰ ਲਿਓ। ਪਹਿਲਾਂ ਮਾਨਸਿਕ ਬਿਮਾਰੀ ਆਪਦੀ ਕੱਢੋ, ਫਰਸਟ੍ਰੇਸ਼ਨ ਕੱਢੋ ਬਾਹਰ ਸਿੱਖੀ ਪ੍ਰਤੀ, ਫਿਰ ਪ੍ਰਚਾਰ ਕਰ ਲਿਓ, ਫਿਰ ਕੋਈ ਰੱਬ ਦੀ ਡੈਫੀਨੇਸ਼ਨ ਦੇ ਦਿਓ। ਦੂਜੀ ਗੱਲ ਮਿਸ਼ਨਰੀਆਂ ਦੀ, ਬਸ ਮੈਂ 1 ਮਿੰਟ ਲੈ ਕੇ ਸਮਾਪਤ ਕਰਦਾ। ਮਿਸ਼ਨਰੀਆਂ ਨੇ ਅੱਜ ਤੱਕ ਦਾ ਜਿਹੜਾ ਪ੍ਰਚਾਰ ਕੀਤਾ, ਹੋ ਸਕਦਾ ਚਲੋ ਉਹਨਾਂ ਨੇ ਕੁਛ ਕ੍ਰਿਤੀਆਂ ਨੂੰ ਲਿਆਂਦਾ ਹੋਊਗਾ ਲੋਕਾਂ ਸਾਹਮਣੇ, ਪ੍ਰਚਾਰ ਅੱਛਾ ਹੀ ਪ੍ਰਚਾਰ ਕੀਤਾ, ਚਲੋ ਕੀਤਾ, ਪਰ ਇਹਨਾਂ ਨੇ ਜਿੱਦਾਂ ਪਿੰਡਾਂ ਦੀਆਂ ਜਨਾਨੀਆਂ ਨਹੀਂ ਹੁੰਦੀਆਂ ਸਿੱਖਾਂ ਪ੍ਰਤੀ ਮਿਹਣੇ ਮਾਰਨੇ, ਜਿੱਦਾਂ ਕਿਤੇ ਨਾ ਕਿ ਇੱਕ ਰੂਟ ਬਿਮਾਰੀ ਦੀ ਰੂਟ ਨੂੰ ਲੱਭ ਕੇ ਗੁਰਬਾਣੀ ਰਾਹੀਂ ਉਹਦਾ ਇਲਾਜ ਕਰਨਾ, ਸਗੋਂ ਉਹਨਾਂ ਜਿੱਦਾਂ ਲੋਕ ਸਿੱਖੀ ਨੂੰ ਮਿਹਣੇ ਮਾਰਨੇ ਹੁੰਦੇ ਆ ਉਦਾਂ ਮਿਹਣੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਦੇ ਵਿੱਚ ਇੱਕ ਕੌਮ ਦੇ ਵਿੱਚ ਇੱਕ ਇਨਬੈਲੈਂਸ ਜਿਹਾ ਕੀਤਾ ਇਹਨਾਂ ਨੇ। ਬੱਚੇ ਸਰੋਵਰਾਂ ਦੀ ਗੱਲ ਵੀ ਲੈ ਲਈਏ, ਸਰੋਵਰਾਂ ਪ੍ਰਤੀ, ਨਿਸ਼ਾਨਾਂ ਪ੍ਰਤੀ, ਗੁਰੂ ਸਾਹਿਬ ਦੇ ਝੰਡਿਆਂ ਪ੍ਰਤੀ, ਹਰ ਇੱਕ ਚੀਜ਼ ਦੇ ਪ੍ਰਤੀ ਇਹਨਾਂ ਨੇ ਕਿਤੇ ਨਾ ਕਿਤੇ ਆਪਣੀ ਇੱਕ ਬਿਮਾਰੀ ਦੀ ਵਾੜੀ ਆ। ਥੋੜੀ ਸਰੋਵਰ ਦੀ ਗੱਲ ਕਹਿ ਕੇ ਸਮਾਪਤ ਕਰਦਾ। ਇੱਕ ਪੰਕਤੀ ਹੁੰਦੀ ਹੈ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਹਨਾ ਇਹਨੂੰ ਭਾਵ ਅਰਥ ਕਰਦੇ ਆਪਾਂ, ਭਾਵ ਅਰਥ ਕਰ, ਚਲੋ ਅਰਥ ਤਾਂ ਉਦਾਂ ਦੇ ਨਿਕਲਦੇ ਆ ਕਿਉਂਕਿ ਗਿਆਨ ਰੂਪੀ ਸਰੋਵਰ ਹੈ ਜੋ ਗੁਰਬਾਣੀ ਰੂਪੀ ਸਰੋਵਰ ਆ, ਉਹਦੇ ਵਿੱਚ ਨਹਾਤਿਆਂ ਸਾਰੇ ਪਾਪ ਉਤਰ ਜਾਂਦੇ ਆ। ਅੱਗੇ ਪੰਕਤੀ ਆਉਂਦੀ ਆ, ਗੁਰ ਪੂਰੇ ਕੀਤੇ, ਮਾਫ ਕਰਨਾ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਪੰਕਤੀ ਮੇਰੇ ਜੈਨ ਚੋਂ ਵਿਸਰ ਗਈ ਥੋੜੀ ਜਿਹੀ, ਅੱਗੇ ਆ ਕੇ ਆਉਂਦੀ ਆ ਵੀ ਗੁਰ ਪੂਰੇ ਕੀਨੇ ਦਾਨ, ਏਦਾਂ ਕਰਕੇ ਪੰਕਤੀ ਆਉਂਦੀ ਆ ਹਨਾ। ਇਹਨਾਂ ਦਾ ਕਹਿਣਾ ਹੁੰਦਾ ਕਿ ਗੁਰੂ ਪੂਰੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਵਿਚਾਰਧਾਰਾ ਕੀਤੀ ਹੈ, ਸਰੋਵਰ ਪ੍ਰਤੀ ਇਹ ਜ਼ਹਿਰ ਉਗਲਦੇ ਆ। ਤੇ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਜਿਹੜਾ ਸਰੋਵਰ ਆ ਉਹ ਵੀ ਤਾਂ ਪੂਰੇ ਗੁਰੂ ਨੇ ਦਾਨ ਕੀਤਾ ਕਿ ਅਧੂਰੇ ਗੁਰੂ ਨੇ ਦਾਨ ਕੀਤਾ ਹੋਇਆ? ਉਹ ਵੀ ਤਾਂ ਸਿੱਖਾਂ ਨੂੰ ਪੂਰੇ ਗੁਰੂ ਨੇ ਦਾਨ ਕੀਤਾ ਹੋਇਆ ਨਾ, ਉਹਦੇ ਪ੍ਰਤੀ ਇੰਨੀ ਜ਼ਹਿਰ ਗਾਤੋਂ ਬਾਹਰੀ ਰੂਪ ਦੇ ਵਿੱਚ। ਜੀ ਚਲੋ ਠੀਕ ਹੈ ਜੀ, ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਆਪਣੇ ਵਿਚਾਰ ਪ੍ਰਗਟ ਕੀਤੇ ਆ, ਬਹੁਤ ਬਹੁਤ ਧੰਨਵਾਦ ਕੁਲਜੀਤ ਸਿੰਘ ਜੀ। ਹਾਂਜੀ ਜੰਮੂ ਸਾਹਿਬ ਜੀ। ਮੈਂ ਕਹਿ ਰਿਹਾ ਸੀ ਭਾਈ ਸਾਹਿਬ ਅਕਸਰ ਐਗਜ਼ਾਮਪਲ ਦਿੰਦੇ ਨੇ ਕਿ ਜਿਸ ਤਰ੍ਹਾਂ ਸੂਰਜ ਹੈ ਉਸ ਤਰ੍ਹਾਂ ਸੂਰਜ ਦੀ ਮੈਂ ਕਿਰਨ ਆ, ਅਸੀਂ ਕਿਰਨ ਆ, ਸਾਡੇ ਤੇ ਰੱਬ 'ਚ ਕੋਈ ਫਰਕ ਨਹੀਂ ਹੈ ਜੀ। ਹੁਣ ਐਗਜ਼ਾਮਪਲ ਦੇਣ ਵੇਲੇ ਭਾਈ ਸਾਹਿਬ ਨੂੰ ਸਮਝਣਾ ਚਾਹੀਦਾ ਹੈ ਕਿ ਸੂਰਜ ਦੀ ਜਿਹੜੀ ਬਣਤਰ ਹੈ ਉਹ ਹਾਈਡਰੋਜਨ ਤੇ ਹੀਲੀਅਮ ਦੀ ਹੈ, ਜਦ ਕਿ ਕਿਰਨ ਦੇ ਵਿੱਚ ਉਹਦਾ ਨਾਮੋ ਨਿਸ਼ਾਨ ਨਹੀਂ ਹੈ ਜੀ। ਉਹਦੀ ਉਤਪਤੀ ਸੂਰਜ ਜ਼ਰੂਰ ਹੈ, ਸੂਰਜ ਕਿਰਨ ਜਿਹੜੀ ਹੈ ਸੂਰਜ ਤੋਂ ਉਤਪਤ ਹੋਈ ਹੈ, ਪਰ ਕਿਰਨ ਕਲੇਮ ਨਹੀਂ ਕਰ ਸਕਦੀ ਕਿ ਮੈਂ ਸੂਰਜ ਹਾਂ। ਬਿਲਕੁਲ ਨਹੀਂ ਕਰ ਸਕਦੀ ਹੈ। ਬੂੰਦ ਜਿਹੜੀ ਹੈ ਸਾਗਰ ਦੀ ਬੂੰਦ ਦਾ ਔਰ ਕਿਸੇ ਨਾਲੀ 'ਚ ਵਗਦੇ ਪਾਣੀ ਦਾ ਜਾਂ ਕਿਤੇ ਵੀ ਐਗਜ਼ਿਸਟ ਬੂੰਦ ਦਾ ਸਮਾਨਤਾ ਇੱਕ ਹੈ ਕਿ ਉਹ ਪਾਣੀ ਹੈ, ਲੇਕਿਨ ਬੂੰਦ ਕਲੇਮ ਨਹੀਂ ਕਰ ਸਕਦੀ ਕਿ ਮੈਂ ਸਾਗਰ ਹਾਂ। ਠੀਕ ਹੈ ਨਾ। ਸੋ ਇਸ ਤਰ੍ਹਾਂ ਆਪਣੇ ਆਪ ਨੂੰ ਆਇਡੈਂਟੀਫਾਈ ਕਰਨਾ, ਆਇਡੈਂਟੀਫਾਈ ਕੀਤਾ ਲੋਕਾਂ ਨੇ ਜੀ, ਐਸੀ ਗੱਲ ਨਹੀਂ ਹੈ। ਜਿਸ ਤਰ੍ਹਾਂ ਮਨਸੂਰ ਨੇ ਕਿਹਾ ਅਨਹਲਾ, ਜਿਸ ਤਰ੍ਹਾਂ ਇਹ ਬ੍ਰਿਦਰ ਨਾਇਕੀ ਚ ਆਇਆ ਇਹ ਬ੍ਰਹਮ ਸਿੰਘ, ਜਿਸ ਤਰ੍ਹਾਂ ਉਪਨਿਸ਼ਦਾਂ ਦੇ ਵਿੱਚ ਆਇਆ ਸਰਵ ਖਾਲਿੰਦ ਬ੍ਰਹਮ, ਇਹ ਉਹਨਾਂ ਲੋਕਾਂ ਨੇ ਗੱਲ ਕਹੀ ਹੈ ਜਿਹੜੇ ਉਸ ਲੋਕ ਉਸ ਅਵਸਥਾ 'ਚ ਪਹੁੰਚੇ ਸੀ, ਜਿਨ੍ਹਾਂ ਨੇ ਰਿਅਲਾਈਜ਼ ਕੀਤਾ ਸੀ। ਜਿਨ੍ਹਾਂ ਨੇ ਰਿਅਲਾਈਜ਼ ਹੀ ਨਹੀਂ ਕੀਤਾ, ਮੇਰੇ ਵਰਗੇ ਬੰਦਿਆਂ ਨੇ, ਉਹ ਬੰਦੇ ਘਰ ਬੈਠੇ ਕਹਿੰਦੇ ਮੈਂ ਪ੍ਰਮਾਤਮਾ ਵਾਂ, ਤੇ ਜੇ ਮੈਂ ਹੀ ਪ੍ਰਮਾਤਮਾ ਵਾਂ ਤੇ ਫਿਰ ਤੇ ਗੋਲੀ ਮਾਰਨ ਵਾਲਾ ਵੀ ਪਰਮਾਤਮਾ ਹੈ ਤੇ ਗੋਲੀ ਖਾਣ ਵਾਲਾ ਵੀ ਪਰਮਾਤਮਾ ਹੈ, ਤੇ ਝਗੜਾ ਕਾਹਦਾ? ਇੱਕ ਜੰਮੂ ਸਾਹਿਬ ਇੱਕ ਆਪਣੇ ਕਮੈਂਟ ਹੈਗਾ ਆਪਣੇ ਕੀਤਾ ਅਪਕਾਰ ਸਿੰਘ ਭਿੰਡਰ ਹੋਣੀ, ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹੁੰਦਾ ਹਾਂ ਤੇ ਬੜਾ ਵਧੀਆ ਕਮੈਂਟ ਕੀਤਾ ਉਹਨੇ। ਕਹਿੰਦੇ ਇੱਕ ਗੱਲ ਹੋਰ ਵਿਚਾਰਨਯੋਗ ਹੈ ਕਿ ਜੇ ਇਹਨਾਂ ਮੁਤਾਬਕ ਜੋ ਕੁਝ ਦਿਸਦਾ ਨਹੀਂ ਉਹ ਨਿਰਗੁਣ ਸਰੂਪ ਹੈ, ਫਿਰ ਤਾਂ ਕੁਝ ਚੀਜ਼ਾਂ ਸਮਾਂ ਪਾ ਕੇ ਦੇਖਣ 'ਚ ਆ ਰਹੀਆਂ ਹਨ। ਫਿਰ ਸਵਾਲ ਖੜਾ ਹੁੰਦਾ ਕਿ ਪਰਮਾਤਮਾ ਨਿਰਗੁਣ ਤੋਂ ਸਰਗੁਣ ਵਿੱਚ ਬਦਲ ਰਿਹਾ ਹੈ, ਕੀ ਪਰਮਾਤਮਾ ਸਮੇਂ ਦੇ ਅਧੀਨ ਹੈ? ਬੜਾ ਵਧੀਆ ਇਹਨੇ ਕਮੈਂਟ ਕੀਤਾ ਇਹਨਾਂ ਦੇ ਮੁਤਾਬਕ ਜੋ ਇਹ ਨਿਰਗੁਣ ਤੋਂ ਸਰਗੁਣ ਦੀ ਵਿਆਖਿਆ। ਹਾਂਜੀ ਦੇਖੋ ਇਹਨਾਂ ਦੀ ਥਿਊਰੀ ਪਤਾ ਕੀ ਹੈ, ਕਿੱਧਰ ਜਾ ਰਹੀ ਹੈ? ਇਹ ਸ਼ਾਸਤਰ ਦੀ ਥਿਊਰੀ ਜਿਹੜੀ ਇਹਨਾਂ ਨੇ ਪੇਸ਼ ਕੀਤੀ ਹੈ ਨਾ, ਅਣਚਿੱਤੇ ਜਾਂ ਇਹਨਾਂ ਨੂੰ ਕਿਸੇ ਮੈਂ ਕਿਹਾ ਨਾ ਕਿਸੇ ਨੇ ਕੰਨ 'ਚ ਪਾਤੀ, ਇਹਨਾਂ ਨੇ ਕਿਹਾ ਹਾਂ ਇਹ ਠੀਕ ਹੈ ਜੀ, ਇਹ ਨਹੀਂ ਵਿਚਾਰੇ ਵੀ ਆਈ ਕਿੱਥੋਂ। ਉੱਥੇ ਕੀ ਹੈ, ਉਸ ਪ੍ਰੋਸੀਜਰ ਨਾਲ ਕੀ ਹੈ, ਅਗਰ ਅਸੀਂ ਸਟ੍ਰਿਕਟ ਮਾਦਾਈ ਤੌਰ ਉੱਪਰ ਦੇਖਾਂਗੇ, ਪਰਮਾਤਮਾ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ ਜਾਂ ਜੀਵਨ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ, ਤੇ ਇਹ ਆਪ ਆਪਣੀ ਉਸ ਥਿਊਰੀ 'ਚ ਫਸਣਗੇ। ਉਹ ਕਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ। ਔਰ ਵਿਗਿਆਨ ਫਸਾਉਂਦਾ ਖੁਦ, ਵਿਗਿਆਨ ਖੁਦ ਇਸ ਚੱਕਰ ਦੇ ਵਿੱਚ ਫਸਦਾ ਜਾ ਕੇ। ਉਹ ਕਿੱਥੇ ਫਸਦਾ ਕਿ ਵਿਗਿਆਨ ਕਹਿੰਦਾ ਕਿ ਜਿੰਨੀਆਂ ਵੀ ਮੈਂਟਲ ਸਟੇਟਸ ਨੇ ਦੇ ਆਰ ਬ੍ਰੇਨ ਸਟੇਟਸ, ਉਹ ਦਿਮਾਗੀ ਸਟੇਟਸ ਨੇ। ਜਿਹੜੀਆਂ ਮਨ ਦੀਆਂ ਸਟੇਟਸ ਨੇ ਉਹ ਦਿਮਾਗੀ ਸਟੇਟਸ ਨੇ, ਤੇ ਜਿਹੜੀਆਂ ਦਿਮਾਗੀ ਸਟੇਟਸ ਨੇ ਉਹ ਬਾਇਓਲੋਜੀਕਲ ਸਟੇਟਸ ਨੇ, ਤੇ ਜਿਹੜੀਆਂ ਬਾਇਓਲੋਜੀਕਲ ਸਟੇਟਸ ਨੇ ਉਹ ਫਿਜ਼ੀਕਲ ਸਟੇਟਸ ਨੇ, ਤੇ ਜਿਹੜੀ ਫਿਜ਼ੀਕਲ ਸਟੇਟ ਹੈ ਉਹ ਮਾਦਾ। ਤੇ ਅਗਰ ਮਾਦਾ ਦੇ ਵਿੱਚੋਂ ਹੀ ਸਭ ਕੁਝ ਹੈ ਤੇ ਇਟ ਮੀਨਸ ਕਿ ਜੋ ਕੁਝ ਹੋ ਰਿਹਾ ਉਹ ਸਭ ਕੁਝ ਡਿਟਰਮਾਈਂਡ ਹੈ। ਅਗਰ ਸਭ ਕੁਝ ਡਿਟਰਮਾਈਂਡ ਹੈ ਤੇ ਫਿਰ
ਅੱਛੇ ਔਰ ਬੁਰੇ ਦਾ ਉਪਦੇਸ਼ ਕੀ ਹੈ। ਜੀ ਫਿਰ ਮੈਂ ਉੱਥੇ ਹੀ ਆ ਗਿਆ ਕਿ ਅਗਰ ਸਭ ਕੁਝ ਡਿਟਰਮਾਈਂਡ ਹੈ, ਅਗਰ ਮੈਂ ਵੀ ਰੱਬ ਹਾਂ, ਤੁਸੀਂ ਵੀ ਰੱਬ ਹੋ, ਸਾਰੇ ਹੀ ਰੱਬ ਨੇ। ਗੁਰੂ ਸਾਹਿਬ ਨੇ ਇਹ ਜ਼ਰੂਰ ਕਿਹਾ ਕਿ ਰੱਬ ਸਾਰਿਆਂ ਦੇ ਵਿੱਚ ਹੈ, ਰੱਬ ਦੀ ਅੰਸ਼ ਹੈਗੀ ਹਰੇਕ ਬੱਚੀ। ਹਾਂਜੀ, ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਤੁਸੀਂ ਸਾਰੇ ਹੀ ਰੱਬ ਹੋ। ਕਿਉਂ ਨਹੀਂ ਕਿਹਾ? ਜੇ ਇਹੀ ਕਹਿਣਾ ਹੁੰਦਾ ਤੇ ਫਿਰ ਉਹਨਾਂ ਨੂੰ ਕਿਸੇ ਨੂੰ ਟੋਕਣ ਦੀ ਜ਼ਰੂਰਤ ਕੀ ਸੀ ਕਿ ਵੀ ਤੂੰ ਐ ਨਾ ਕਰ, ਤੂੰ ਐ ਨਾ ਕਰ, ਤੂੰ ਐ ਨਾ ਕਰ। ਅਗਰ ਇੱਕ ਕਾਤਲ ਨੇ ਗੋਲੀ ਮਾਰੀ ਤੇ ਸਮਝ ਲਓ ਰੱਬ ਨੇ ਮਾਰੀ, ਜਿਹੜਾ ਮਰ ਗਿਆ ਤੇ ਸਮਝੋ ਰੱਬ ਮਰ ਗਿਆ। ਤੇ ਫਿਰ ਰੋਲਾ ਰੱਪਾ ਕਾਹਦਾ? ਫਿਰ ਸੁਸਾਇਟੀ ਵਿੱਚ ਚੰਗਾ ਕੀ ਬਣਾਉਣਾ ਤੇ ਮਾੜਾ ਕੀ ਬਣਾਉਣਾ? ਫਿਰ ਸਭ ਕੁਝ ਰੱਬ ਹੀ ਕਰ ਰਿਹਾ। ਫਿਰ ਝਗੜਾ ਕਾਹਦਾ? ਫਿਰ ਰੋਲਾ ਇੰਨਾ ਵੱਡਾ ਸਿਆਪਾ ਕਿਉਂ ਪਾਇਆ? ਪਿੱਟ ਸਿਆਪਾ ਕਾਹਦਾ? ਠੀਕ ਹੈ ਨਾ। ਸੋ ਇਹ ਹੈ ਕਿ ਜਿਹੜਾ ਬੰਦਾ, ਮੇਰੀ ਬੇਨਤੀ ਇਹ ਹੈ ਕਿ ਇਸ ਕਈ ਵਾਰੀ ਨਾ ਆਪਣੇ ਪ੍ਰਚਾਰਕ ਵੀ ਵਰਤ ਜਾਂਦੇ ਨਾ, ਗੁਰਬਾਣੀ ਦੀਆਂ ਕਈ ਪੰਕਤੀਆਂ ਉਹ ਵਰਤ ਜਾਂਦੇ ਆ ਵੀ ਜਿਨ ਮਾਨਸ ਦੇ ਦੇਵਤੇ ਕੀਏ ਕਰਤਨ ਲੱਗੀ ਬਾਹਰ। ਇਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਐਗਜ਼ਾਮਪਲਾਂ ਉਹ ਦਿੰਦੇ ਆ ਵੀ ਜਿਹੜਾ ਗੁਰਬਾਣੀ ਆ, ਗੁਰਬਾਣੀ ਇਨਸਾਨ ਨੂੰ ਦੇਵਤਾ ਹੀ ਬਣਾਉਂਦੀ ਆ। ਦੇਵਤਾ ਮਤਲਬ ਪ੍ਰਮਾਤਮਾ ਰੱਬ ਹੀ ਬਣਾਉਂਦੀ ਆ, ਉਹਦਾ ਰੂਪ ਬਣਾਉਂਦੀ ਹੈ, ਉਹਦੇ ਵਰਗਾ ਬਣਾਉਂਦੀ ਹੈ। ਉਹ ਇਹ ਨਹੀਂ ਬਣਾ ਦਿੰਦੀ ਕਿ ਰੱਬ ਹੀ ਬਣਾ ਦਿੰਦੀ ਹੈ ਜੀ, ਕਿਉਂਕਿ ਇਨਸਾਨ ਦੀ ਇੱਕ ਲਿਮਿਟ ਹੈ। ਇਨਸਾਨ ਜਿਹੜਾ ਹੈ ਉਹ ਜੰਮ ਦੇ ਚੀਰੇ ਵਿੱਚ ਹੈ ਔਰ ਉਹਦੀ ਲਾਈਫ ਸਪੈਨ 60, 70, 80 ਸਾਲ ਹੈ। ਇਸ ਬ੍ਰਹਮਾਂਡ ਦੀ ਲਾਈਫ ਜਿਹੜੀ ਉਹ ਥੋੜੀ ਜ਼ਿਆਦਾ ਹੈ, ਇਨਸਾਨ ਨਾਲੋਂ ਕਾਫੀ ਜ਼ਿਆਦਾ ਹੈ। ਅਗਲਿਆਂ ਨੇ ਇਸ ਬ੍ਰਹਮਾਂਡ ਦੇ ਬਣਨ ਦੀ, ਇਹਦੇ ਪੂਰੇ ਯੂਨੀਵਰਸ ਦੇ ਬਣਨ ਦੀ ਲਾਈਫ ਕੱਢ ਲਈ ਹੈ ਔਰ ਸਿਰਫ ਇੱਥੇ ਤੱਕ ਪਹੁੰਚ ਗਏ ਨੇ ਕਿ ਬਿਗ ਬੈਂਗ ਦੇ ਧਮਾਕੇ ਤੋਂ ਕੁਝ ਸਕਿੰਟ ਪਹਿਲਾਂ ਦਾ ਸਾਨੂੰ ਨਹੀਂ ਪਤਾ ਕੀ ਹੋਇਆ, ਉੱਥੇ ਤੱਕ ਪੁੱਜ ਗਏ। ਔਰ ਇੱਥੇ ਤੱਕ ਵੀ ਪੁੱਜ ਗਏ ਕਿ ਕੰਟਰੈਕਸ਼ਨ ਦੇ ਵਿੱਚ ਇਹ ਬਿਗ ਬੈਂਗ, ਇਹ ਜਿਹੜੀ ਜਿੰਨਾ ਬ੍ਰਹਮਾਂਡ ਹੈ ਉਹ ਐਨੇ ਸਾਈਜ਼ ਦਾ ਸੀ, ਸਾਈਜ਼ ਵੀ ਉਹਨਾਂ ਨੇ ਕੱਢ ਲਿਆ। ਇਹਨਾਂ ਦੇ ਰੱਬ ਦਾ ਸਾਈਜ਼ ਵੀ ਨਿਕਲ ਗਿਆ, ਉਹਦਾ ਰੂਪ ਵੀ ਨਿਕਲ ਗਿਆ ਤੇ ਤ੍ਰੈਗੁਣ ਵਿੱਚ ਵੀ ਆ ਗਿਆ। ਤੇ ਫਿਰ ਤ੍ਰੈਗੁਣ ਤੋਂ ਜਿਹੜਾ ਭਿੰਨ ਹੈ ਉਹ ਕੌਣ ਹੈ? ਬਿਲਕੁਲ, ਜਿਹੜਾ ਤ੍ਰੈਗੁਣ ਕਾਫੀ ਬਰੀਕੀਆਂ ਹੈ ਜੀ ਤੁਹਾਡੇ। ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਜੇ ਹਿਸਾਬ ਨਾਲ ਗੁਰਬਾਣੀ ਵਿਚਾਰੀਏ ਤਾਂ ਬਹੁਤ ਬਰੀਕੀਆਂ ਆ। ਤੇ ਤਾਂ ਹੀ ਤਾਂ ਜਿਹੜਾ ਗੁਰੂ ਸਾਹਿਬ ਨੇ ਜਪਜੀ ਸਾਹਿਬ ਵਿੱਚ ਵੀ ਕਿਹਾ ਵੀ ਇਹ ਅੰਤ ਨਾ ਜਾਣੇ ਕੋਈ, ਬਹੁਤਾ ਕਹੀਏ ਬਹੁਤਾ ਹੋਏ। ਵੀ ਜਿੰਨੀ ਮਰਜ਼ੀ ਗੱਲ ਕਰ ਲਓ ਵੀ ਪਰਮਾਤਮਾ ਦਾ ਅੰਤ ਨਹੀਂ ਤੁਸੀਂ ਪਾ ਸਕਦੇ। ਵੀ ਜਿਸ ਚੀਜ਼ ਦਾ ਤੁਸੀਂ ਅੰਤ ਹੀ ਨਹੀਂ ਪਾ ਸਕਦੇ ਤੇ ਉਹਦੀ ਤੁਸੀਂ ਜਿਹੜੀ ਡੈਫੀਨੇਸ਼ਨ ਮੇਰੇ ਖਿਆਲ ਨਹੀਂ ਕਰ ਸਕਦੇ ਆਪਾਂ, ਜਿੰਨੀ ਕਿ ਮੈਨੂੰ ਸਮਝ ਆ ਨਾ ਉਹਦੀ ਆਪਾਂ ਵਿਆਖਿਆ ਕਰ ਸਕਦੇ ਹਾਂ, ਗੱਲਬਾਤ ਜ਼ਰੂਰ ਕਰ ਸਕਦੇ ਹਾਂ ਉਹਦੇ ਬਾਰੇ। ਕਈ ਸਾਇੰਟਿਸਟਾਂ ਨੇ ਇੱਕ ਹਾਈਪੋਥੈਟੀਕਲ ਥਿਊਰੀ ਕੱਢੀ ਹੈ ਮਲਟੀ ਯੂਨੀਵਰਸ ਦੀ। ਇੱਕ ਪੌਲ ਡੇਵਿਸ ਕਰਦੇ ਨਾ ਕਰਕੇ ਸਾਇੰਟਿਸਟ ਹੈ, ਉਹਨੇ ਬਰੀਫ ਹਿਸਟਰੀ ਆਫ ਮਲਟੀ ਯੂਨੀਵਰਸ ਲਿਖੀ ਹੈ। ਉਹਦੇ ਵਿੱਚ ਉਸਨੇ ਟੋਟਲ ਰਿਜੈਕਟ ਕੀਤਾ ਹੈ ਸਾਡਾ ਨੌਲੇਜ ਦੇ ਵਿੱਚ, ਸਾਡੇ ਇਹਦੇ ਵਿੱਚ ਇੱਕੋ ਹੀ ਇਹ ਯੂਨੀਵਰਸ ਹੈ ਔਰ ਇਹ ਅਨੰਤ ਹੈ। ਅਨੰਤ ਕਹਿਣ ਦੇ ਬਾਵਜੂਦ ਵੀ ਸਾਇੰਟਿਸਟਾਂ ਨੇ ਕੱਢ ਲਿਆ ਕਿ ਇਹ 13.83 ਬਿਲੀਅਨ ਈਅਰਸ ਐਗੋ ਪਹਿਲਾਂ ਬਣਿਆ ਹੈ ਔਰ ਜਿਹੜੇ ਇਹ ਖਤਮ ਹੋਏਗਾ, ਜੋ ਸਾਇੰਸ ਕਹਿੰਦੀ ਹੈ, ਉਹਨਾਂ ਦਾ ਹਾਈਪੋਥੀਸਿਸ ਜਿਹਨੂੰ ਇਹ ਵਿਗਿਆਨ ਕਹਿ ਕੇ ਮੰਨਦੇ ਨੇ, ਉਹ ਕਹਿੰਦੇ ਜਿਹੜੇ ਕੰਟਰੈਕਸ਼ਨ ਵਿੱਚ ਜਾਏਗਾ ਇਟ ਵਿਲ ਗੋ ਇਨਟੂ ਅ ਸਿੰਗੂਲੈਰਿਟੀ। ਸਿੰਗੂਲੈਰਿਟੀ ਇੱਕ ਰੇਤ ਦੇ ਦਾਣੇ ਬਰਾਬਰ ਹੋਏਗੀ। ਜਿਹੜੇ ਉਹ ਰੇਤ ਦੇ ਦਾਣੇ ਬਰਾਬਰ ਹੋਏਗੀ ਉਹਦੇ ਵਿੱਚ ਤ੍ਰੈ ਗੁਣ ਹੋਣਗੇ। ਉਹ ਤ੍ਰੈ ਗੁਣ ਹੋਣਗੇ ਤਾਂ ਫੈਲੇਗਾ, ਉੱਥੋਂ ਹੀ ਉਤਪਤੀ ਹੋਏਗੀ ਦੁਬਾਰਾ, ਵਾਪਸ ਕੰਟਰੈਕਸ਼ਨ ਤੋਂ ਦੁਬਾਰਾ ਐਕਸਪੈਂਸ਼ਨ ਵੀ ਜਾਏਗਾ। ਫਿਰ देयर विल बी ए कॉस्मिक कांस्टेंट, ਇੱਕ ਕਾਸਮੋਸ ਦੀ ਨਿਰੰਤਰਤਾ ਬਣੀ ਰਹੇਗੀ ਜਿਸ ਤਰ੍ਹਾਂ ਹੁਣ ਬਣੀ ਦੀ ਹੈ ਜੀ। ਇਹ ਸਾਰਾ ਤ੍ਰੈਗੁਣੀ ਸੰਸਾਰ ਹੈ। ਲੇਕਿਨ ਜਿਹੜਾ ਪ੍ਰਮਾਤਮਾ ਗੁਰੂ ਸਾਹਿਬ ਨੇ ਕਿਹਾ ਉਹ ਤ੍ਰੈ ਗੁਣਾ ਤੋਂ ਭਿੰਨ ਹੈ। ਉਹਦਾ ਕੋਈ ਰੂਪ ਨਹੀਂ ਹੈ, ਉਹਦਾ ਕੋਈ ਰੰਗ ਨਹੀਂ ਹੈ, ਉਹਦਾ ਕੋਈ ਰੇਖ ਨਹੀਂ ਹੈ। ਜਦ ਕਿ ਇਸ ਯੂਨੀਵਰਸ ਦਾ ਰੂਪ ਵੀ ਐਸਟੈਬਲਿਸ਼ ਕੀਤਾ ਹੈ ਵਿਗਿਆਨਕਾਂ ਨੇ, ਰੰਗ ਵੀ ਐਸਟੈਬਲਿਸ਼ ਕੀਤਾ ਹੈ ਔਰ ਰੇਖਾਂਕਿਤ ਵੀ ਕੀਤਾ ਇਹਨੂੰ ਕਿ ਇਹ ਇੰਨਾ ਸਾਰਾ ਸੀ ਤੇ ਹੁਣ ਐਡਾ ਵੱਡਾ ਬਣਿਆ। ਤੇ ਬਹੁਤ ਵਧੀਆ ਵਿਚਾਰ ਤੁਸੀਂ ਅੱਜ ਰੱਖੇ ਆ ਜੰਮੂ ਸਾਹਿਬ। ਮੇਰਾ ਖਿਆਲ ਹੈ ਵੀ ਆਪਾਂ ਇਦਾਂ ਜਿਹੜੀ ਡਿਸਕਸ਼ਨ ਹੈ ਇਹਨੂੰ ਕੰਟੀਨਿਊ ਕਰਾਂਗੇ ਤੇ ਆਪਾਂ ਮੂਰਲੇ ਐਤਵਾਰ ਫੇਰ ਲਾਈਵ ਹੋ ਕੇ ਜਿਹੜਾ ਇਹ ਪ੍ਰੋਗਰਾਮ ਹੈ ਇੱਥੋਂ ਆਪਾਂ ਸ਼ੁਰੂ ਕਰਾਂਗੇ। ਜਿਹੜੀਆਂ ਹੋਰ ਕੋਈ ਆਪਣੇ ਕੋਲ ਵਿਸ਼ੇ ਹੈਗੇ ਵਿਚਾਰ ਨਾਲ ਉਹ ਵੀ ਆਪਾਂ ਐਡ ਕਰ ਲਵਾਂਗੇ ਤੇ ਇਦਾਂ ਆਪਾਂ ਲਗਾਤਾਰ ਪ੍ਰੋਗਰਾਮ ਕਰਦੇ ਰਵਾਂਗੇ ਤਾਂ ਜਿਹੜੇ ਸਾਡੇ ਸੁਣਨ ਵਾਲੇ ਆ ਤੇ ਉਹ ਬਾਅਦ ਚ ਆਪ ਡਿਸਾਈਡ ਕਰਨ ਸੁਣ ਕੇ ਵੀ ਗੁਰਮਤਿ ਦਾ ਪੱਖ ਕੀ ਹੈਗਾ ਤੇ ਜੋ ਪ੍ਰਚਾਰਿਆ ਜਾ ਰਿਹਾ ਅਪਗ੍ਰੇਡਾਂ ਵੱਲੋਂ ਵੀ ਉਹ ਕਿੰਨਾ ਕੁ ਗੁਰਮਤਿ ਤੇ ਲੱਗੇ ਆ ਵੀ ਜਾਂ ਉਹ ਕਿਹੜੀ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਉਹ ਕੌਮ ਨੂੰ ਕਿੱਧਰਲੇ ਪਾਸੇ ਨੂੰ ਲੈ ਕੇ ਜਾ ਰਹੇ ਆ। ਇਹ ਬੜੀ ਵਿਚਾਰਯੋਗ ਗੱਲ ਆ ਜੀ। ਮੈਂ ਲਾਸਟ ਇੱਕ ਬੇਨਤੀ ਕਰਨਾ ਚਾਹਾਂਗਾ ਵਿਸ਼ੇਸ਼ ਤੌਰ ਤੇ ਆਪਣੇ ਮਿਸ਼ਨਰੀ ਪ੍ਰਚਾਰਕਾਂ ਨੂੰ ਕਿ ਬੜਾ ਲੰਬੀ ਉਹਨਾਂ ਦੀ ਮਿਹਨਤ ਹੈ, ਜਦੋਂ ਜਹਿਦ ਹੈ। ਕੁਝ ਕਾਲਜਿਸ ਨੇ ਬੜੀ ਅੱਛੀ ਮਿਹਨਤ ਕੀਤੀ ਹੈ, ਕੁਝ ਕਾਲਜਿਸ ਦੇ ਵਿੱਚ ਥੋੜਾ ਜਿਹਾ ਕਈ ਵਾਰੀ ਕੀ ਹੁੰਦਾ ਕਿ ਕੁਝ ਬੰਦੇ ਜਾਂ ਕੁਝ ਪ੍ਰਚਾਰਕ ਕਈ ਵਾਰੀ ਕਿਸੇ ਪ੍ਰਭਾਵ ਥੱਲੇ ਵੀ ਆ ਜਾਂਦੇ ਨੇ ਔਰ ਉਸੇ ਨੂੰ ਮੰਨ ਕੇ ਤੁਰ ਪੈਂਦੇ ਨੇ। ਮੈਂ ਇਹ ਬੇਨਤੀ ਕਰਾਂਗਾ ਕਿ ਅਜੇ ਵੀ ਉਹਨਾਂ ਕੋਲ ਸਮਰੱਥ ਹੈ ਕਾਲਜਿਸ ਕੋਲੋਂ, ਉਹਨਾਂ ਦੇ ਸਟਾਰ ਪ੍ਰਚਾਰਕਾਂ ਕੋਲੋਂ ਬੜੇ ਅੱਛੇ ਪ੍ਰਚਾਰਕ ਨੇ
ਕਿ ਉਹ ਕਮ ਸੇ ਕਮ ਗੁਰਬਾਣੀ ਦਾ ਅਗਰ ਦਾਵਾ ਕਰਦੇ ਨੇ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਤੇ ਕਮ ਸੇ ਕਮ ਗੁਰਬਾਣੀ ਦੇ ਆਧਾਰ ਦੇ ਉੱਪਰ ਅਗਰ ਐਸਾ ਕੋਈ ਡਾਇਲੌਗ ਐਮਰਜ ਹੁੰਦਾ ਸਮਾਜ ਦੇ ਵਿੱਚ, ਤੇ ਉਹਨੂੰ ਸਾਹਮਣੇ ਆ ਕੇ ਜੋ ਕਰਨਾ ਚਾਹੁੰਦਾ ਗੱਲਬਾਤ, ਜਿਹਨੇ ਸ਼ੁਰੂ ਕੀਤੀ ਹੈ, ਉਹਦੇ ਸਾਹਮਣੇ ਜਾ ਕੇ ਬੈਠਣ, ਉਹਦੇ ਸਾਹਮਣੇ ਜਾ ਕੇ ਗੱਲ ਕਰਨ। ਬਿਲਕੁਲ ਜੀ, ਅਸੀਂ ਆਪਾਂ ਇੱਥੇ ਵੀ ਕਹਿੰਦੇ ਵੀ ਜੇ ਕੋਈ ਵੀ ਵੀਰ ਸਾਡਾ ਪ੍ਰਚਾਰਕ ਲਾਈਨ ਵਿੱਚ ਹੈਗਾ ਆ, ਜੇ ਉਹ ਚਾਹੁੰਦਾ ਹੈ ਵਿਚਾਰ ਕਰਨੀ ਆ, ਤੇ ਅਸੀਂ ਉਹਨੂੰ ਵੀ ਸੱਦਾ ਦਿੰਦੇ ਹਾਂ ਵੀ ਉਹ ਵੀ ਜ਼ਰੂਰ ਆ ਸਕਦਾ ਹੈ ਵੀ ਸਾਡੇ ਨਾਲ, ਤੁਹਾਨੂੰ ਵੀ ਨਾਲ ਲੈ ਲਵਾਂਗੇ ਤੇ ਭਾਈ ਜੰਮੂ ਉਹਨਾਂ ਨੂੰ ਨਾਲ ਲੈ ਲਵਾਂਗੇ। ਆਪਾਂ ਇਸ ਵਿਸ਼ੇ ਤੇ ਖੁੱਲ੍ਹੀ ਗੱਲਬਾਤ ਕਰ ਸਕਦੇ ਹਾਂ, ਹੋਰ ਵੀ ਕਿਸੇ ਟੌਪਿਕ ਤੇ ਆਪਾਂ ਇੱਕ ਪੈਨਲ ਬਣਾ ਕੇ ਗੱਲਬਾਤ ਕੀਤੀ ਜਾ ਸਕਦੀ ਹੈ। ਇਹ ਸਮੱਸਿਆ ਦੇਖੋ ਕਿੱਥੋਂ ਆ ਰਹੀ ਹੈ। ਦੇਖੋ ਅਸੀਂ ਸਮੱਸਿਆ, ਮੈਂ ਇਹਨੂੰ ਇੱਕ ਚਲਾਕੀ ਵੀ ਕਹਾਂਗਾ, ਮੈਨੂੰ ਚਲਾਕੀ ਵੀ ਕਹਾਂ। ਕੀ ਆ ਰਿਹਾ, ਹਰ ਬੰਦਾ ਤੁਹਾਨੂੰ ਕਹਿੰਦਾ ਲੱਭੇਗਾ ਸਟੇਜਾਂ ਦੇ ਉੱਪਰ ਕਿ ਬਾਣੀ ਆਪ ਪੜੋ, ਬਾਣੀ ਆਪ ਪੜੋ। ਹੁਣ ਇੱਕ ਆਦਮੀ ਬਾਣੀ ਆਪ ਕਿੱਥੋਂ ਪੜੇਗਾ? ਪਹਿਲਾਂ ਉਹ ਗੁਰੂ ਗ੍ਰੰਥ ਸਾਹਿਬ ਤੋਂ ਪੜੇਗਾ, ਜਾਂ ਉਹ ਘਰ ਸਾਹਿਬ ਸਿੰਘ ਦਾ ਜਾਂ ਡਾਕਟਰ ਕੁਲਬੀਰ ਸਿੰਘ ਦਾ ਟੀਕਾ ਲਿਆਏਗਾ। ਜਿਲੇ ਉਹ ਜਿਲੇ ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ ਪੜ੍ਹ ਕੇ ਇਹਨਾਂ ਕੋਲ ਜਾਏਗਾ, ਜਾਂ ਡਾਕਟਰ ਕੁਲਬੀਰ ਥਿੰਦ ਦਾ ਟੀਕਾ ਪੜ੍ਹ ਕੇ ਇਹਨਾਂ ਕੋਲ ਜਾਏਗਾ, ਤੇ ਇਹਨਾਂ ਨਾਲ ਗੁਰਬਾਣੀ ਦੀ ਗੱਲ ਕਰੇਗਾ, ਇਹ ਕਹੇਗਾ ਇਹ ਕਹਿਣਗੇ ਤੁਸੀਂ ਤੇ ਸਾਰਾ ਗਲਤ ਪੜ੍ਹ ਕੇ ਆਏ ਹੋ। ਗੁਰਬਾਣੀ ਆਪ ਪੜੋ, ਆਪ ਵਿਚਾਰੋ, ਲੇਕਿਨ ਆਪ ਪੜੋ ਉਸ ਵੇਲੇ ਸਾਰਾ ਬੰਨ ਕੇ ਸਾਈਡ ਤੇ ਰੱਖ ਦੇਣਗੇ, ਕਹਿਣਗੇ ਨਹੀਂ ਜੋ ਅਸੀਂ ਪੜਾਵਾਂਗੇ ਉਹ ਪੜੋ। ਤੇ ਇਹ ਸ਼ਾਤਰਬਾਜ਼ੀ ਨਹੀਂ ਹੈ? ਫਿਰ ਬਾਣੀ ਪੜ੍ਹਨੀ ਕਿੱਥੋਂ ਹੈ? ਬਿਲਕੁਲ ਜੀ, ਤੇ ਉਹ ਬੜੇ ਛੋਟੇ ਇਸ਼ੂ ਹੈਗੇ ਆ ਜਿਨ੍ਹਾਂ ਤੇ ਗੱਲ ਕਰਨੀ ਬਣਦੀ ਆ। ਆਪਾਂ ਜ਼ਰੂਰ ਆਉਣ ਵਾਲੇ ਟਾਈਮ ਦੇ ਵਿੱਚ ਕਰਾਂਗੇ ਇਹਨਾਂ ਸਾਰਿਆਂ ਵਿਸ਼ਿਆਂ ਤੇ ਗੱਲਬਾਤ। ਸੋ ਮੇਰਾ ਖਿਆਲ ਹੈ ਅੱਜ ਕਾਫੀ ਟਾਈਮ ਹੋ ਗਿਆ, ਤੇ ਆਪਾਂ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹਦੀ ਇੱਥੇ ਸਮਾਪਤੀ ਕਰਦੇ ਹਾਂ। ਸੋ ਜਿੰਨੇ ਵੀ ਸਾਡੇ ਸਰੋਤੇ ਨੇ ਅੱਜ ਤਾਂ ਹੁਣ ਤੱਕ ਜੁੜੇ ਰਹੇ ਸਾਡੇ ਨਾਲ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਉਹਨੇ ਆਪਣਾ ਜਿਹੜਾ ਕੀਮਤੀ ਸਮਾਂ ਸਾਨੂੰ ਦਿੱਤਾ, ਤੇ ਕੋਸ਼ਿਸ਼ ਕਰਾਂਗੇ ਅਸੀਂ ਅਗਲੇ ਹਫ਼ਤੇ ਵੀ ਇਸੇ ਤਰ੍ਹਾਂ ਜਿਹੜੀ ਹੈ ਵਿਚਾਰ ਕੰਟੀਨਿਊ ਰੱਖਾਂਗੇ। ਜੇ ਕਿਸੇ ਕੋਈ ਵੀਰ ਕੋਲ ਸਵਾਲ ਹੋਇਆ ਤਾਂ ਉਹ ਆਪਣਾ ਸਵਾਲ, ਜਾਂ ਉੱਦਾਂ ਕੋਈ ਉਹਦੇ ਕੋਲ ਉਹਦਾ ਪੁਆਇੰਟ ਹੋਇਆ ਕਿ ਉਹ ਆਪਣੇ ਅਨੁਸਾਰ ਗੁਰਮਤਿ ਦੀ ਗੱਲ ਕਰਨੀ ਚਾਹੁੰਦਾ, ਉਹਨੂੰ ਵੀ ਆਪਾਂ ਜੀ ਆਇਆਂ ਆਖਦੇ ਹਾਂ। ਵੀ ਕੋਈ ਵੀ ਆ ਸਕਦਾ, ਜਿਵੇਂ ਪਲੇਟਫਾਰਮ ਆਪਣਾ ਖੁੱਲ੍ਹਾ ਰੱਖਿਆ, ਨਾ ਵੀ ਆਜ਼ਾਦ ਸੋਚ ਤਾਂ ਹੀ ਰੱਖਿਆ ਹੈਗਾ ਪ੍ਰੋਗਰਾਮ ਦਾ। ਹਰੇਕ ਬੰਦੇ ਨੂੰ ਆਜ਼ਾਦੀ ਹੈਗੀ ਆ ਆਪਣੀ ਗੱਲਬਾਤ ਕਰਨ ਦੀ। ਸੋ ਇੱਥੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਅਸੀਂ ਆਪਣਾ ਸਮਾਪਤ ਕਰਦੇ ਹਾਂ ਜੀ। ਸਾਡੇ ਵੱਲੋਂ ਟੀਵੀ ਲੋਹਗੜ੍ਹ ਦੀ ਪੂਰੀ ਟੀਮ ਵੱਲੋਂ। ਹਾਂਜੀ ਜੰਮੂ ਸਾਹਿਬ, ਇੱਕ ਲਾਸਟ ਮੇਰੀ ਇਹਨਾਂ ਕੋਲ ਅੱਗੇ ਬੇਨਤੀ ਹੈ, ਜਿਨ੍ਹਾਂ ਨੇ ਇਹ ਰੱਬ ਪੇਸ਼ ਕੀਤਾ ਹੈ, ਜਾਂ ਜਿਹੜੀ ਉਹ 1 ਘੰਟੇ ਦੀ ਵੀਡੀਓ ਹੈ, ਹੁਣ